हाँ जी हाਜ਼ਰੀन दोस्तों, ਜਦੋਂ मैं लाइव हो गया कृपा करके ਮੈਨੂੰ ਕੋਈ ਵੀ ਦੋਸਤ ਮਿੱਤਰ ਮੈਨੂੰ ਦੱਸ ਦਿਓ ਕਿਰਪਾ ਕਰਕੇ ਕਿ ਮੈਂ ਲਾਈਵ ਹੋ ਗਿਆ ਤੇ ਆਪਾਂ ਫਿਰ ਗੱਲਬਾਤ ਜਿਹੜੀ ਹੈ ਸ਼ੁਰੂ ਕਰਦੇ ਹਾਂ। ਇੰਨੇ ਮੈਂ ਚਾਹ ਪੀ ਲਵਾਂ। हाँ जी बूटा जी, हजूर दसोगे कि मैं लाइव हो चुका। तो बूटा जी मैनू ये दस दो कि आवाज़ मेरी क्लीयर आ रही है तो वीडियो मेरी प्रॉपर है। शुक्रिया बूटा दोनावाला जी, शुक्रिया। हाँ जी बिन्नी जी आया नू बहुत बहुत शुक्रिया तुहाडा। हाँ जी राजकमल वीर जी आए ਨੂੰ ਤੁਹਾਨੂੰ ਸ਼ੁਕਰੀਆ, ਤੁਸੀਂ ਦੱਸਿਆ ਕਿ ਮੈਂ ਲਾਈਵ ਹੈਗਾ। ਜੀਵਨ ਮਿੱਤਲ ਜੀ ਆਏ ਨੂੰ ਵੀਰੇ ਸ਼ੁਕਰੀਆ। ਦੱਸ ਮੇਰੀਆਂ ਦੋ ਕੁੱਟਾਂ ਚਾਹ ਦੀਆਂ ਰਹਿ ਗਈਆਂ। ਜੀ 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 ਬੁੱਟਾ ਜੀ ਅੱਜ ਕੱਲ ਜਵਾਨੀ ਜਿਹੜੀ ਹੈਗੀ ਹੈ 20-25 ਰੁਪਈਆਂ 'ਚ ਮਿਲ ਜਾਂਦੀ ਹੈ। ਸ਼ੁਕਰੀਆ ਰਾਜਕਮਲ ਵੀਰੇ। ਮੈਂ ਬਸ ਜਾਣਨਾ ਚਾਹੁੰਦਾ ਸੀ ਕਿ ਵੀਡੀਓ ਤੇ ਆਡੀਓ ਦੀ ਜਿਹੜੀ ਕੁਆਲਿਟੀ ਹੈ ਉਹ ਕਿਹੋ ਜਿਹੀ ਹੈਗੀ ਹੈ, ਤੁਸੀਂ ਦੱਸਤਾ, ਬਹੁਤ ਬਹੁਤ ਸ਼ੁਕਰੀਆ। हाँ जी लाइव दे विच जुड़ चुके सारे दोस्तों नू मैं एक बार अपने वालों ते जिहड़ा यह ग्रुप है कॉमन क्रिएटिविटी उहदे वालों जीओ आया आखदा। ते अज तुसी सारे शामी 4 बजे इत्थे जुड़े हो। इन्हां दा एक प्रोग्राम हैगा कविता पाठ दे नाल संबंधित, ते उहदे विच इन्हां ने मैनू सद्दा दिता सी ते मैं इन्हां दा जिहड़ा सद्दा है वो कबूल किया हैगा ताकि ਜਿਹੜੇ ਨਵੇਂ ਦੋਸਤ ਨੇ ਉਹਨਾਂ ਦੇ ਨਾਲ ਮੈਂ ਰਾਬਤਾ ਕਾਇਮ ਕਰ ਸਕਾਂ ਤੇ ਜਿਹੜੀਆਂ ਗੱਲਾਂ ਬਾਤਾਂ ਨੇ ਕਵਿਤਾ ਨਾਲ ਸੰਬੰਧਿਤ ਗੱਲਾਂ ਬਾਤਾਂ ਨੇ ਕਵਿਤਾਵਾਂ ਨੇ ਉਹ ਵੀ ਮੈਂ ਸਾਂਝੀਆਂ ਕਰ ਸਕਾਂ। ਹਾਂਜੀ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਗੁਰਵਿੰਦਰ ਕੌਰ ਜੀ, ਜੀ ਆਇਆਂ ਨੂੰ। ਰਣਧੀਰ ਵੀਰੇ ਤੁਹਾਡਾ ਵੀ ਸਵਾਗਤ ਹੈ, ਜੀ ਆਇਆਂ ਨੂੰ, ਸ਼ੁਕਰੀਆ। ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਿਹੜੀ ਹੈਗੀ ਹੈ ਫਾਰਮਲ ਜੀ ਇੰਟਰੋਡਕਸ਼ਨ ਤੁਹਾਡੇ ਨਾਲ ਮੈਂ ਆਪਣੀ ਸਾਂਝੀ ਕਰਨਾ ਚਾਹੁੰਦਾ, ਕਿਉਂਕਿ ਜਿਹੜੇ ਦੋਸਤ ਮੇਰੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਜਾਂ ਜਿਹੜੇ ਨਿੱਜੀ ਰੂਪ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ, ਮੈਨੂੰ ਜਾਣਦੇ ਹੈਗੇ ਨੇ, ਉਹਨਾਂ ਨੂੰ ਤਾਂ ਮੇਰੇ ਬਾਰੇ ਪਤਾ ਹੈ। ਬਟ ਜਿਹੜੇ ਅੱਜ ਦੋਸਤ ਪਾਠਕ ਦਰਸ਼ਕ ਸਰੋਤੇ ਜਿਹੜੇ ਅੱਜ ਮੇਰੇ ਨਾਲ ਪਹਿਲੀ ਵਾਰ ਜੁੜ ਰਹੇ ਨੇ ਇਸ ਮਾਧਿਅਮ ਦੇ ਰਾਹੀਂ ਕਾਮਨ ਕ੍ਰੀਏਟੀਵਿਟੀ ਜਿਹੜਾ ਮੰਚ ਹੈ ਉਹਦੇ ਰਾਹੀਂ, ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਆਪਣੇ ਬਾਰੇ ਇੱਕ ਬਰੀਫ ਜੀ ਇੰਟਰੋਡਕਸ਼ਨ ਦੇ ਕੇ ਤੇ ਆਪਣੀ ਗੱਲ ਸ਼ੁਰੂ ਕਰੂੰਗਾ। हाँ जी मालविंदर जी शुक्रिया दसन वास्ते कि सब कुछ ठीक ठाक है जी। बूटा जी आप गल करते हैं। हाजरीन मेरा जिहड़ा नाम है असल नाम है वो है सरबजीत सिंह, तो डॉक्टरेट की डिग्री प्राप्त करने तो बाद हुण मैं अपना नाम लिखदा डॉक्टर सरबजीत सिंह। अदबी खेत्र दे विच ते बाकी दोस्तों के खेत्र दे विच फेसबुक के खेत्र दे विच होर जिहड़ा सोशल मीडिया है ਉਹਦੇ ਵਿੱਚ ਸਾਰੇ ਦੋਸਤ ਜਿਹੜੇ ਹੈਗੇ ਨੇ ਉਹ ਮੈਨੂੰ ਸਵਾਮੀ ਸਰਬਜੀਤ ਦੇ ਨਾਮ ਨਾਲ ਜਾਣਦੇ ਨੇ। ਮੈਂ ਅਸਲ 'ਚ ਜਿਹੜਾ ਹੈਗਾ ਸਵਾਮੀ ਜਿਹੜਾ ਸਰਬਜੀਤ ਇਹ ਮੇਰਾ ਅਦਬੀ ਨਾਮ ਹੈ, ਤੇ ਅਦਬੀ ਨਾਮ ਇਹੋ ਜਿਹਾ ਹੈਗਾ ਕਿ ਹੁਣ ਸ਼ਾਇਦ ਸਰਬਜੀਤ ਸਿੰਘ ਨੂੰ ਕੋਈ ਨਾ ਜਾਣਦਾ ਹੋਵੇ, ਬਟ ਸਵਾਮੀ ਸਰਬਜੀਤ ਨੂੰ ਉਹਦੇ ਯਾਰ ਦੋਸਤ ਮਿੱਤਰ ਸਾਰੇ ਜਾਣਦੇ ਹੈਗੇ ਨੇ। ਸੋ ਮੈਂ ਸਵਾਮੀ ਸਰਬਜੀਤ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਆਇਆ ਹੈਗਾ। ਮੇਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤੁਹਾਡੇ ਹੁੰਗਾਰਿਆਂ ਦੇ ਨਾਲ ਜਿਹੜੀਆਂ ਸ਼ੁਰੂ ਹੋਣਗੀਆਂ, ਜਿਵੇਂ ਕਿ ਵਿਜੇ ਵਿਵੇਕ ਦਾ ਇੱਕ ਸ਼ੇਅਰ ਹੈ ਕਿ ਹਾਲੇ ਲਫ਼ਜ਼ਾਂ ਦੀ ਇੱਕ ਮੁੱਠੀ ਮੇਰੀ ਗੱਲਬਾਤ, ਇਹਨੇ ਬਣਨਾ ਹੁੰਗਾਰਾ ਤਾਂ ਇਹਨੇ ਬਣਨਾ ਕਹਾਣੀ ਤਾਂ ਹੁੰਗਾਰਿਆਂ ਦੇ ਨਾਲ, ਹੈ ਨਾ। ਹਾਲੇ ਲਫ਼ਜ਼ਾਂ ਦੀ ਇੱਕ ਮੁੱਠੀ ਮੇਰੀ ਗੱਲਬਾਤ, ਇਹਨੇ ਬਣਨਾ ਕਹਾਣੀ ਤਾਂ ਹੁੰਗਾਰਿਆਂ ਦੇ ਨਾਲ। ਸੋ ਤੁਹਾਡੇ ਹੁੰਗਾਰਿਆਂ ਦੇ ਨਾਲ ਜਿਹੜੀ ਹੈ ਉਹ ਇਹ ਗੱਲਬਾਤ ਅੱਗੇ ਵੱਧਦੀ ਰਹੂਗੀ। ਜਿਵੇਂ ਵੀ ਤੁਸੀਂ ਇਸ ਗੱਲ ਨੂੰ ਜਿਸ ਵੀ ਢੰਗ ਦੇ ਨਾਲ ਜਿਸ ਵੀ ਰੂਪ ਦੇ ਵਿੱਚ ਅੱਗੇ ਵਧਾਉਣਾ ਚਾਹੋਗੇ, ਮੈਂ ਤੁਹਾਡੇ ਨਾਲ ਉਹ ਗੱਲਬਾਤ ਉਸੇ ਰੂਪ ਦੇ ਵਿੱਚ ਅੱਗੇ ਵਧਾਉਂਦਾ ਰਹੂੰਗਾ। ਸੋ ਜਿਹੜੇ ਵੀ ਦੋਸਤ ਮਿੱਤਰ ਹੁਣ ਇਸ ਲਾਈਵ ਦੇ ਵਿੱਚ ਜੁੜ ਰਹੇ ਨੇ, ਮੈਂ
ਸਾਰਿਆਂ ਦਾ ਇਕੱਲਾ ਇਕੱਲਾ ਨਾਮ ਤਾਂ ਨਹੀਂ ਲੈ ਸਕਦਾ। ਮੈਂ ਸਾਰਿਆਂ ਨੂੰ ਹੀ ਜੀ ਆਇਆਂ ਆਖਦਾ। ਸੁਖਵਿੰਦਰ ਗੁਰਮ ਬਾਈ ਪਹੁੰਚ ਚੁੱਕੇ ਨੇ, ਜਿਹੜੇ ਕਿ ਇਸ ਮੰਚ ਨੂੰ ਚਲਾ ਰਹੇ ਨੇ, ਕਾਮਨ ਕ੍ਰੀਏਟੀਵਿਟੀ, ਜਿਸ ਮੰਚ ਤੇ ਆਪਾਂ ਇਕੱਠੇ ਹੋਏ ਬੈਠੇ ਹਾਂ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੁਖਵਿੰਦਰ ਗੁਰਮ ਬਾਈ ਦਾ। ਤੇ ਹਾਂ, ਮਾਲਵਿੰਦਰ ਮੇਰੀ ਜਿਹੜੀ ਸ਼ਰੀਕੇ ਹਯਾਤ ਹੈ, ਮੇਰੀ ਜਿਹੜੀ ਵਾਈਫ ਹੈ, ਉਹਦਾ ਨਾਮ ਵੀ ਸਰਬਜੀਤ ਹੈ। ਤੇ ਮੈਂ ਅਕਸਰ ਆਪਣੇ ਦੋਸਤਾਂ ਨੂੰ ਜਿਹੜੇ ਜਾਣਦੇ ਨੇ ਮੈਨੂੰ, ਉਹਨਾਂ ਨੂੰ ਕੋਲੇ ਮੈਂ ਅਕਸਰ ਇਹ ਮਜ਼ਾਕ ਕਰਦਾ ਹੁੰਦਾ ਕਿ ਬਈ ਸਵਾਮੀ ਮੇਰਾ ਆਪਣਾ ਨਾਮ ਹੈ ਤੇ ਸਰਬਜੀਤ ਮੇਰੀ ਘਰ ਵਾਲੀ ਦਾ ਨਾਮ ਹੈ, ਤੇ ਮੈਂ ਇਕੱਠਾ ਨਾਮ ਜੋੜਿਆ ਹੋਇਆ। ਆਮ ਤੌਰ ਤੇ ਔਰਤਾਂ ਜਿਹੜੀਆਂ ਨੇ ਮਰਦ ਦਾ ਨਾਮ ਲੈਂਦੀਆਂ ਨੇ, ਤੇ ਮੈਂ ਮੇਰੀ ਘਰ ਵਾਲੀ ਦਾ ਨਾਮ ਲਿਆ ਹੋਇਆ। ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਦੋਵੇਂ ਜਣੇ ਸਰਬਜੀਤ ਹਾਂ। ਤੇ ਅੱਲਾ ਨੇ ਚਾਹਿਆ ਜੇ ਅੱਗੇ ਨੂੰ ਸਾਡਾ ਕੋਈ ਜਵਾਕ ਜੱਲਾ ਹੁੰਦਾ ਹੈ ਤੇ ਮੈਂ ਉਹਦਾ ਨਾਮ ਵੀ ਸਰਬਜੀਤ ਹੀ ਰੱਖੂੰਗਾ, ਕਿਉਂਕਿ ਮੈਨੂੰ ਸਰਬਜੀਤ ਨਾਮ ਬਹੁਤ ਪਸੰਦ ਹੈਗਾ। ਸ਼ੁਕਰੀਆ। ਤਾਂ ਹਾਜ਼ਰੀਨ, ਆਪਾਂ ਗੱਲ ਕਰ ਰਹੇ ਹਾਂ ਕਿ ਮੈਂ ਕਵਿਤਾ ਲਿਖਦਾ। ਬਹੁਤੀ ਤਾਂ ਨਹੀਂ ਲਿਖਦਾ ਹੈਗਾ, ਪਰ ਥੋੜ੍ਹੀ ਬਹੁਤੀ ਕਵਿਤਾ ਜ਼ਰੂਰ ਲਿਖਦਾ ਹੈਗਾ। ਤੇ ਮੇਰੀਆਂ ਹੁਣ ਤੱਕ ਕਵਿਤਾ ਦੀਆਂ 2 ਕਿਤਾਬਾਂ ਆ ਚੁੱਕੀਆਂ ਨੇ। ਉਹਨਾਂ ਦੇ ਵਿੱਚੋਂ ਜਿਹੜੀ ਮੇਰੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੋਈ ਸੀ ਕਵਿਤਾ ਦੀ, ਉਹ ਸੀ ਰੰਗਾਂ ਦੀ ਰਾਸਲੀਲਾ। ਇਹ ਜਿਹੜੀ ਕਿਤਾਬ ਹੈ ਰੰਗਾਂ ਦੀ ਰਾਸਲੀਲਾ, ਕਾਫੀ ਸਮਾਂ ਪਹਿਲਾਂ ਜਿਹੜੀ ਹੈ ਪ੍ਰਕਾਸ਼ਿਤ ਹੋਈ ਸੀ। ਲਗਭਗ ਅੱਜ ਤੋਂ ਮੇਰੇ ਖਿਆਲ 'ਚ 5-6 ਸਾਲ ਇਹਨੂੰ ਹੋ ਗਏ ਨੇ ਪ੍ਰਕਾਸ਼ਿਤ ਹੋਈ ਨੂੰ। ਤੇ ਇਹ ਕਿਤਾਬ ਤੋਂ ਬਾਅਦ ਜਿਹੜੀ ਮੇਰੀ ਦੂਜੀ ਕਿਤਾਬ ਹੈ, ਠੀਕ ਹੈ, ਇਹ ਕਿਤਾਬ ਦਾ ਨਾਮ ਹੈਗਾ ਧਰਮ ਬਨਾਮ ਧਰਮ। ਇਹ ਹੁਣੇ ਪਿੱਛੇ ਜੇ ਜਿਹੜੀ ਹੈਗੀ ਹੈ ਛਪ ਕੇ ਆਈ ਹੈਗੀ ਹੈ, ਹਲੇ 2-3 ਮਹੀਨੇ ਹੀ ਹੋਏ ਨੇ। ਸੋ ਇਹਨਾਂ ਕਿਤਾਬਾਂ ਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ, ਉਹਨਾਂ ਕਵਿਤਾਵਾਂ ਬਾਰੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਹੁੰਦੀ ਰਹੂਗੀ। ਬਾਕੀ ਤੁਸੀਂ ਜਿਹੜੇ ਇਸ ਮੰਚ ਦੇ ਨਾਲ ਜੁੜੇ ਹੋਏ ਹੋ, ਤੁਸੀਂ ਜਿਸ ਵੀ ਢੰਗ ਦੇ ਨਾਲ ਇਸ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੋਗੇ ਤੇ ਮੈਂ ਉਸ ਗੱਲ ਨੂੰ ਅੱਗੇ ਵਧਾਊਂਗਾ। ਤਾਂ ਹਾਜ਼ਰੀਨ, ਬਹੁਤੀਆਂ ਗੱਲਾਂ ਬਾਤਾਂ ਨਾ ਕਰਦਾ ਹੋਇਆ ਮੈਂ ਪਹਿਲਾਂ 2-4 ਜਿਹੜੀਆਂ ਆਪਣੀਆਂ ਕਵਿਤਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਹੈਗਾ, ਤੇ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਸ਼ੁਰੂ ਕਰਦੇ ਹਾਂ। ਸੋ ਕੁਝ ਕੁ ਮੇਰੀਆਂ ਕਵਿਤਾਵਾਂ ਨੇ ਜਿਹੜੀਆਂ ਕਿ ਮੇਰੇ ਯਾਰਾਂ ਦੋਸਤਾਂ ਨੂੰ ਮੂੰਹ ਜ਼ਬਾਨੀ ਯਾਦ ਨੇ। ਸਭ ਤੋਂ ਪਹਿਲਾਂ ਉਹੀ ਕਵਿਤਾਵਾਂ ਜਿਹੜੀਆਂ ਨੇ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਹੈਗਾ। ਮੇਰੀ ਇੱਕ ਕਵਿਤਾ ਹੈ, ਕਵਿਤਾ ਦਾ ਉਨਵਾਨ ਹੈ ਨਪੁੰਸਕ। ਸਿਰਲੇਖ ਹੈ ਜੀ ਨਪੁੰਸਕ। ਕਵਿਤਾ ਹੈ ਕਿ ਜੀ ਨਪੁੰਸਕ ਕਵਿਤਾ ਹੈ ਕਿ ਕੁਝ ਬੰਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਟੰਗੀਆਂ ਲਾਲ ਬਾਲਟੀਆਂ ਜਿਹੇ ਹੁੰਦੇ ਨੇ। ਕੁਝ ਬੰਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਟੰਗੀਆਂ ਲਾਲ ਬਾਲਟੀਆਂ ਜਿਹੇ ਹੁੰਦੇ ਨੇ, ਜਿਨ੍ਹਾਂ ਦੇ ਬਾਹਰ ਤਾਂ ਲਿਖਿਆ ਹੁੰਦਾ ਏ ਅੱਗ, ਪਰ ਅੰਦਰ ਭਰੀ ਹੁੰਦੀ ਏ ਨਿਰੀ ਰੇਤ। ਇਹ ਜਿਹੜੀ ਮੇਰੀ ਕਵਿਤਾ ਹੈ, ਇਸ ਕਵਿਤਾ ਕਰਕੇ ਮੇਰੇ ਬਹੁਤ ਜਿਹੜੇ ਦੋਸਤ ਨੇ ਇਸੇ ਕਵਿਤਾ ਕਰਕੇ ਸਵਾਮੀ ਨੂੰ ਜਾਣਦੇ ਪਛਾਣਦੇ ਹੈਗੇ ਨੇ। ਅਮਨਦੀਪ ਜੀ ਸ਼ੁਕਰੀਆ ਤਾਰੀਫੀ ਵਾਸਤੇ। ਹਾਂਜੀ ਹਜ਼ੂਰ, ਇਹ ਕਿਤਾਬ ਜਿਹੜੀ ਹੈਗੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਆਪੋਜ਼ਿਟ ਇੱਕ ਪਬਲਿਸ਼ਰ ਨੇ, ਗ੍ਰੇਸ਼ੀਅਸ ਪਬਲੀਕੇਸ਼ਨ, ਉਹਦੇ ਮਾਲਕ ਨੇ ਨਿਸ਼ਾਂਤ ਜੀ, ਤੇ ਉਹਨਾਂ ਕੋਲੇ ਉਹ ਇਸ ਕਿਤਾਬ ਦੇ ਪਬਲਿਸ਼ਰ ਨੇ। ਦੋਨੋਂ ਕਿਤਾਬਾਂ ਦੇ ਮੇਰਿਆਂ ਦੇ ਕਵਿਤਾ ਵਾਲੀਆਂ ਤੁਸੀਂ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਹੈ। ਕਿਉਂ ਇੱਕ ਮੇਰੀ ਕਵਿਤਾ ਹੈ ਖਤ ਜੋ ਦਿੱਤੇ ਨਹੀਂ ਜਾਣੇ। ਖਤ ਜੋ ਦਿੱਤੇ ਨਹੀਂ ਜਾਣੇ ਕਵਿਤਾ ਹੈ ਕਿ ਜਦੋਂ ਕੁੜੀਆਂ ਮੈਥੋਂ ਪਿਆਰ ਭਰੇ ਖਤ ਮੰਗਦੀਆਂ ਸੀ, ਉਦੋਂ ਤਾਂ ਮੈਨੂੰ ਚਿੱਠੀ ਵੀ ਲਿਖਣੇ ਦੀ ਜਾਚ ਨਹੀਂ ਸੀ। ਜਦੋਂ ਕੁੜੀਆਂ ਮੈਥੋਂ ਪਿਆਰ ਭਰੇ ਖਤ ਮੰਗਦੀਆਂ ਸੀ, ਉਦੋਂ ਤਾਂ ਮੈਨੂੰ ਚਿੱਠੀ ਵੀ ਲਿਖਣੇ ਦੀ ਜਾਚ ਨਹੀਂ ਸੀ। ਹੁਣ ਜਦੋਂ ਮੈਂ ਪਿਆਰ ਭਰੇ ਖਤ ਲਿਖਣੇ ਸਿੱਖਿਆ, ਕੁੜੀਆਂ ਦੀ ਉਮਰ ਮੇਰੀਆਂ ਧੀਆਂ ਦੇ ਹਾਣ ਦੀ ਹੋ ਗਈ ਹੈ। ਮੇਰੀ ਇੱਕ ਕਵਿਤਾ ਸੀ ਕਿ ਮੈਂ ਅਕਸਰ ਉਹਨਾਂ ਥਾਵਾਂ ਨੂੰ ਸਜਦਾ ਕਰਕੇ ਮੁੜ ਆਉਂਦਾ ਹਾਂ। ਕਵਿਤਾ ਦਾ ਉਨਵਾਨ ਹੈ ਮੇਰਾ ਮੱਕਾ ਤੇ ਮਦੀਨਾ। ਮੈਂ ਅਕਸਰ ਉਹਨਾਂ ਥਾਵਾਂ ਨੂੰ ਸਜਦਾ ਕਰਕੇ ਮੁੜ ਆਉਂਦਾ ਹਾਂ, ਜਿੱਥੇ ਕਦੇ ਤੂੰ ਤੇ ਮੈਂ ਆਪਾਂ ਹੋਏ ਸਾਂ। ਸ਼ੁਕਰੀਆ ਰਾਜਕਮਲ ਜੀ, ਤੁਹਾਡੀ ਪਸੰਦੀਦਾ ਕਵਿਤਾ ਹੈ ਇਹ, ਮੈਨੂੰ ਪਤਾ ਹੈ। ਜਸਪਾਲ ਧਾਲੀਵਾਲ ਜੀ, ਤੁਹਾਡਾ ਵੀ ਸ਼ੁਕਰੀਆ। ਤੁਸੀਂ ਵਾਹ ਲਿਖ ਕੇ ਜੋ ਮੈਂ ਕਿਹਾ ਹੈਗਾ ਉਹਨੂੰ ਐਪਰੀਸ਼ੀਏਟ ਕੀਤਾ, ਬਹੁਤ ਬਹੁਤ ਸ਼ੁਕਰੀਆ।
ਮੇਰੀਆਂ ਜਿਹੜੀਆਂ ਕਵਿਤਾਵਾਂ ਨੇ ਨਾ, ਬਹੁਤੀਆਂ ਜਿਹੜੀਆਂ ਮੇਰੀਆਂ ਕਵਿਤਾਵਾਂ ਨੇ, ਮੈਂ ਕਹਿ ਸਕਦਾ ਹੈਗਾ ਲਗਭਗ 90% ਦੇ ਨੇੜੇ ਤੇੜੇ ਕਵਿਤਾਵਾਂ, ਉਹ ਨਾ ਬਹੁਤ ਆਪਾਂ ਜੇ ਕਹੀਏ ਸ਼ਬਦਾਂ ਦੇ ਪੱਖ ਤੋਂ ਤਾਂ ਬਹੁਤ ਘੱਟ ਸ਼ਬਦ ਜਿਹੜੇ ਨੇ ਮੈਂ ਉਹਨਾਂ ਕਵਿਤਾਵਾਂ ਦੇ ਵਿੱਚ ਵਰਤਦਾ ਹੈਗਾ। ਮੇਰੀਆਂ ਜਿਹੜੀਆਂ ਕਵਿਤਾਵਾਂ ਨੇ, ਜਿਵੇਂ ਕਿ ਤੁਸੀਂ ਆਹ ਜਿਹੜੀ ਕਿਤਾਬ ਦੇਖ ਰਹੇ ਹੋ ਨਾ, ਸਾਈਜ਼ ਵਾਈਜ਼ ਆਪਾਂ ਇਹ ਦੇਖੀਏ ਤਾਂ ਇਹ ਮਤਲਬ ਕਾफ़ੀ ਛੋਟੀ ਕਿਤਾਬ ਹੈ ਨਾ। ਇਹ ਜਿਹੜੀ ਇੰਨੀ ਛੋਟੀ ਕਿਤਾਬ ਹੈਗੀ ਹੈ, ਇਹ ਛੋਟੀ ਕਿਤਾਬ ਜਿਹੜੀ ਹੈਗੀ ਹੈ, ਹਾਂਜੀ, ਜਿਹੜੀ ਇਹ ਛੋਟੀ ਕਿਤਾਬ ਹੈ, ਇਹ ਛੋਟੀ ਕਿਤਾਬ ਇਸ ਕਰਕੇ ਹੈਗਾ ਕਿਉਂਕਿ ਮੇਰੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਕਾफ़ੀ ਛੋਟੀਆਂ ਛੋਟੀਆਂ ਨੇ। ਹਾਂਜੀ, ਇੱਕ ਦੋਸਤ ਨੇ ਕਿਹਾ ਹੈਗਾ ਕਿ ਜਿਹੜਾ ਕੈਮਰਾ ਹੈਗਾ, ਜੇ ਇਹਨੂੰ ਸਿੱਧਾ ਕਰ ਲਿਆ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਹੈਗੀ ਹੈ। ਤਾਂ ਮੈਨੂੰ ਅੱਧਾ ਸਕਿੰਟ ਦਿਓ, ਮੈਂ ਸਿੱਧਾ ਕਰਕੇ ਕੈਮਰਾ ਤੁਹਾਡੇ ਨਾਲ ਫਿਰ ਗੱਲਬਾਤ ਕਰਦਾ ਹੈਗਾ। ਹਾਂਜੀ, खोलो ना, मिनिमाइज कर दो बस। ਕੀ ਹੋ ਗਿਆ, ਪ੍ਰੋਬਲਮ ਕੀ ਹੈ? ਹਾਂਜੀ, ਕਰਨਾ ਕੀ ਹੈ चलो दो जी? हाँ जी, शुक्रिया बूटा दुनेवाला जी, शुक्रिया मेरे प्यारे अलिफ। अलिफ जिहड़ा हैगा ये मेरा विद्यार्थी रहा है ਜਦੋਂ मैं मोदी कॉलेज पटियाला ਦੇ ਵਿੱਚ ਪੜ੍ਹਾਉਂਦਾ ਹੁੰਦਾ ਸੀ ਉੱਥੇ, ਤੇ बड़ा ਚੰਗਾ लगता है ਇਹਨਾਂ ਦੇ ਨਾਲ ਵਿਚਰਦਿਆਂ, ਗੱਲਬਾਤ ਕਰਦਿਆਂ, ਇਹਨਾਂ ਦੇ ਨਾਲ ਕਵਿਤਾ ਨੂੰ ਕਹਿੰਦਿਆਂ ਬੜੀ ਖੁਸ਼ੀ ਹੁੰਦੀ ਹੈ। ਸੋ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਮੇਰੀਆਂ ਕਵਿਤਾਵਾਂ ਨੇ ਉਹ ਜਿਹੜੀਆਂ ਲੈਂਥ ਵਾਈਜ਼ ਆਪਾਂ ਕਹੀਏ ਬਹੁਤੀਆਂ ਲੰਮੀਆਂ ਨਹੀਂ ਹੈਗੀਆਂ, ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਜਿਹੜੀ ਹੈ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੈਗਾ। ਸੋ ਮੇਰੀਆਂ ਜਿਹੜੀਆਂ ਬਹੁਤੀਆਂ ਕਵਿਤਾਵਾਂ ਨੇ ਉਹ ਲਗਭਗ ਐਡੀਆਂ ਕੀ ਨੇ। ਦੋ ਚਾਰ ਹੋਰ ਛੋਟੀਆਂ ਕਵਿਤਾਵਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਹੈਗਾ। ਇੱਕ ਮੇਰੀ ਕਵਿਤਾ ਸੀ ਕਿ ਬਿਨ ਕਸਵੱਟੀ ਤੋਂ, ਕਵਿਤਾ ਦਾ ਸਰਲੇਖ ਸੀ ਬਿਨ ਕਸਵੱਟੀ ਤੋਂ। ਹਾਂਜੀ ਰਾਜਕਮਲ ਜੀ, ਅੱਛਾ ਰੋਸ਼ਨੀ ਪੈ ਰਹੀ ਹੈ। ਸਰਬਜੀਤ ਆ ਪਿੱਛੋਂ ਬੱਲਬ ਬੰਦ ਕਰੀ। ਹਾਂਜੀ ਰਾਜਕਮਲ ਜੀ, ਮੈਨੂੰ ਲੱਗਦਾ ਹੁਣ ਠੀਕ ਹੋ ਗਈ ਹੋਊਗੀ ਰੋਸ਼ਨੀ, ਜੇ ਹੋ ਗਈ ਹੈ ਤਾਂ ਮੈਨੂੰ ਦੱਸ ਦੇਣਾ। ਤਾਂ ਮੈਂ ਜਿਹੜੀ ਕਵਿਤਾ ਸੀ ਉਹਦਾ ਅਨੁਵਾਨ ਦੀ ਗੱਲ ਕਰ ਰਿਹਾ ਸੀ। ਕਵਿਤਾ ਦਾ ਅਨੁਵਾਨ ਹੈ ਬਿਨ ਕਸਵੱਟੀ ਤੋਂ। ਕਵਿਤਾ ਦਾ ਅਨੁਵਾਨ ਹੈ ਬਿਨ ਕਸਵੱਟੀ ਤੋਂ, ਤੇ ਕਵਿਤਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਕੋਈ ਹਿਸਾਬ ਕਿਤਾਬ ਨਹੀਂ ਕਰਦਾ। ਮੈਂ ਤੈਨੂੰ ਪਿਆਰ ਕਰਦਾ ਹਾਂ, ਕੋਈ ਹਿਸਾਬ ਕਿਤਾਬ ਨਹੀਂ ਕਰਦਾ, ਕਿ ਤੂੰ ਅਕਸਰ ਮੈਨੂੰ ਪੁੱਛਦੀ ਰਹਿੰਦੀ ਹੈ ਮੈਂ ਤੈਨੂੰ ਕਿੰਨਾ ਕੁ ਪਿਆਰ ਕਰਦਾ ਹਾਂ। ਇਸੇ ਤਰ੍ਹਾਂ ਇੱਕ ਮੇਰੀ ਕਵਿਤਾ ਸੀ, ਕਵਿਤਾ ਦਾ ਅਨੁਵਾਨ ਮੈਂ ਭੁੱਲ ਗਿਆ। ਕਵਿਤਾ ਸੀ ਕਿ ਮੈਂ ਤੇਰੇ ਤੋਂ ਥੋੜ੍ਹੀ ਦੂਰੀ ਰੱਖਦਾ ਹਾਂ ਅਕਸਰ, ਮੈਂ ਤੇਰੇ ਤੋਂ ਥੋੜ੍ਹੀ ਦੂਰੀ ਰੱਖਦਾ ਹਾਂ ਅਕਸਰ, ਕਿ ਅੱਖਾਂ ਦੇ ਬਹੁਤਾ ਨੇੜੇ ਕੀਤੀ ਕਿਤਾਬ ਵੀ ਪੜ੍ਹੀ ਨਹੀਂ ਜਾਂਦੀ। ਸੋ ਇਹ ਖਾਸ ਤੌਰ 'ਤੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਨੇ, ਇਹ ਉਸ ਦੌਰ ਦੀਆਂ ਕਵਿਤਾਵਾਂ ਨੇ ਜਿਸ ਦੌਰ ਦੇ ਵਿੱਚ ਮੈਂ ਹਲੇ ਹੌਲੀ ਹੌਲੀ ਜਵਾਨ ਹੋਣਾ ਸ਼ੁਰੂ ਹੋਇਆ ਸੀ, ਜਿਸ ਦੌਰ ਦੇ ਵਿੱਚ ਹੌਲੀ ਹੌਲੀ ਮੈਂ ਜਿਹੜੇ ਹੈਗੇ ਨੇ ਇੱਕ ਨਵੇਂ ਸੰਸਾਰ ਦੇ ਨਾਲ ਰੂਬਰੂ ਹੋਇਆ ਸੀ। ਜਦੋਂ ਮੈਂ ਕਾਲਜ ਦੇ ਵਿੱਚ ਗਿਆ ਸੀ, ਕਾਲਜ ਦੇ ਵਿੱਚ ਜਾਣ ਤੋਂ ਬਾਅਦ ਫਿਰ ਮੈਂ ਯੂਨੀਵਰਸਿਟੀ ਦੇ ਵਿੱਚ ਆਇਆ। ਇਹ ਜਿਹੜੀਆਂ ਮੇਰੀਆਂ ਸਾਰੀਆਂ ਕਵਿਤਾਵਾਂ ਨੇ ਇਹ ਉਸ ਵੇਲੇ ਦੀਆਂ ਨੇ। हाँ ठीक है, शुक्रिया जी लक्की जी, शुक्रिया रजिंदर जी, बहुत बहुत शुक्रिया जीवन मित्तल जी, बहुत बहुत शुक्रिया। शुक्रिया मेरे प्यारे अलिफ। पाली सिद्धू ਵੀਰੇ शुक्रिया ਤੁਹਾਡਾ, ਤੁਸੀਂ ਪਸੰਦ ਕੀਤਾ ਜੇ ਮੇਰੀਆਂ ਰਚਨਾਵਾਂ ਨੂੰ। ਹਾਂਜੀ ਬੂਟਾ ਜੀ ਉਹੀ ਗੱਲ ਕਰ ਰਿਹਾ ਸੀ ਕਿ ਮੈਂ ਤੇਰੇ ਤੋਂ ਥੋੜ੍ਹੀ ਦੂਰੀ ਰੱਖਦਾ ਹਾਂ ਅਕਸਰ, ਕਿ ਅੱਖਾਂ ਦੇ ਬਹੁਤਾ ਨੇੜੇ ਕੀਤੀ ਕਿਤਾਬ ਵੀ ਪੜ੍ਹੀ ਨਹੀਂ ਜਾਂਦੀ। ਆਮ ਤੌਰ 'ਤੇ ਅਸੀਂ ਗੱਲਬਾਤ ਕਰਦੇ ਹਾਂ ਕਿ ਰਿਲੇਸ਼ਨਸ ਦੇ ਦੌਰਾਨ, ਰਿਲੇਸ਼ਨ ਦੇ ਵਿੱਚ ਸਾਨੂੰ ਇੱਕ ਸਪੇਸ ਚਾਹੀਦੀ ਹੁੰਦੀ ਹੈ, ਇੱਕ ਸਪੇਸ ਲੋੜੀਂਦੀ ਹੁੰਦੀ ਹੈ। ਭਾਵੇਂ ਕਿੰਨੇ ਵੀ ਨੇੜੇ ਦਾ ਰਿਲੇਸ਼ਨ ਕਿਉਂ ਨਾ ਹੋਵੇ, ਭਾਵੇਂ ਉਹ ਇੱਕ ਪਤੀ ਪਤਨੀ ਦਾ ਰਿਲੇਸ਼ਨ ਹੈ, ਭਾਵੇਂ ਉਹ ਇੱਕ ਮਾਂ ਪੁੱਤ ਦਾ ਰਿਲੇਸ਼ਨ ਹੈ, ਭੈਣ ਭਾਈ ਦਾ ਰਿਲੇਸ਼ਨ ਹੈ, ਆਸ਼ਿਕ ਮਸ਼ੂਕ ਦਾ ਰਿਲੇਸ਼ਨ ਹੈ,
ਉਹਨਾਂ ਦੇ ਵਿੱਚ ਨਾ ਇੱਕ 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 ਸਪੇਸ ਜ਼ਰੂਰ ਚਾਹੀਦੀ ਹੁੰਦੀ ਹੈ। ਉਹ ਸਪੇਸ ਜਿਹਦੇ ਵਿੱਚ ਕਿ ਉਹ ਜਿਹੜੇ ਦੋਨੋਂ ਸ਼ਖਸ ਹੈਗੇ ਨੇ ਉਹਨਾਂ ਦੋਹਾਂ ਸ਼ਖਸਾਂ ਦਾ ਇੱਕ ਸਾਂਝਾ ਪੁਲ ਉਸਰ ਸਕੇ। ਉਹ ਜਗ੍ਹਾ, ਉਹ ਸਪੇਸ, ਖਾਲੀ ਥਾਂ ਜਿੱਥੇ ਕਿ ਇੱਕ ਮੰਚ ਜਿਹੜਾ ਹੈਗਾ ਦੋਹਾਂ ਵਾਸਤੇ ਸਾਂਝਾ ਤਿਆਰ ਹੋ ਸਕੇ। ਸਮੱਸਿਆ ਉਦੋਂ ਆਉਂਦੀ ਹੈਗੀ ਹੈ ਕਿ ਜਦੋਂ ਅਸੀਂ ਕਹਿ ਸਕਦੇ ਹਾਂ ਕਿ ਨਿੱਜਤਾ ਦੇ ਨਾਂ 'ਤੇ ਅਸੀਂ ਕਿਸੇ ਦੂਜੇ ਦੀ ਜਿਹੜੀ ਸਪੇਸ ਹੈ ਉਹਨੂੰ ਹਾਈਜੈਕ ਕਰ ਲੈਂਦੇ ਹੈਗੇ ਹਾਂ। ਖਾਸ ਤੌਰ 'ਤੇ ਜਿਹੜਾ ਪਤੀ ਪਤਨੀ ਵਾਲਾ ਜਿਹੜਾ ਮਾਮਲਾ ਹੁੰਦਾ, ਮੈਂ ਅਕਸਰ ਉਹ ਮਾਮਲਿਆਂ ਦੇ ਵਿੱਚ ਦੇਖਿਆ ਹੈਗਾ, ਆਸ਼ਕ ਮਸ਼ੂਕ ਵਾਲੇ ਮਾਮਲੇ 'ਚ ਵੀ ਇਹੀ ਹੁੰਦਾ ਕਿ ਪਤੀ ਜਾਂ ਪਤਨੀ ਅਕਸਰ ਇਹ ਚਾਹੁੰਦੇ ਹੁੰਦੇ ਨੇ ਕਿ ਉਹਨਾਂ ਦੋਹਾਂ ਦੇ ਵਿਚਕਾਰ ਕਿਸੇ ਵੀ ਢੰਗ ਦੀ ਕੋਈ ਸਪੇਸ ਨਾ ਰਹੇ। ਹੁਣ ਹੁੰਦਾ ਕੀ ਹੈਗਾ ਕਿ ਜਦੋਂ ਵੀ ਇੱਕ ਸਪੇਸ ਉਹਨਾਂ ਦੋਹਾਂ ਦੇ ਵਿਚਕਾਰੋਂ ਖਤਮ ਹੋ ਜਾਂਦੀ ਹੈਗੀ ਹੈ ਤਾਂ ਕੀ ਹੁੰਦਾ ਹੈ ਕਿ ਜਿਵੇਂ ਮੈਂ ਆਪਣੀ ਕਵਿਤਾ ਰਾਹੀਂ ਦੱਸਿਆ ਹੈਗਾ ਕਿ ਅੱਖਾਂ ਦੇ ਬਹੁਤਾ ਨੇੜੀ ਕੀਤੀ ਕਿਤਾਬ ਵੀ ਪੜ੍ਹੀ ਨਹੀਂ ਜਾਂਦੀ ਹੈਗੀ। ਤਾਂ ਜਦੋਂ ਅਸੀਂ ਬਿਨਾਂ ਕਿਸੇ ਡਿਸਟੈਂਸ ਤੋਂ ਕਿਸੇ ਵੀ ਥਿੰਗ ਨੂੰ, ਕਿਸੇ ਵੀ ਵਿਅਕਤੀ ਨੂੰ, ਵਸਤ ਨੂੰ, ਵਰਤਾਰੇ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਿਹੜੀਆਂ ਸਾਡੀਆਂ ਅੱਖਾਂ ਨੇ ਉਹਨਾਂ ਦੇ ਵਿੱਚ ਕਾਣ ਆ ਜਾਂਦਾ ਹੈਗਾ, ਜਾਂ ਸਾਡਾ ਜਿਹੜਾ ਦੇਖਣਾ ਹੈ ਧੁੰਦਲਾ ਹੋ ਜਾਂਦਾ ਹੈ ਨਾ। ਜੇ ਇਹਨੂੰ ਪ੍ਰੈਕਟੀਕਲੀ ਦੇਖੀਏ, ਆਬਜੈਕਟਿਵ ਤੌਰ ਤੇ ਦੇਖੀਏ ਤਾਂ ਵੀ ਇਹ ਗੱਲ ਬਿਲਕੁਲ ਦਰੁਸਤ ਹੈ। ਜੇ ਇਹਨੂੰ ਰਿਸ਼ਤਿਆਂ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਵੀ ਇਹ ਗੱਲ ਬਿਲਕੁਲ ਜਿਹੜੀ ਹੈ ਦਰੁਸਤ ਜਾਪਦੀ ਹੈਗੀ ਹੈ ਮੈਨੂੰ। ਹਾਂਜੀ, ਬੁੱਟਾ ਜੀ ਨੇ ਕਿਹਾ ਕਿ ਜੇਕਰ ਜ਼ਿਆਦਾ ਸਮਾਂ ਹੱਥ ਮਿਲਾ ਕੇ ਰੱਖੇ ਜਾਣ ਤਾਂ ਉਹਨਾਂ ਨੂੰ ਪਸੀਨਾ ਆ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ ਬੁੱਟਾ ਜੀ ਕਿ ਸਾਨੂੰ ਕੁਛ ਨਾ ਕੁਛ ਇੱਕ ਸਪੇਸ ਤਾਂ ਚਾਹੀਦੀ ਹੁੰਦੀ ਹੈ ਨਾ, ਇੱਕ ਸਪੇਸ ਚਾਹੀਦੀ ਹੁੰਦੀ ਹੈ। ਉਹ ਸਪੇਸ ਜਿਹੜਾ ਕਿ ਇੱਕ ਸਾਂਝਾ ਮੰਚ ਬਣਦਾ ਹੈਗਾ ਦੋਹਾਂ ਧਿਰਾਂ ਵਾਸਤੇ, ਹੈ ਨਾ। ਇੱਕ ਬਹੁਤ ਵਧੀਆ ਵਿਦਵਾਨ ਹੈ, ਉਹਦਾ ਨਾਮ ਹੈ ਜੌਨ ਗਰੇ। ਜੌਨ ਗਰੇ ਦੀ ਇੱਕ ਕਿਤਾਬ ਹੈ, ਅੰਗਰੇਜ਼ੀ ਦੇ ਵਿੱਚ ਸੀ ਉਹ ਕਿਤਾਬ ਕਿ ਮੈਨ ਆਰ ਫਰੋਮ ਮਾਰਸ, ਵੀਮਨ ਆਰ ਫਰੋਮ ਵੀਨਸ। ਵਰਲਡ ਵਾਈਡ ਕਿਤਾਬ ਹੈ, ਬਹੁਤ ਛਪੀ ਹੈ, ਬਹੁਤ ਪੜ੍ਹੀ ਗਈ ਹੈਗੀ ਹੈ। ਮੈਂ ਅਕਸਰ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਜਾਣੂਆਂ ਨੂੰ ਇਹ ਕਿਤਾਬ ਜਿਹੜੀ ਹੈ ਪੜ੍ਹਨ ਦੀ ਮੈਂ ਸਲਾਹ ਜ਼ਰੂਰ ਦਿੰਦਾ ਹੁੰਦਾ। ਜਿਨ੍ਹਾਂ ਦਾ ਵਿਆਹ ਹੋ ਗਿਆ ਮੈਂ ਉਹਨਾਂ ਨੂੰ ਵੀ ਸਲਾਹ ਦਿੰਦਾ ਉਹ ਕਿਤਾਬ ਪੜ੍ਹਨ ਦੀ, ਤੇ ਜਿਨ੍ਹਾਂ ਦਾ ਵਿਆਹ ਹਾਲੇ ਤੱਕ ਨਹੀਂ ਹੋਇਆ, ਜਿਨ੍ਹਾਂ ਨੇ ਹਾਲੇ ਵਿਆਹ ਕਰਨਾ, ਮੈਂ ਉਹਨਾਂ ਨੂੰ ਵੀ ਸਲਾਹ ਦਿੰਦਾ ਹੁੰਦਾ ਕਿ ਬਈ ਉਹ ਜਿਹੜੀ ਕਿਤਾਬ ਹੈ ਉਹ ਤੁਹਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਿਤਾਬ ਜੌਨ ਗਰੇ ਦੀ ਲਿਖੀ ਹੋਈ ਕਿਤਾਬ ਹੈ ਮੈਨ ਆਰ ਫਰੋਮ ਮਾਰਸ, ਵੀਮਨ ਆਰ ਫਰੋਮ ਵੀਨਸ। ਇਹ ਕਿਤਾਬ ਦੇ ਵਿੱਚ ਕੀ ਹੈ ਕਿ ਜਿਹੜਾ ਲੇਖਕ ਹੈ ਉਹ ਇਹ ਦੱਸਦਾ ਹੈਗਾ ਕਿ ਜਿਹੜਾ ਇੱਕ ਮਰਦ ਤੇ ਔਰਤ ਦੇ ਵਿੱਚ ਇੱਕ ਆਮ ਤੌਰ ਤੇ ਇੱਕ ਕਲੈਸ਼ ਰਹਿੰਦਾ ਹੈਗਾ, ਖਾਸ ਤੌਰ ਤੇ ਉਹਨਾਂ ਰਿਸ਼ਤਿਆਂ ਦੇ ਵਿੱਚ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਜਿਹੜੇ ਖੂਨ ਦੇ ਰਿਸ਼ਤੇ ਨਹੀਂ ਹੁੰਦੇ ਕਿਸੇ ਵੀ ਮਰਦ ਜਾਂ ਔਰਤ ਦੇ, ਹੈ ਨਾ। ਉਹ ਰਿਸ਼ਤਿਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੋਸਤੀ ਦਾ ਰਿਸ਼ਤਾ ਜਿਹੜਾ ਹੈਗਾ, ਇਸ਼ਕ ਦਾ, ਜਾਂ ਜਿਹੜਾ ਪਤੀ ਪਤਨੀ ਵਾਲਾ ਰਿਸ਼ਤਾ ਹੈਗਾ, ਉਹ ਕਹਿੰਦਾ ਕਿ ਬਈ ਉਹ ਇਹਨਾਂ ਦੋਹਾਂ ਦੇ ਵਿੱਚ ਅਕਸਰ ਜਿਹੜਾ ਹੈਗਾ ਕਲੈਸ਼ ਚੱਲਦਾ ਰਹਿੰਦਾ ਹੈਗਾ। ਉਹ ਕਲੈਸ਼ ਕਿਉਂ ਹੁੰਦਾ ਹੈਗਾ, ਉਹ ਕਲੈਸ਼ ਦੇ ਕੀ ਕਾਰਨ ਹੋ ਸਕਦੇ ਨੇ, ਜੌਨ ਗਰੇ ਨੇ ਆਪਣੀ ਕਿਤਾਬ ਮੈਨ ਆਰ ਫਰੋਮ ਮਾਰਸ, ਵੀਮਨ ਆਰ ਫਰੋਮ ਵੀਨਸ ਦੇ ਵਿੱਚ ਬਹੁਤ ਖੂਬਸੂਰਤ ਢੰਗ ਦੇ ਨਾਲ ਡਿਸਕਸ਼ਨ ਕੀਤੀ ਹੈ। ਅਸੀਂ ਜਦੋਂ ਵੀ ਉਹ ਕਿਤਾਬ ਪੜ੍ਹਦੇ ਹੈਗੇ ਹਾਂ ਤਾਂ ਘੱਟੋ ਘੱਟ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਜੇ ਇੱਕ ਬੰਦਾ ਰਿਐਕਟ ਕਰਦਾ ਹੈਗਾ ਜਿਸ ਵੀ ਢੰਗ ਦੇ ਨਾਲ, ਉਹ ਉਸ ਢੰਗ ਦੇ ਨਾਲ ਰਿਐਕਟ ਕਿਉਂ ਕਰ ਰਿਹਾ ਹੈ। ਜੇ ਇੱਕ ਔਰਤ ਕਿਸੇ ਢੰਗ ਨਾਲ ਰਿਐਕਟ ਕਰਦੀ ਹੈ ਤਾਂ ਉਹ ਉਸ ਢੰਗ ਦੇ ਨਾਲ ਰਿਐਕਟ ਕਿਉਂ ਕਰ ਰਹੀ ਹੈ ਨਾ। ਸ਼ੁਕਰੀਆ ਸੁਖਵਿੰਦਰ ਵੀਰ, ਸੌਰੀ। ਮੈਂ ਉਸ ਜਿਹੜੀ ਕਿਤਾਬ ਹੈ ਉਸ ਕਿਤਾਬ ਦੇ ਵਿੱਚੋਂ ਨਾ ਇੱਕ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਤਾਂ ਕਿ ਤੁਸੀਂ ਸਮਝ ਸਕੋ ਉਸ ਜਿਹੜੀ ਕਿਤਾਬ ਹੈ ਉਹਦਾ ਮਹੱਤਵ ਕੀ ਹੈ। ਜੌਨ ਗਰੇ ਕਹਿੰਦਾ ਕਿ ਮੰਨ ਲਓ ਕਿ ਕਲਪਨਾ ਕਰ ਲਓ ਕਿ ਇਹ ਜਿਹੜੇ ਬੰਦਾ ਤੇ ਤੀਵੀਂ, ਮਰਦ ਤੇ ਜਨਾਨੀ, ਇਹ ਦੋਵੇਂ ਅਲੱਗ-ਅਲੱਗ ਗ੍ਰਹਿ ਤੇ ਰਹਿ ਰਹੇ ਨੇ। ਇਹ ਦੋਵੇਂ ਅਲੱਗ-ਅਲੱਗ ਗ੍ਰਹਿ ਤੋਂ ਇਕੱਠੇ ਆ ਕੇ ਪ੍ਰਿਥਵੀ ਤੇ ਇਹ ਇਕੱਠੇ ਆ ਕੇ ਰਹਿਣ ਲੱਗ ਪਏ। ਹੁਣ ਉਹ ਕਹਿੰਦਾ ਕਿ ਜਿਹੜੇ ਗ੍ਰਹਿ ਤੋਂ ਮਰਦ ਆਇਆ, ਮਾਰਸ ਤੋਂ ਉਹ ਮਰਦ ਆਇਆ ਹੈਗਾ, ਉਸ ਗ੍ਰਹਿ ਦੇ ਵਿੱਚ ਜਿਹੜੀਆਂ ਰਹਿਣ ਦੀਆਂ ਪ੍ਰਸਥਿਤੀਆਂ ਨੇ, ਜਿਸ ਤਰ੍ਹਾਂ ਦਾ ਉਸ ਗ੍ਰਹਿ ਦਾ ਸੱਭਿਆਚਾਰ ਹੈ, ਜਿਸ ਤਰ੍ਹਾਂ ਦੀ ਉਸ ਗ੍ਰਹਿ ਦੇ ਵਿੱਚ ਮਨੁੱਖ ਨੂੰ ਰਹਿਣ ਸਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈਗੀ ਹੈ, ਮਰਦ ਉਹਨਾਂ ਸਿੱਖਿਆਵਾਂ ਦੇ ਨਾਲ ਇਹ ਲੈਸ ਹੈਗਾ। ਹਾਂਜੀ ਬਲਕਾਰ ਵੀਰੇ, ਸ਼ੁਕਰੀਆ, ਤੁਸੀਂ ਦੱਸਿਆ ਕਿ ਇਹ ਕਿਤਾਬ ਤੁਸੀਂ ਪੜ੍ਹੀ ਹੋਈ ਹੈ, ਬਹੁਤ ਬਹੁਤ ਸ਼ੁਕਰੀਆ। ਤੇ
ਉਹ ਕਹਿੰਦਾ ਕਿ ਉਵੇਂ ਹੀ ਜਿਹੜੀਆਂ ਔਰਤਾਂ ਵੀਨਸ ਤੇ ਰਹਿੰਦੀਆਂ ਨੇ ਉਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਸੱਭਿਆਚਾਰ ਹੈਗਾ, ਉਹ ਅਲੱਗ ਤਰ੍ਹਾਂ ਦੀਆਂ ਸਿੱਖਿਆਵਾਂ ਲੈ ਕੇ ਅਲੱਗ ਤਰ੍ਹਾਂ ਦੇ ਇੱਕ ਐਟਮੋਸਫੇਅਰ ਚੌਗਿਰਦੇ ਦੇ ਵਿੱਚ ਪਲਦੀਆਂ ਨੇ ਤੇ ਉਹ ਉਸੇ ਢੰਗ ਦੇ ਨਾਲ ਜਿਹੜਾ ਹੈਗਾ ਬਿਲਡਅਪ ਹੁੰਦੀਆਂ ਨੇ। ਹੁਣ ਅੱਗੇ ਕੀ ਵਾਪਰਦਾ ਕਿ ਜਦੋਂ ਮਰਦ ਤੇ ਔਰਤ ਅਲੱਗ-ਅਲੱਗ ਗ੍ਰਹਿ ਤੇ ਇਕੱਠੇ ਹੁੰਦੇ ਨੇ, ਅਲੱਗ-ਅਲੱਗ ਗ੍ਰਹਿ ਤੇ ਇਕੱਠੇ ਹੋਣ ਤੋਂ ਬਾਅਦ ਉਹ ਮਤਲਬ ਇੱਕ ਆ ਕੇ ਗ੍ਰਹਿ ਤੇ ਰਹਿਣ ਲੱਗ ਪੈਂਦੇ ਨੇ। ਕਿਹੜਾ ਗ੍ਰਹਿ? ਉਹ ਪ੍ਰਿਥਵੀ ਹੈਗਾ। ਹੁਣ ਉਹ ਕਹਿੰਦਾ ਕਿ ਬਈ ਇੱਕ ਮਰਦ ਹੈ ਜਿਹੜਾ ਕਿ ਮਾਰਸ ਤੋਂ ਆਇਆ, ਇੱਕ ਔਰਤ ਹੈ ਜਿਹੜੀ ਕਿ ਵੀਨਸ ਤੋਂ ਆਈ ਹੈਗੀ ਹੈ, ਜਿਨ੍ਹਾਂ ਦੀਆਂ ਦੋਹਾਂ ਦੀਆਂ ਆਦਤਾਂ ਬਿਲਕੁਲ ਵੱਖੋ ਵੱਖਰੀਆਂ ਨੇ, ਦੋਨਾਂ ਦੇ ਸੋਚਣ ਢੰਗ ਬਿਲਕੁਲ ਵੱਖੋ ਵੱਖਰੇ ਨੇ, ਦੋਨਾਂ ਦੇ ਰਿਐਕਟ ਕਰਨ ਦੇ ਢੰਗ ਬਿਲਕੁਲ ਵੱਖੋ ਵੱਖਰੇ ਨੇ। ਹੁਣ ਉਹਨਾਂ ਦੋਹਾਂ ਨੂੰ ਇੱਕ ਗ੍ਰਹਿ ਤੇ ਇਕੱਠਾ ਕਰਤਾ। ਗ੍ਰਹਿ ਤੇ ਇਕੱਠਾ ਕਰਨ ਤੋਂ ਬਾਅਦ ਕੀ ਵਾਪਰਦਾ ਹੈਗਾ ਕਿ ਔਰਤ ਤੇ ਮਰਦ ਨੂੰ ਜਦੋਂ ਇਕੱਠਾ ਰਹਿਣਾ ਪੈਂਦਾ ਹੈਗਾ ਤਾਂ ਉਹ ਆਪਣੇ ਗ੍ਰਹਿ ਤੋਂ, ਜਿਹੜੇ ਪੁਰਾਣੇ ਗ੍ਰਹਿ ਤੋਂ ਉਹ ਸਾਰਾ ਕੁਝ ਸਿੱਖ ਕੇ ਆਏ ਨੇ, ਉਹ ਉਸੇ ਦੇ ਅਕੋਰਡਿੰਗ ਹੀ ਆਪਣੀ ਜ਼ਿੰਦਗੀ ਨੂੰ, ਅੱਗੇ ਦੀ ਜ਼ਿੰਦਗੀ ਨੂੰ ਜਿਹੜਾ ਹੈਗਾ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਠੀਕ ਹੈ ਜੀ। ਹੁਣ ਕੀ ਵਾਪਰਦਾ? ਵਾਪਰਦਾ ਇਹ ਹੈਗਾ ਕਿ ਮਰਦ ਜਿਸ ਢੰਗ ਦੇ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ, ਉਹ ਔਰਤ ਨੂੰ ਉਹਦੇ ਜਿਹੜੇ ਉਹ ਢੰਗ ਨੇ ਉਹ ਪਸੰਦ ਨਹੀਂ ਆਉਂਦੇ ਹੈਗੇ, ਤੇ ਔਰਤ ਜਿਸ ਢੰਗ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੀ ਹੈ ਉਹ ਢੰਗ ਜਿਹੜੇ ਨੇ ਉਹ ਮਰਦ ਨੂੰ ਜਿਹੜੇ ਹੈਗੇ ਨੇ ਪਸੰਦ ਨਹੀਂ ਆਉਂਦੇ ਹੈਗੇ। ਠੀਕ ਹੈ ਜੀ। ਹੁਣ ਜਿਹੜਾ ਜੌਨ ਗਰੇ ਹੈ ਉਹ ਕਹਿੰਦਾ ਹੈ ਕਿ ਭਾਈ ਜਿਵੇਂ ਕਿ ਜਿਹੜਾ ਮੰਗਲ ਗ੍ਰਹਿ ਤੇ ਰਹਿੰਦਾ ਹੋਇਆ ਮਰਦ ਹੈ ਉਹ ਇਹ ਸੋਚਦਾ ਹੈ, ਉਹਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈਗੀ ਹੈ, ਉਹਦੀਆਂ ਸਿੱਖਿਆਵਾਂ ਇਸ ਢੰਗ ਦੀਆਂ ਨੇ ਕਿ ਜਦੋਂ ਵੀ ਕਦੇ ਤੁਹਾਨੂੰ ਕੋਈ ਮੁਸੀਬਤ ਪਵੇ, ਕੋਈ ਵੀ ਸਮੱਸਿਆ, ਵਿਸੰਗਤੀ, ਔਕੜ ਤੁਹਾਨੂੰ ਆਵੇ ਤਾਂ ਤੁਸੀਂ ਆਪਣੀ ਗੁਫਾ ਦੇ ਵਿੱਚ ਚਲੇ ਜਾਓ, ਉੱਥੇ ਜਾ ਕੇ ਸੋਚੋ, ਵਿਚਾਰੋ ਤੇ ਉਸ ਸਮੱਸਿਆ ਦਾ ਹੱਲ ਲੱਭੋ। ਦੂਜੇ ਪਾਸੇ ਜਿਹੜੀਆਂ ਵੀਨਸ ਗ੍ਰਹਿ ਤੇ ਰਹਿਣ ਵਾਲੀਆਂ ਔਰਤਾਂ ਨੇ, ਉੱਥੇ ਕਹਿੰਦੇ ਕਿ ਜਦੋਂ ਵੀ ਤੁਹਾਨੂੰ ਕੋਈ ਔਕੜ ਆਵੇ, ਮੁਸੀਬਤ ਆਵੇ, ਵਿਸੰਗਤੀ ਆਵੇ ਤਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇਕੱਠੇ ਹੋ ਕੇ ਗਰੁੱਪ ਦੇ ਵਿੱਚ ਉਸ ਸਮੱਸਿਆ ਬਾਰੇ, ਵਿਸੰਗਤੀ ਬਾਰੇ ਜਿਹੜੀ ਹੈ ਡਿਸਕਸ਼ਨ ਕਰਨੀ ਸ਼ੁਰੂ ਕਰ ਦੇਣੀ ਹੈ। ਜਦੋਂ ਤੁਸੀਂ ਡਿਸਕਸ਼ਨ ਕਰੋਗੇ ਤਾਂ ਕੀ ਹੋਊਗਾ ਕਿ ਉਹਦੇ ਤੁਹਾਨੂੰ ਵੱਖ-ਵੱਖ ਹੱਲ ਮਿਲਣੇ ਸ਼ੁਰੂ ਹੋਣਗੇ। ਉਹਨਾਂ ਹੱਲਾਂ ਦੇ ਨਾਲ ਤੁਸੀਂ ਇੱਕ ਜਿਹੜਾ ਸਾਰਥਕ ਹੱਲ ਲੱਭ ਕੇ ਉਸ ਸਮੱਸਿਆ, ਵਿਸੰਗਤੀ ਨੂੰ, ਔਕੜ ਨੂੰ ਹੱਲ ਕਰ ਲਓਗੇ। ਹੁਣ ਦੋਹਾਂ ਦੇ ਸੋਚਣ ਢੰਗ ਬਿਲਕੁਲ ਵੱਖੋ ਵੱਖਰੇ ਨੇ। ਮਰਦ ਨੂੰ ਕੋਈ ਔਕੜ ਮੁਸੀਬਤ ਆਉਂਦੀ ਹੈਗੀ ਹੈ ਤਾਂ ਉਹ ਗੁਫਾ ਦੇ ਵਿੱਚ ਚਲਾ ਜਾਂਦਾ ਸੀ। ਔਰਤ ਨੂੰ ਜਦੋਂ ਔਕੜ ਮੁਸੀਬਤ ਆਉਂਦੀ ਸੀ ਤਾਂ ਉਹ ਕੀ ਕਰਦੀ ਸੀ ਕਿ ਆਪਣੇ ਜਿਹੜੇ ਚੁਗਿਰਦੇ ਦੇ ਵਿੱਚ ਜਿਹੜੇ ਵੀ ਹੈਗੇ ਨੇ ਲੋਕ, ਉਹਨਾਂ ਦੇ ਨਾਲ ਉਹ ਡਿਸਕਸ਼ਨ ਕਰਦੀ ਸੀ। ਹੁਣ ਜਦੋਂ ਇਹ ਪ੍ਰਿਥਵੀ ਤੇ ਇਕੱਠੇ ਹੋ ਗਏ ਨੇ ਤਾਂ ਮਰਦ ਉਵੇਂ ਹੀ ਉਸੇ ਢੰਗ ਨਾਲ ਰਿਐਕਟ ਕਰ ਰਿਹਾ ਜਿਵੇਂ ਕਿ ਉਹ ਮਾਰਸ ਤੇ ਕਰਦਾ ਹੁੰਦਾ ਸੀ, ਤੇ ਔਰਤ ਉਸੇ ਢੰਗ ਨਾਲ ਰਿਐਕਟ ਕਰ ਰਹੀ ਹੈ ਜਿਵੇਂ ਉਹ ਵੀਨਸ ਤੇ ਕਰਦੀ ਹੁੰਦੀ ਸੀ। ਤਾਂ ਕੀ ਹੁੰਦਾ ਹੈ ਕਿ ਜਦੋਂ ਵੀ ਮਰਦ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਔਰਤ ਇਹ ਚਾਹੁੰਦੀ ਹੈ ਕਿ ਬਈ ਇਹ ਬੰਦਾ ਮੇਰੇ ਨਾਲ ਡਿਸਕਸ਼ਨ ਕਿਉਂ ਨਹੀਂ ਕਰਦਾ ਹੈਗਾ, ਇਹ ਸੰਨਿਆਸ ਲੈ ਕੇ ਆਪਣੀ ਜਿਹੜੀ ਗੁਫਾ ਦੇ ਅੰਦਰ ਜਾ ਕੇ ਕਿਉਂ ਵੜ ਜਾਂਦਾ ਹੈ। ਮਰਦ ਇਹ ਸੋਚਦਾ ਹੈ ਕਿ ਜਦੋਂ ਵੀ ਮੇਰੀ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਇਹ ਸਮੱਸਿਆ ਮੇਰੇ ਵਾਂਗੂ ਹੱਲ ਕਿਉਂ ਨਹੀਂ ਕਰ ਲੈਂਦੀ, ਇਹ ਕਿਉਂ ਨਹੀਂ ਆਪਣੇ ਅੰਦਰ ਮਨ ਦੀ ਗੁਫਾ ਦੇ ਵਿੱਚ ਉਤਰਦੀ ਤੇ ਉੱਥੇ ਜਾ ਕੇ ਉਹਨੂੰ ਸੋਲਵ ਕਿਉਂ ਨਹੀਂ ਕਰ ਲੈਂਦੀ, ਇਹ ਮੈਨੂੰ ਕਿਉਂ ਦੱਸਦੀ ਫਿਰਦੀ ਹੈ, ਇਹ ਸਾਰਿਆਂ ਨੂੰ ਕਿਉਂ ਦੱਸਦੀ ਫਿਰਦੀ ਹੈ। ਠੀਕ ਹੈ। ਤਾਂ ਹੁਣ ਜੌਨ ਗਰੇ ਇਹ ਜਿਹੜੀ ਮਤਲਬ ਇਹ ਕਲਪਨਾ ਹੈ, ਇਹ ਸੱਚਾਈ ਨਹੀਂ ਹੈਗੀ ਕਿ ਬੰਦਾ ਮਾਰਸ ਤੋਂ ਆਇਆ ਹੈਗਾ ਤੇ ਜਿਹੜੀ ਔਰਤ ਹੈ ਉਹ ਵੀਨਸ ਤੋਂ ਆਈ ਹੈਗੀ ਹੈ। ਇਹ ਨਿਰੀ ਕਲਪਨਾ ਹੈ ਜੌਨ ਗਰੇ ਦੀ, ਪਰ ਉਹ ਇਸ ਕਲਪਨਾ ਨੂੰ ਇੱਕ ਆਧਾਰ ਦਿੰਦਾ ਹੈਗਾ। ਉਹ ਕਹਿੰਦਾ ਕਿ ਬਈ ਹੁਣ ਜਦੋਂ ਪ੍ਰਿਥਵੀ ਤੇ ਇਹ ਇਕੱਠੇ ਨੇ ਤਾਂ ਇਹਨਾਂ ਦੋਹਾਂ ਦੇ ਸੋਚਣ ਢੰਗ ਵੱਖੋ ਵੱਖਰੇ ਹੋਣ ਕਰਕੇ ਇਹਨਾਂ ਦੋਹਾਂ ਦੇ ਵਿੱਚ ਕਲੈਸ਼ ਪੈਦਾ ਹੁੰਦਾ ਹੈਗਾ। ਹੁਣ ਉਹ ਜਿਹੜਾ ਕਲੈਸ਼ ਹੈ, ਉਹ ਕਲੈਸ਼ ਤੋਂ ਬਚਣ ਵਾਸਤੇ ਉਹ ਦੱਸਦਾ ਹੈ ਕਿ ਬੰਦੇ ਨੂੰ ਥੋੜਾ ਜਿਹਾ ਔਰਤ ਵਾਂਗੂ ਸੋਚਣਾ ਚਾਹੀਦਾ ਕਿ ਜੇ ਔਰਤ ਉਹਦੇ ਕੋਲੇ ਸਮੱਸਿਆ ਲੈ ਕੇ ਆਉਂਦੀ ਹੈ ਤਾਂ ਉਹਦੇ ਨਾਲ ਉਹਨੂੰ ਡਿਸਕਸ਼ਨ ਕਰ ਲੈਣੀ ਚਾਹੀਦੀ ਹੈ, ਤੇ ਔਰਤ ਨੂੰ ਮਰਦ ਦੇ ਇਸ ਢੰਗ ਦੀ ਕਦਰ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਇਹਨੂੰ ਸਮੱਸਿਆ ਹੁੰਦੀ ਹੈ ਤਾਂ ਇਹ ਗੁਫਾ ਦੇ ਵਿੱਚ ਚਲਾ ਜਾਂਦਾ ਤਾਂ ਉਹਨੂੰ ਉਹ ਗੁਫਾ ਦੇ ਵਿੱਚ ਚਲੇ ਜਾਣ ਦੇਵੇ ਤੇ ਬਾਅਦ ਦੇ ਵਿੱਚ ਉਹਦੇ ਨਾਲ ਡਿਸਕਸ਼ਨ ਕਰ ਲਵੇ। ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ, ਆਪਣੀ ਗੱਲ ਚੱਲੀ ਸੀ ਇੱਕ ਮੇਰੀ ਜਿਹੜੀ ਕਵਿਤਾ ਸੀ ਹਨਾ, ਉਹਦੇ ਤੋਂ ਕਿ ਰਿਲੇਸ਼ਨਸ ਦੇ ਵਿੱਚ ਇੱਕ ਸਪੇਸ ਹੈ, ਉਹ ਸਪੇਸ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਪਰ ਇਹਦੇ ਨਾਲ ਹੀ ਇੱਕ ਮਹੱਤਵਪੂਰਨ ਗੱਲ ਮੈਂ ਹੋਰ ਇਹਦੇ ਨਾਲ ਜੋੜਨਾ ਚਾਹੁੰਦਾ ਹੈਗਾ। ਠੀਕ ਹੈ। ਉਹ ਇਹ ਹੈ ਕਿ ਇਹ ਬਿਲਕੁਲ ਨਾ ਹੋਵੇ ਕਿ ਜਿਹੜੀ ਉਹ ਸਪੇਸ ਹੈ ਉਹ ਸਪੇਸ ਮਤਲਬ ਖਲਾ ਬਣ ਜੇ, ਉਹ ਸਪੇਸ ਇੰਨੀ ਜ਼ਿਆਦਾ ਹੋ ਜੇ ਕਿ ਉਸ ਸਪੇਸ ਨੂੰ ਪੂਰਨ ਵਾਸਤੇ, ਭਰਨ ਵਾਸਤੇ ਬਾਕੀ ਸਾਰੀਆਂ ਤੁਹਾਡੀਆਂ ਕੀਤੀਆਂ ਹੋਈਆਂ ਗੱਲਾਂ, ਤੁਹਾਡੇ ਕੀਤੇ ਹੋਏ ਵਾਅਦੇ, ਤੁਹਾਡੀਆਂ ਕੀਤੇ ਹੋਏ ਕਾਰਜ, ਤੁਹਾਡੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਜ਼ਾਇਆ ਜਾਣ ਤੇ ਉਹ ਖਲਾ ਜਿਹੜਾ ਹੈਗਾ ਉਹ ਪੂਰਿਆ ਨਾ ਜਾਵੇ। ਸੋ ਇੱਕ ਨਿਸ਼ਚਿਤ ਜਿਹੜੀ ਦੂਰੀ ਹੈਗੀ ਹੈ
है ना, एक 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 लिमिटेड जिहड़ी दूरी हैगी है वो चाहीदी भी हैगी है, ना तो वो घट चाहीदी है ते ना वो ज़्यादा चाहीदी है। शुक्रिया दोस्तों, तुसी मैनू सुन रहे हो, नाल नाल अपने तुसी जिहड़े हैगे ने टिप्पणियां प्रतिक्रम राही तुसी मैनू दस रहे हो कि ठीक चली जाता हैगा। ते ਆਪਾਂ कवितावां पढ़ते रहांगे, ठीक है। जिन्नियां भी कवितावां कहोगे तुहाडे वल्लों जिन्ने भी हुक्म होणगे उन्नियां कवितावां मैं सुणावांगा ते नाल नाल गल्लां बातां हुंदियां रहण, चंगी गल हैगी है, क्योंकि गल्लां बातां दे राही ही असीं ओह एक एक पुल उसार सकते हैगे, एक सांझ दा पुल जिहदे राही कि साडे आपस दे जिहड़े विचार हैगे ने ਉਹ सफ़र कर सकते हैगे ने। शुक्रिया बुट्टा दुन्नावाला जी, तुसीं कमेंट किया हैगा, सोहनी ते निग्गर गलबात, तुहाडा भी शुक्रिया बिन्नी जी मेरे नाल सहमत होने वास्ते। सो दोस्तों, अगली गल करन तो पहला मैं जिहड़ी मेरी किताब है धर्म बनाम धर्म, उहदे विचों मैं 4-5 कवितावां तुहाडे नाल साझीआं करूँगा। प्रगट सिंह शेरगिल जी आया नूं वीरे, शुक्रिया। ये जिहड़ी किताब सी ना मेरी, ये धर्म बनाम धर्म, ਇਹਦੇ ਵਿੱਚ ਨਾ ਸਮਝਣ ਵਾਲੀ ਗੱਲ ਇਹ ਹੈਗੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਧਰਮ ਹੈ, ਹਾਲਾਂਕਿ ਪਹਿਲਾਂ ਵੀ ਇਹ ਐਵੇਂ ਹੀ ਰਿਹਾ ਹੈਗਾ, ਪਰ ਅੱਜ ਜਿਹੜਾ ਹੈਗਾ ਸਾਨੂੰ ਉਹ ਰੂਪ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਦੇਖਣ ਲੱਗ ਗਿਆ। ਇੱਕ ਤਾਂ ਧਰਮ ਹੁੰਦਾ ਹੈ ਜਿਹੜਾ ਕਿ ਬੰਦੇ ਕੋਲੇ ਹੋਣਾ ਚਾਹੀਦਾ ਹੈ। ਉਹ ਕੀ ਹੈ ਜਿਹਨੂੰ ਮੈਂ ਧਰਮ ਮੰਨਦਾ ਹੈਗਾ। मैं धर्म मानदा कि बंदे दे अंदर एक इहो जी एनर्जी है, बंदे दे अंदर एक इहो जी पावर है जिहड़ी कि बंदे नूं सदा ही चंगा करन वास्ते प्रेरित करती है। जदों भी वो बंदा कुछ बुरा करना सोचदा हैगा, कुछ माड़ा करना लोचदा हैगा, कुछ भी लोकाई दे जिहड़ा हैगा विरोध दे विच कुछ करना लोचदा हैगा, तां जिहड़ी ओह एनर्जी है, जिहड़ी बंदे दे अंदर ओह पावर है, वो उन्होंने उस माड़ा करन तो रोकदी है, वरजदी है। सुखी पातनावीर जी शुक्रिया जी आया नूं जी। तां मैं यही मनदा कि धर्म की हुंदा है। धर्म बंदे दे अंदर एक एनर्जी है जिहड़ी उन्होंने चंगा करन वास्ते प्रेरित करदी है ते माड़ा करन वास्ते रोकदी ते होड़दी हैगी है। सो जनाब, एक की हैगा कि जिहड़ा धर्म है उस ਜਿਹੜੀ ਸਾਡੇ ਅੰਦਰ ਜਿਹੜਾ ਧਰਮ ਪਿਆ, ਜਿਹਦੀ ਮੈਂ ਗੱਲ ਕੀਤੀ ਹੈਗੀ ਹੈ, ਉਸ ਧਰਮ ਨੂੰ ਪੱਕਿਆਂ ਕਰਨ ਵਾਸਤੇ, ਉਸ ਧਰਮ ਦੀ ਯਾਦ ਕਰਾਉਣ ਵਾਸਤੇ, ਉਸ ਧਰਮ ਤੇ ਅਸੀਂ ਪੱਕੇ ਰਹੀਏ, ਉਸ ਧਰਮ ਤੋਂ ਅਸੀਂ ਥਿੜਕੀਏ ਨਾ, ਅਸੀਂ ਉਸ ਧਰਮ ਦੇ ਰਾਹ ਤੇ ਚੱਲਦੇ ਰਹੀਏ, ਉਹਦੇ ਵਾਸਤੇ ਕੀ ਹੈਗਾ ਕਿ ਬਹੁਤ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੋਣ ਦੇ ਵਿੱਚ ਆਈਆਂ, ਹੈ ਨਾ। ਉਹ ਇੰਸਟੀਟਿਊਸ਼ਨਸ ਮਤਲਬ ਜਦੋਂ ਧਰਮ ਜਿਹੜਾ ਹੈਗਾ ਸੰਸਥਾਗਤ ਹੋਣਾ ਸ਼ੁਰੂ ਹੋ ਗਿਆ, ਤਾਂ ਸਾਰੇ ਜਿੰਨੇ ਵੀ ਇਹ ਧਰਮ ਦੇ ਅਗਲੇ ਰੂਪ ਹੈਗੇ ਨੇ, ਅਗਲਾ ਸਟੈਪ ਹੈਗਾ, ਭਾਵੇਂ ਉਹ ਸਿੱਖ ਧਰਮ ਹੈ, ਹਿੰਦੂ ਧਰਮ ਹੈ, ਮੁਸਲਮਾਨ ਜਿਹੜਾ ਧਰਮ ਹੈ, ਈਸਾਈਆਂ ਦਾ ਧਰਮ ਹੈ, ਬੋਧੀ ਹੈ, ਜੈਨੀ ਹੈ ਨਾ, ਇਹ ਸਾਰੇ ਉਹ ਇੱਕ ਇੰਸਟੀਟਿਊਸ਼ਨਸ ਦੇ ਰੂਪ ਦੇ ਵਿੱਚ ਬੰਦੇ ਦੇ ਅੰਦਰ ਜਿਹੜਾ ਉਹ ਧਰਮ ਪਿਆ ਹੈਗਾ, ਉਸ એનર્ਜੀ ਨੂੰ ਬਚਾਈ ਰੱਖਣ ਵਾਸਤੇ, ਉਸ એનર્ਜੀ ਨੂੰ ਸਦਾ ਹੀ ਮਹਿੰਗਾਈ ਰੱਖਣ ਵਾਸਤੇ ਉਹ ਹੋਂਦ ਦੇ ਵਿੱਚ ਆਏ। ਸਾਰੇ ਹੀ ਧਰਮ ਜਿਹੜੇ ਹੈਗੇ ਨੇ ਉਹ ਬੰਦੇ ਨੂੰ ਪ੍ਰੇਰਿਤ ਕਰਦੇ ਹੈਗੇ ਨੇ ਚੰਗਾ ਕਰਨ ਵਾਸਤੇ। ਪਰ ਹੁਣ ਕੀ ਹੈ ਕਿ ਹੋਇਆ ਇਹ ਹੈ ਕਿ ਜਿਵੇਂ ਕਿ ਅਸੀਂ ਸਿੱਖ ਜਿਹੜਾ ਧਰਮ ਹੈ ਉਹਨਾਂ ਬਾਰੇ ਆਪਾਂ ਗੱਲਬਾਤ ਕਰੀਏ ਤਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਨੇ, ਜਦੋਂ ਉਹ ਇਸ ਧਰਮ ਦੀ ਨੀਂਹ ਰੱਖਦੇ ਹੈਗੇ ਨੇ, ਤਾਂ ਉਸ ਤੋਂ ਨਾਲ ਹੀ ਇੱਕ ਪੈਰਲਲ, ਇੱਕ ਸਮਾਨਾਂਤਰ ਜਿਹੜੀ ਹੈਗੀ ਹੈ, ਇੱਕ ਹੋਰ ਜਿਹੜੀ ਹੈ ਪਰੰਪਰਾ ਚੱਲ ਪੈਂਦੀ ਹੈਗੀ ਹੈ। ਇਹ ਪਰੰਪਰਾ ਜਿਉਂ-ਜਿਉਂ ਜਿਹੜਾ ਸਿੱਖ ਧਰਮ ਹੈ, ਉਹਨਾਂ ਜਿਹੜੇ ਗੁਰੂ ਸਾਹਿਬਾਨ ਨੇ, ਉਹਨਾਂ ਦੀ ਜਿਹੜੀ ਗੱਦੀ ਹੈ, ਜੋਤ ਹੈ, ਅੱਗੋਂ ਤੁਰਦੀ ਜਾਂਦੀ ਹੈਗੀ ਹੈ। 10ਵੇਂ ਪਾਤਸ਼ਾਹ ਤੱਕ ਉਹ ਜੋਤ ਪਹੁੰਚ ਜਾਂਦੀ ਹੈ। ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈਗਾ 11ਵਾਂ ਗੁਰੂ ਥਾਪ ਕੇ ਕੀ ਹੈ ਕਿ ਉਹਦੇ ਨਾਲ ਪੈਰਲਲ ਇੱਕ ਹੋਰ ਪਰੰਪਰਾ ਤੁਰ ਰਹੀ ਹੈ। ਇਹ ਕਿਹੜੀ ਪਰੰਪਰਾ ਸੀ? ਇਹ ਪਰੰਪਰਾ ਉਹਨਾਂ ਲੋਕਾਂ ਦੀ ਸੀ ਕਿ ਜਿਨ੍ਹਾਂ ਨੂੰ ਜਿਹੜਾ ਸਿੱਖ ਪੰਥ ਹੈ, ਸਿੱਖ ਸਮੁਦਾਇ ਹੈ, ਜਿਨ੍ਹਾਂ ਨੂੰ ਉਹਨਾਂ ਦੇ ਵਿੱਚ ਸਥਾਨ ਨਹੀਂ ਮਿਲ ਸਕਿਆ। ਸਥਾਨ ਕਿਉਂ ਨਹੀਂ ਮਿਲ ਸਕਿਆ? ਕਿਉਂਕਿ ਉਹ ਲੋਕਾਂ ਦਾ ਉਹ ਲੋਕਾਂ ਦੀ ਜਿਹੜੀ ਸੋਚ ਸੀ, ਉਹ ਲੋਕਾਂ ਦਾ ਜਿਹੜਾ ਕੰਮ ਸੀ, ਉਹ ਲੋਕਾਂ ਦੀ ਜਿਹੜੀ ਇੱਛਾ ਸੀ, ਉਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਸੀ। ਤਾਂ ਉਹਨਾਂ ਲੋਕਾਂ ਨੇ ਕੀ ਹੈਗਾ ਕਿ ਗੱਦੀਆਂ ਜਿਹੜੀਆਂ ਨੇ ਵੱਖਰੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਹੈ ਨਾ। ਜਿਵੇਂ ਜਿਹੜੇ
ਕਿਹਾ ਜਾਂਦਾ ਹੈਗਾ ਕਿ ਸੋਢੀਆਂ ਦੀ, ਭੱਲਿਆਂ ਦੀ, ਹੈ ਨਾ, ਬੇਦੀਆਂ ਦੀ, ਉਹ ਉਸ ਤਰ੍ਹਾਂ ਦੀਆਂ ਉਹ ਜਿਹੜੀਆਂ ਗੱਦੀਆਂ ਨੇ ਚੱਲਦੀਆਂ ਰਹੀਆਂ ਨੇ। ਜਿਹੜਾ ਸਿੰਘ ਸਭਾ ਲਹਿਰ ਹੈਗੀ ਹੈ, ਸਿੰਘ ਸਭਾ ਲਹਿਰ ਦੇ ਆਉਣ ਤੋਂ ਬਾਅਦ ਜਿਹੜੀ ਉਹ ਇੱਕ ਪਰੰਪਰਾ ਜਿਹੜੀ ਚੱਲ ਰਹੀ ਸੀ ਅਲੱਗ, ਉਹਨੂੰ ਠੱਲ ਜ਼ਰੂਰ ਪੈਂਦੀ ਹੈਗੀ ਹੈ। ਠੀਕ ਹੈ, ਜਦੋਂ ਕਿ ਜਿਹੜੇ ਹੈਗੇ ਨੇ ਗੁਰਦੁਆਰਾ ਸਾਹਿਬ ਦੀਆਂ ਜਦੋਂ ਇਮਾਰਤਾਂ ਜਿਹੜੀਆਂ ਨੇ ਬਣਨੀਆਂ ਸ਼ੁਰੂ ਹੁੰਦੀਆਂ ਨੇ, ਤਾਂ ਲੋਕ ਕੀ ਹੈਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਨੇ। ਤਾਂ ਹਾਂਜੀ ਬਲਕਾਰ ਵੀਰ, ਮੈਂ ਇੱਕ ਥੋੜ੍ਹਾ ਜਿਹਾ ਬੇਸ ਮੰਨ ਲਾਂ ਅਤੇ ਉਸ ਤੋਂ ਬਾਅਦ ਮੈਂ ਕਵਿਤਾ ਸੁਣਾਉਣੀ ਸ਼ੁਰੂ ਕਰਦਾ ਹੈਗਾ। ਹਾਂਜੀ, ਸਤਿ ਸ੍ਰੀ ਅਕਾਲ ਸੁਰਜੀਤ ਵੀਰ ਜੀ। ਤਾਂ ਜਿਹੜਾ ਮੇਰਾ ਇਹ ਇੱਕ ਜਿਹੜੀ ਮੇਰੀ ਕਿਤਾਬ ਹੈ ਧਰਮ ਬਨਾਮ ਧਰਮ, ਇਹਦੇ ਵਿੱਚ ਇੱਕ ਧਰਮ ਉਹ ਹੈ ਜਿਹੜਾ ਅਡੰਬਰੀ ਹੈ, ਜਿਹੜਾ ਪਖੰਡੀ ਹੈ। ਇੱਕ ਉਹ ਧਰਮ ਹੈ ਜਿਹੜਾ ਮਨੁੱਖ ਦਾ ਅਸਲ ਦੇ ਵਿੱਚ ਧਰਮ ਹੈ। ਇਹਨਾਂ ਦੋਹਾਂ ਦੇ ਵਿੱਚ ਜਿਹੜਾ ਕਲੈਸ਼ ਹੈ, ਮੇਰੀਆਂ ਇਹਦੇ ਵਿੱਚ 82 ਦੀਆਂ 82 ਕਵਿਤਾਵਾਂ ਜਿਹੜੀਆਂ ਨੇ ਵਿਅੰਗਮਈ ਢੰਗ ਨਾਲ ਉਹਦੇ ਬਾਰੇ ਹੀ ਗੱਲ ਕਰਦੀਆਂ ਨੇ। ਸੋ ਪਹਿਲਾਂ ਮੈਂ 4-5 ਕਵਿਤਾਵਾਂ ਸੁਣਾਉਣਾ ਅਤੇ ਉਸ ਤੋਂ ਬਾਅਦ ਆਪਾਂ ਅਗਲੀ ਜਿਹੜੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਧਰਮ ਬਨਾਮ ਧਰਮ ਦੇ ਵਿੱਚੋਂ ਕਵਿਤਾ ਹੈ। ਕਵਿਤਾ ਦਾ ਅਨੁਮਾਨ ਹੈ ਜ਼ਰੂਰਤਮੰਦ ਲੋਕ। ਕਵਿਤਾ ਦਾ ਅਨੁਮਾਨ ਹੈ ਜੀ ਜ਼ਰੂਰਤਮੰਦ ਲੋਕ। ਕਵਿਤਾ ਹੈ ਕਿ ਡਰੇ ਠਠੰਬਰੇ ਨਿਰਾਸ਼ੇ ਹਤਾਸ਼ੇ ਉਦਾਸ ਚਿਹਰਿਆਂ ਵਾਲੇ ਇਹ ਲੋਕ। ਡਰੇ ਠਠੰਬਰੇ ਨਿਰਾਸ਼ੇ ਹਤਾਸ਼ੇ ਉਦਾਸੇ ਚਿਹਰਿਆਂ ਵਾਲੇ ਇਹ ਲੋਕ, ਹੱਥ ਜੁੜੇ ਨੱਕ ਤੇ ਮੱਥੇ ਰਗੜਦੇ ਝੁਕੀਆਂ ਧੌਣਾਂ ਵਾਲੇ ਇਹ ਲੋਕ, ਡੰਡੌਤਾਂ ਕਰਦੇ ਮੱਥੇ ਟੇਕਦੇ ਰੋਂਦੇ ਕੁਰਲਾਉਂਦੇ ਇਹ ਲੋਕ, ਬੇਨਤੀਆਂ ਮੰਗਾਂ ਅਰਜ਼ਾਂ ਕਰਦੇ ਲੋੜਾਂ ਖਾਹਿਸ਼ਾਂ ਦੇ ਭੰਨੇ ਇਹ ਲੋਕ। ਇਹ ਲੋਕ ਧਾਰਮਿਕ ਨਹੀਂ ਨੇ, ਇਹ ਲੋਕ ਧਾਰਮਿਕ ਨਹੀਂ ਨੇ, ਲੋੜਵੰਦ ਨੇ। ਇਹਨਾਂ ਦੀਆਂ ਲੋੜਾਂ ਮੰਗਾਂ ਇੱਛਾਵਾਂ ਚਾਹ ਖਾਹਿਸ਼ਾਂ ਇਹਨਾਂ ਨੂੰ ਧਾਰਮਿਕ ਬਣਾ ਦਿੰਦੀਆਂ ਨੇ। ਸੋ ਸਾਮੀ ਗੱਲ ਇਹ ਹੈ ਕਿ ਬਹੁਤੇ ਲੋਕਾਂ ਨੂੰ ਇਹ ਪਤਾ ਹੈ ਕਿ ਪ੍ਰੋਬਲਮ ਕੀ ਹੈ ਜੀ। ਹਾਂ ਸੋਨੀ ਢਿੱਲੋਂ ਵੀਰ, ਇਹਦੇ ਤੇ ਗੱਲਬਾਤ ਆਪਾਂ ਜਾਰੀ ਰੱਖਾਂਗੇ। ਠੀਕ ਹੈ, ਜਿਹੜਾ ਸਵਾਲ ਤੁਸੀਂ ਕੀਤਾ ਹੈਗਾ ਉਹਦੇ ਤੇ ਗੱਲਬਾਤ ਜਿਹੜੀ ਹੈ ਜਾਰੀ ਰਹੂਗੀ। ਹੁਣੇ ਮੈਂ ਜਿਹੜੀ ਕਵਿਤਾ ਸੁਣਾ ਕੇ ਹਟਿਆ ਸੋਨੀ ਵੀਰ, ਉਹਦੇ ਤੇ ਗੌਰ ਫਰਮਾਉਣਾ। ਜ਼ਰੂਰਤਮੰਦ ਜਿਹੜੇ ਲੋਕ ਮੇਰੀ ਕਵਿਤਾ ਹੈ। ਤਾਂ ਮੈਂ ਹੁਣ ਇਹਦੇ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਇਸ ਕਵਿਤਾ ਦੇ ਰਾਹੀਂ ਕਿ ਅਸੀਂ ਧਰਮ ਜਿਹੜੀ ਕਿ ਇੱਕ ਰੂਹਾਨੀਅਤ ਸ਼ਕਤੀ ਹੈ, ਜਿਹੜੀ ਕਿ ਇੱਕ ਅਧਿਆਤਮਕ ਪਾਵਰ ਹੈ, ਅਸੀਂ ਉਹਦੇ ਨਾਲ ਜਿਹੜਾ ਆਪਣਾ ਰਿਸ਼ਤਾ ਹੈਗਾ ਉਹ ਵੀ ਪਦਾਰਥਵਾਦੀ ਕਿਸਮ ਦਾ ਜਿਹੜਾ ਹੈ ਬਣਾ ਲਿਆ ਹੈਗਾ, ਹੈ ਨਾ। ਸਾਡੀ ਜਿਹੜੀ ਅਪਰੋਚ ਹੈ ਉਹ ਮਟੀਰੀਅਲਿਸਟਿਕ ਹੈਗੀ ਹੈ। ਅਗਲੀ ਜਿਹੜੀ ਮੇਰੀ ਕਵਿਤਾ ਹੈ ਇਸੇ ਕਿਤਾਬ ਦੇ ਵਿੱਚੋਂ ਧਰਮ ਬਨਾਮ ਧਰਮ ਦੇ ਵਿੱਚੋਂ, ਕਵਿਤਾ ਦਾ ਸਿਰਲੇਖ ਹੈ ਜੀ ਧਰਮ ਦਾ ਘਿਓ। ਅਰਜ਼ ਕੀਤਾ ਕਿ ਮੇਰੀ ਰੁੱਖੀ ਸੁੱਕੀ ਰੋਟੀ ਤੇ ਕੋਈ ਚੋਪੜ ਜਾਂਦਾ ਹੈ ਧਰਮ ਦਾ ਘਿਓ। ਮੇਰੀ ਰੁੱਖੀ ਸੁੱਕੀ ਰੋਟੀ ਤੇ ਕੋਈ ਚੋਪੜ ਜਾਂਦਾ ਹੈ ਧਰਮ ਦਾ ਘਿਓ, ਫਿਰ ਮੈਂ ਰੋਟੀ ਖਾਂਦਾ ਨਹੀਂ, ਬਸ ਬਚਾਉਂਦਾ ਰਹਿ ਜਾਂਦਾ। ਗੁਰਪਾਲ ਸਿੰਘ ਬਿਲਾਵਲ, ਸ਼ੁਕਰੀਆ ਵੀਰੇ, ਤਾਰੀਫ ਕੀਤੀ ਹੈਗੀ ਹੈ। ਰਾਜਵੀਰ, ਤੁਹਾਡਾ ਵੀ ਸ਼ੁਕਰੀਆ ਵੀਰੇ, ਤਾਰੀਫ ਕੀਤੀ ਹੈਗੀ ਹੈ, ਬੜੀ ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਓਕੇ। ਇਸੇ ਕਿਤਾਬ ਦੇ ਵਿੱਚੋਂ ਜਿਹੜੀ ਮੇਰੀ ਅਗਲੀ ਕਵਿਤਾ ਹੈ ਧਰਮ ਬਨਾਮ ਧਰਮ ਦੇ ਵਿੱਚੋਂ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ। ਕਵਿਤਾ ਦਾ ਸਿਰਲੇਖ ਹੈ ਜੀ, ਕਵਿਤਾ ਦਾ ਸਿਰਲੇਖ ਹੈ ਜਦੋਂ ਬੰਦਾ ਬੰਦਾ ਨਹੀਂ ਰਹਿੰਦਾ। ਕਵਿਤਾ ਦਾ ਉਨਵਾਨ ਹੈ ਜਦੋਂ ਬੰਦਾ ਬੰਦਾ ਨਹੀਂ ਰਹਿੰਦਾ। ਕਵਿਤਾ ਹੈ ਜੀ ਕਿ ਦੁੱਖ ਵੇਲੇ ਥਾਂ ਕੋ ਥਾਂ ਹਰ ਥਾਂ ਜਾ ਜਾ ਮੱਥੇ ਰਗੜਨ ਵਾਲੇ ਧਰਮੀ ਲੋਕਾਂ ਨੂੰ ਤੱਕ ਕੇ। ਦੁੱਖ ਵੇਲੇ ਥਾਂ ਕੋ ਥਾਂ ਹਰ ਥਾਂ ਜਾ ਜਾ ਮੱਥੇ ਰਗੜਨ ਵਾਲੇ ਧਰਮੀ ਲੋਕਾਂ ਨੂੰ ਤੱਕ ਕੇ, ਅਕਸਰ ਜ਼ਿਹਨ ਵਿੱਚ ਬਿੰਬ ਉੱਭਰਦਾ ਏ ਚੱਕਵੇਂ ਚੁੱਲ੍ਹਿਆਂ ਦਾ, ਬਿਨ ਪੈਂਦੇ ਦੇ ਲੋਟਿਆਂ ਦਾ, ਥਾਲੀ ਦੇ ਬੈਂਗਣਾਂ ਦਾ। ਉਂਝ ਬੰਦੇ ਬੰਦੇ ਹੁੰਦੇ ਨੇ, ਚੱਕਵੇਂ ਚੁੱਲ੍ਹੇ ਨਹੀਂ ਹੁੰਦੇ, ਬਿਨ ਪੈਂਦੇ ਦੇ ਲੋਟੇ ਨਹੀਂ ਹੁੰਦੇ, ਨਾ ਹੀ ਥਾਲੀ ਦੇ ਬੈਂਗਣ ਹੁੰਦੇ ਨੇ। ਡਰਿਆ ਮਨ, ਸਹਿਮਿਆ ਦਿਮਾਗ ਤੇ ਠਰਿਆ ਦਿਲ ਕੁਝ ਬੰਦਿਆਂ ਨੂੰ ਬੰਦੇ ਨਹੀਂ ਰਹਿਣ ਦਿੰਦਾ, ਬਣਾ ਦਿੰਦਾ ਹੈ ਚੱਕਵੇਂ ਚੁੱਲ੍ਹੇ, ਬਿਨ ਪੈਂਦੇ ਦੇ ਲੋਟੇ ਤੇ ਥਾਲੀ ਦੇ ਬੈਂਗਣ।
ਸੋ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਸਾਡਾ ਅਸੀਂ ਜਿਸ ਵੀ ਅਸੀਂ ਧਰਮ ਨਾਲ ਜਿਹੜਾ ਹੈਗਾ ਨਾ ਸਾਡਾ ਧਰਮ ਦੇ ਨਾਲ ਜਿਹੜਾ ਨਾਤਾ ਹੈਗਾ ਉਹ ਇੱਕ ਪਿਆਰ ਦਾ ਨਾਤਾ ਨਹੀਂ ਹੈਗਾ। ਸਾਡਾ ਧਰਮ ਦੇ ਨਾਲ ਹੁਣ ਜਿਹੜਾ ਨਾਤਾ ਬਣਦਾ ਜਾ ਰਿਹਾ ਉਹ ਡਰ ਤੇ ਸਵਾਰਥ ਦਾ ਨਾਤਾ ਬਣਦਾ ਜਾ ਰਿਹਾ। ਅਸੀਂ ਜੇ ਧਰਮ ਦੇ ਨਾਲ ਜੁੜ ਰਹੇ ਹਾਂ ਤਾਂ ਆਪਣੀਆਂ ਲੋੜਾਂ ਕਰਕੇ ਜੁੜ ਰਹੇ ਹਾਂ ਜਾਂ ਕਿਸੇ ਵੀ ਪ੍ਰਲੋਭਨ ਕਰਕੇ ਜੁੜ ਰਹੇ ਹਾਂ। ਸੋ ਮੇਰੀਆਂ ਜਿਹੜੀਆਂ ਬਹੁਤੀਆਂ ਕਵਿਤਾਵਾਂ ਨੇ ਇਸ ਕਿਤਾਬ ਦੀਆਂ ਉਹ ਇਸੇ ਢੰਗ ਦੇ ਨਾਲ ਵਿਅੰਗਮਈ ਜ਼ਰਾਫਤੀ ਨੇ। ਗੁਰਪਿਆਰ ਹਰੀਨੌ ਤੋਂ ਵੀਰ ਜੀ ਆਇਆਂ ਨੂੰ ਸ਼ੁਕਰੀਆ। ਹਰਵਿੰਦਰ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁੱਖੀ ਪਾਤਰਾ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਹੜਾ ਕਵਿਤਾਵਾਂ ਨੂੰ ਪਸੰਦ ਕਰ ਰਹੇ ਹੋ ਤੇ ਨਾਲ ਨਾਲ ਪ੍ਰਤੀਕਰਮ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰਾਨਾ ਜੀ। ਅਗਲੀ ਕਵਿਤਾ ਹੈ ਧਰਮ ਬਨਾਮ ਧਰਮ ਦੇ ਵਿੱਚੋਂ। ਕਵਿਤਾ ਦਾ ਸਿਰਲੇਖ ਹੈ ਜੀ ਨੋਟਰੀ। ਉਨਵਾਨ ਹੈ ਜੀ ਨੋਟਰੀ। ਜੇ ਉਹ ਹਿੰਦੂ ਮੁਸਲਿਮ ਸਿੱਖ ਈਸਾਈ ਜੈਨ ਬੋਧੀਆਂ ਦੇ ਘਰ, ਜੇ ਉਹ ਹਿੰਦੂ ਮੁਸਲਿਮ ਸਿੱਖ ਈਸਾਈ ਜੈਨ ਬੋਧੀਆਂ ਦੇ ਘਰ ਜੰਮਦੇ ਬੱਚਿਆਂ ਦੇ ਵੱਖ-ਵੱਖ ਮੋਹਰਾਂ ਲਾਉਂਦਾ ਹੈ, ਫਿਰ ਉਹ ਰੱਬ ਨਹੀਂ ਹੋਣਾ, ਕੋਈ ਨੋਟਰੀ ਹੋਣਾ ਹੈ। ਆਮ ਤੌਰ ਤੇ ਕੀ ਹੁੰਦਾ ਹੈ ਸਤਿਕਾਰਤ ਦੋਸਤੋ, ਤੁਸੀਂ ਤਾਂ ਜਾਣਦੇ ਹੀ ਹੋ, ਤੁਸੀਂ ਤਾਂ ਵੱਧ ਸਿਆਣੇ ਹੈਗੇ ਹੋ ਕਿ ਅਸੀਂ ਜਿਸ ਘਰ ਦੇ ਵਿੱਚ ਜੰਮਦੇ ਹਾਂ, ਅਸੀਂ ਜਿਸ ਜ਼ਿਲ੍ਹੇ ਦੇ ਵਿੱਚ ਜੰਮਦੇ ਹਾਂ, ਜਿਸ ਜਗ੍ਹਾ ਤੇ ਲੋਕੇਸ਼ਨ ਤੇ ਜੰਮਦੇ ਹਾਂ, ਜਿਸ ਰਾਜ ਦੇ ਵਿੱਚ ਜੰਮਦੇ ਹਾਂ, ਜਿਸ ਦੇਸ਼ ਦੇ ਵਿੱਚ ਜੰਮਦੇ ਹਾਂ, ਜਿਸ ਜਾਤ ਦੇ ਵਿੱਚ ਜੰਮਦੇ ਹਾਂ, ਉਹ ਸਾਰਾ ਕੁਛ ਨਾ ਸਾਡੇ ਤੇ ਮਤਲਬ ਸਾਡੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਜੇ ਹੁਣ ਅਸੀਂ ਕਹੀਏ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਜਨਮ ਲਿਆ ਹੈਗਾ ਕਿ ਅਸੀਂ ਕਿਸ ਜਾਤ ਦੇ ਵਿੱਚ ਜੰਮਣਾ ਹੈਗਾ, ਅਸੀਂ ਕਿਹੜੀ ਲੋਕੇਸ਼ਨ ਤੇ ਜੰਮਣਾ ਹੈਗਾ, ਕਿਸ ਧਰਮ ਦੇ ਵਿੱਚ ਜੰਮਣਾ ਹੈਗਾ, ਸਾਡੀ ਕੋਈ ਮਰਜ਼ੀ ਨਹੀਂ ਹੈਗੀ। ਅਸੀਂ ਜੰਮ ਪੈਂਦੇ ਹਾਂ ਤੇ ਜੰਮਣ ਤੋਂ ਬਾਅਦ ਜਿਹੜਾ ਸਾਡੇ ਚੁਗਿਰਦੇ ਜਿਸ ਢੰਗ ਦਾ ਵਾਤਾਵਰਨ ਹੁੰਦਾ ਹੈ, ਅਸੀਂ ਉਸ ਵਾਤਾਵਰਨ ਨੂੰ ਆਰੋਪਿਤ ਕਰ ਲੈਂਦੇ ਹਾਂ ਆਪਣੇ ਆਪ ਤੇ। ਹੁਣ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਤੁਹਾਡੀ ਜ਼ਾਤ, ਤੁਹਾਡੀ ਜਾਤ, ਤੁਹਾਡਾ ਧਰਮ, ਤੁਹਾਡਾ ਰੰਗ, ਤੁਹਾਡੀ ਨਸਲ, ਤੁਹਾਡਾ ਇਲਾਕਾ, ਇਹ ਕੁਝ ਵੀ ਤੁਹਾਡਾ ਚੁਣਿਆ ਹੋਇਆ ਨਹੀਂ ਹੈਗਾ, ਜਿਹਨੂੰ ਤੁਸੀਂ ਪ੍ਰਣਾਇਆ ਨਹੀਂ ਹੈਗਾ, ਇਹ ਤੁਹਾਡੀ ਸਿਲੈਕਸ਼ਨ ਨਹੀਂ ਹੈਗੀ, ਤਾਂ ਇਸ ਪਿੱਛੇ ਕਾਹਦਾ ਸਾੜਾ, ਕਾਹਦੀ ਲੜਾਈ, ਇਸ ਗੱਲ ਪਿੱਛੇ ਕਿਉਂ ਅਸੀਂ ਈਗੋ ਕਰਨੀ ਹੈਗੀ ਹੈ, ਅਸੀਂ ਕਿਉਂ ਕਿਸੇ ਦੂਜੇ ਨੂੰ ਛੁਟਾਉਣਾ ਹੈਗਾ, ਅਸੀਂ ਕਿਉਂ ਆਪਣੇ ਆਪ ਨੂੰ ਉੱਚਾ ਸਮਝਣਾ ਹੈਗਾ ਤੇ ਦੂਜੇ ਨੂੰ ਅਸੀਂ ਇਹ ਛੋਟਾ ਸਮਝਣਾ ਹੈਗਾ। ਹੁਣ ਮੈਂ ਇੱਕ ਐਗਜ਼ਾਮਪਲ ਅਕਸਰ ਦਿੰਦਾ ਹੁੰਦਾ ਕਿ ਬਈ ਮੈਂ ਪੰਜਾਬ ਦੇ ਵਿੱਚ ਜੰਮਿਆ ਹੈ ਨਾ। ਹੁਣ ਪੰਜਾਬ ਦੇ ਵਿੱਚ ਮੈਂ ਜੰਮ ਪਿਆ, ਇਹ ਕੋਇਨਸੀਡੈਂਟ ਹੈਗਾ ਕਿ ਮੈਂ ਪੰਜਾਬ ਦੇ ਵਿੱਚ ਜੰਮਿਆ, ਪੰਜਾਬ ਦੇ ਵਿੱਚ ਜੰਮਣ ਕਰਕੇ ਮੈਂ ਪੰਜਾਬੀ ਹੋ ਗਿਆ। ਹੁਣ ਇਸ ਗੱਲ ਦਾ ਮੈਂ ਮਾਣ ਕਰ ਸਕਦਾ ਹੈਗਾ, ਪਰ ਇਸ ਗੱਲ ਦਾ ਮੈਨੂੰ ਕੋਈ ਅਹੰਕਾਰ ਨਹੀਂ ਹੈਗਾ, ਠੀਕ ਹੈ। ਇਸ ਗੱਲ ਦਾ ਮੈਨੂੰ ਕੋਈ ਗੁਮਾਨ ਨਹੀਂ ਹੈਗਾ ਕਿ ਬਈ ਮੈਂ ਪੰਜਾਬੀ ਹਾਂ, ਠੀਕ ਹੈ। ਮੇਰੀ ਹਾਈਟ ਜੇ ਲੰਮੀ ਹੈਗੀ ਹੈ, ਮੇਰਾ ਰੰਗ ਜੇ ਸਾਫ਼ ਹੈਗਾ, ਤਾਂ ਮੈਨੂੰ ਇਸ ਚੀਜ਼ ਦਾ ਬਿਲਕੁਲ ਗੁਮਾਨ ਨਹੀਂ ਕਰਨਾ ਚਾਹੀਦਾ, ਅਹੰਕਾਰ ਨਹੀਂ ਕਰਨਾ ਚਾਹੀਦਾ, ਨਾ ਹੀ ਮੈਨੂੰ ਨਫ਼ਰਤ ਕਰਨੀ ਚਾਹੀਦੀ ਹੈਗੀ ਹੈ ਜਿਨ੍ਹਾਂ ਦੀ ਹਾਈਟ ਛੋਟੀ ਹੈਗੀ ਹੈ ਜਾਂ ਜਿਨ੍ਹਾਂ ਦਾ ਰੰਗ ਸਾਫ਼ ਨਹੀਂ ਹੈਗਾ। ਉਸੇ ਢੰਗ ਦੇ ਨਾਲ ਜੇ ਮੈਂ ਸਿੱਖ ਪਰਿਵਾਰ ਦੇ ਵਿੱਚ ਜੰਮਿਆ, ਜੇ ਮੈਂ ਹਿੰਦੂ ਪਰਿਵਾਰ ਦੇ ਵਿੱਚ ਜੰਮਿਆ, ਤਾਂ ਠੀਕ ਹੈ, ਮੈਂ ਉਹ ਧਰਮ ਜਿਹੜਾ ਹੈਗਾ ਉਹ ਮੇਰੇ ਤੇ ਲਾਗੂ ਹੋ ਗਿਆ। ਬਟ ਉਸ ਧਰਮ ਪਿੱਛੇ ਲੜਾਈ ਕਰਨੀ, ਉਸ ਧਰਮ ਨੂੰ ਹੀ ਸ੍ਰੇਸ਼ਟ ਦੱਸਣਾ ਤੇ ਬਾਕੀ ਸਾਰਿਆਂ ਨੂੰ ਜਿਹੜਾ ਹੈਗਾ ਨੀਵਾਂ ਗਰਦਾਨ ਦੇਣਾ, ਇਹ ਚੰਗੀ ਗੱਲ ਨਹੀਂ ਹੈਗੀ, ਠੀਕ ਹੈ। ਮੇਰਾ ਸਾਰਾ ਫੋਕਸ ਇਸੇ ਗੱਲ ਤੇ ਹੈਗਾ ਕਿ ਅਸੀਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਸੀਂ ਇੱਕ ਬੀਇੰਗ ਏ ਹਿਊਮਨ, ਇੱਕ ਇਨਸਾਨ ਦੇ ਵਾਂਗੂ ਹੀ ਸੋਚੀਏ। ਬਾਕੀ ਜਿਹੜੀਆਂ ਵੀ ਵਲਗਣਾ ਨੇ, ਬਾਕੀ ਜਿਹੜੇ ਵੀ ਸਟਿੱਕਰ ਹੈਗੇ ਨੇ, ਉਹ ਸਾਰੀਆਂ ਬਾਅਦ ਦੀਆਂ ਗੱਲਾਂ ਹੈਗੀਆਂ ਨੇ। ਜੇ ਅਸੀਂ ਇਸ ਢੰਗ ਦੇ ਨਾਲ ਸੋਚਦੇ ਹਾਂ, ਇਸ ਢੰਗ ਦੇ ਨਾਲ ਵਿਚਰਦੇ ਹੈਗੇ ਹਾਂ, ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਸਾਡਾ ਚੁਗਿਰਦਾ ਜਿਹੜਾ ਹੈਗਾ ਉਹ ਬਹੁਤ ਸੋਹਣਾ, ਸੁਨੱਖਾ ਤੇ ਖੂਬਸੂਰਤ ਹੋ ਜਾਊਗਾ ਜੀ। ਸ਼ੁਕਰੀਆ ਜੀ। ਜਿਹੜੇ ਵੀ ਦੋਸਤ ਸੁਰਜੀਤ ਸਿੰਘ, ਹਰਵਿੰਦਰ ਸਿੰਘ ਰੁੜਕੀ ਮੇਰੇ ਨਾਲ ਸਹਿਮਤੀ ਜਤਾ ਰਹੇ ਨੇ, ਬਾਈ ਜੀ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਧਰਮ ਬਨਾਮ ਧਰਮ ਦੇ ਵਿੱਚੋਂ ਇੱਕ ਦੋ ਕਵਿਤਾਵਾਂ ਜਿਹੜੀਆਂ ਨੇ ਹੋਰ ਪੜ੍ਹੂੰਗਾ, ਉਸ ਤੋਂ ਬਾਅਦ ਫਿਰ ਆਪਾਂ ਅਗਲੀ ਜਿਹੜੀ ਗੱਲ ਹੈ ਸ਼ੁਰੂ ਕਰਾਂਗੇ। ਮੇਰੀ ਕਵਿਤਾ ਦਾ ਉਨਵਾਨ ਹੈ, ਸਿਰਲੇਖ ਹੈ ਜੀ ਝੂਠਾ ਪਾਣੀ। ਸਿਰਲੇਖ ਹੈ ਜੀ ਝੂਠਾ ਪਾਣੀ। ਅਰਜ਼ ਕੀਤਾ ਕਿ ਝੂਠਾ ਪਾਣੀ ਕਿੰਨਾ ਝੂਠਾ ਸ਼ਬਦ ਹੈ ਇਹ, ਝੂਠਾ ਪਾਣੀ ਕਿੰਨਾ ਝੂਠਾ ਸ਼ਬਦ ਹੈ ਇਹ। ਪਾਣੀ ਜੋ ਕਰ ਦਿੰਦਾ ਹੈ ਸਭ ਕਾਸੇ ਨੂੰ ਪਵਿੱਤਰ, ਉਹ ਭਲਾ ਆਪ ਕਿਵੇਂ ਹੋ ਸਕਦਾ ਝੂਠਾ। ਬਾਅਦ 'ਚ ਗੱਲ ਕਰੂੰਗਾ, ਪਹਿਲਾਂ ਇੱਕ ਕਵਿਤਾ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਸੁਣਾ ਦਿਆਂ।
हाँ जी ਰਾਜਵੀਰ ਜੀ ਰਾਜਵੀਰ ਜਨੇਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਤਾਰੀਫ ਕੀਤੀ ਹੈਗੀ ਹੈ। ਕਵਿਤਾ ਦਾ ਜਿਹੜਾ ਅਨੁਵਾਨ ਹੈ ਉਹ ਅਨੁਵਾਨ ਦੱਸਣ ਤੋਂ ਬਾਅਦ ਉਹ ਅਨੁਵਾਨ ਦੀ ਥੋੜ੍ਹੀ ਜਿਹੀ ਮੈਂ ਵਿਆਖਿਆ ਕਰੂੰਗਾ ਅਤੇ ਉਸ ਤੋਂ ਬਾਅਦ ਆਪਾਂ ਜਿਹੜੀ ਹੈਗੀ ਹੈ ਕਵਿਤਾ ਸੁਣਾਂਗੇ। ਕਵਿਤਾ ਦਾ ਅਨੁਵਾਨ ਹੈ ਜੀ ਧਰਮ ਦਾ ਗੂਗਲ ਟਰਾਂਸਲੇਟਰ। ਧਰਮ ਦਾ ਗੂਗਲ ਟਰਾਂਸਲੇਟਰ। ਆਮ ਤੌਰ 'ਤੇ ਜੇ ਤੁਸੀਂ ਗੂਗਲ 'ਤੇ ਜਾਂਦੇ ਹੋ ਅਤੇ ਉੱਥੇ ਜਾ ਕੇ ਤੁਸੀਂ ਸ਼ਬਦ ਭਰ ਦਿਓ ਗੂਗਲ ਟਰਾਂਸਲੇਟ, ਤਾਂ ਇੱਕ ਸਾਹਮਣੇ ਟਰਾਂਸਲੇਟਰ ਆ ਜਾਂਦਾ। ਉਹ ਟਰਾਂਸਲੇਟ ਦੇ ਵਿੱਚ ਤੁਸੀਂ ਇੱਕ ਭਾਸ਼ਾ ਦੇ ਵਿੱਚ ਤੁਸੀਂ ਟਾਈਪ ਕਰਦੇ ਹੋ ਅਤੇ ਨਾਲ ਦੇ ਨਾਲ ਜਿਸ ਵੀ ਭਾਸ਼ਾ ਦੇ ਵਿੱਚ ਤੁਹਾਨੂੰ ਅਨੁਵਾਦ ਚਾਹੀਦਾ ਹੁੰਦਾ ਹੈ ਨਾ, ਉਹ ਗੂਗਲ ਟਰਾਂਸਲੇਟ ਉਸ ਭਾਸ਼ਾ ਦੇ ਵਿੱਚ ਅਨੁਵਾਦ ਕਰ ਕਰਕੇ ਦੇਈ ਜਾਂਦਾ ਹੈਗਾ। ਬਹੁਤ ਪਹਿਲਾਂ ਦੀ ਗੱਲ ਹੈਗੀ ਹੈ ਕਿ ਜਦੋਂ ਇਸ ਗੂਗਲ ਟਰਾਂਸਲੇਟ 'ਤੇ ਉਸ ਢੰਗ ਦਾ ਕੰਮ ਨਹੀਂ ਹੋਇਆ ਸੀ ਤਾਂ ਮੇਰਾ ਇੱਕ ਮਿੱਤਰ ਹੈਗਾ ਮੰਗਲ ਸਿੰਘ, ਹੈ ਨਾ, ਬਹੁਤ ਪਿਆਰਾ ਮਿੱਤਰ ਹੈਗਾ। ਉਹਦੇ ਨਾਲ ਇੱਕ ਵਾਰ ਗੱਲ ਹੋਈ ਤਾਂ ਮੰਗਲ ਮੈਨੂੰ ਕਹਿੰਦਾ ਕਿ ਬਈ ਇਹ ਜਿਹੜਾ ਗੂਗਲ ਟਰਾਂਸਲੇਟਰ ਹੈ ਇਹ ਬਹੁਤ ਨੀਵੇਂ ਪੱਧਰ ਦੀ ਟਰਾਂਸਲੇਸ਼ਨ ਕਰਦਾ, ਇਸ ਕਰਕੇ ਇਹਦੇ 'ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਹ ਕਹਿੰਦਾ ਕਿ ਬਈ ਮੈਂ ਗੂਗਲ ਟਰਾਂਸਲੇਸ਼ਨ ਜਿਹੜਾ ਹੈਗਾ ਸੌਫਟਵੇਅਰ, ਉਹਦੇ 'ਤੇ ਮੈਂ ਜਾ ਕੇ ਟਰਾਂਸਲੇਟ ਕੀਤਾ। ਮੈਂ ਲਿਖਿਆ ਕਿ ਆਲ ਇਜ਼ ਵੈਲ, ਆਲ ਇਜ਼ ਵੈਲ। ਤਾਂ ਹੁਣ ਆਲ ਇਜ਼ ਵੈਲ ਜਿਹੜਾ ਹੈ ਇਹਦਾ ਜੇ ਅਸੀਂ ਅਨੁਵਾਦ ਕਰੀਏ ਤਾਂ ਇਹਦਾ ਅਨੁਵਾਦ ਹੋਊਗਾ ਕਿ ਸਭ ਕੁਝ ਚੰਗਾ ਹੈ, ਸਾਰਾ ਕੁਝ ਠੀਕ ਠਾਕ ਹੈ। ਬਟ ਜਿਹੜਾ ਗੂਗਲ ਟਰਾਂਸਲੇਟਰ ਹੈ ਉਹਨੇ ਉਹਦਾ ਅਨੁਵਾਦ ਕੀ ਕੀਤਾ ਆਲ ਇਜ਼ ਵੈਲ ਦਾ, ਕਿ ਸਭੀ ਕੁएं ਹੈ, ਕਿ ਸਾਰੇ ਖੂਹ ਨੇ। ਆਲ ਇਜ਼ ਵੈਲ, ਆਲ ਮਤਲਬ ਸਾਰੇ, ਤੇ ਵੈਲ ਦਾ ਉਹਨੇ ਅਨੁਵਾਦ ਜਿਹੜਾ ਹੈਗਾ ਉਹ ਕੁएं ਜਾਂ ਖੂਹ ਕਰਤਾ। ਠੀਕ ਹੈ ਜੀ। ਹੁਣ ਇਹ ਜਿਹੜਾ ਇਸ ਢੰਗ ਦੀ ਜਿਹੜੀ ਟਰਾਂਸਲੇਸ਼ਨ ਦੇ ਵਿੱਚ ਗੜਬੜ ਹੋ ਰਹੀ ਸੀ ਗੂਗਲ ਦੀ, ਉੱਥੋਂ ਮੈਨੂੰ ਇੱਕ ਆਈਡੀਆ ਆਇਆ ਕਵਿਤਾ ਦਾ, ਅਤੇ ਉਹ ਇਹ ਮੈਂ ਜਿਹੜੀ ਹੈਗੀ ਹੈ ਆਪਣੀ ਕਿਤਾਬ ਦੇ ਵਿੱਚ ਧਰਮ ਬਨਾਮ ਧਰਮ ਦੇ ਵਿੱਚ ਉਹ ਸ਼ਾਮਿਲ ਕੀਤਾ। ਅਲਿਫ ਸ਼ੁਕਰੀਆ ਵੀਰੇ, ਜਿਹੜੇ ਕਵਿਤਾਵਾਂ ਦੇ ਸਿਰਲੇਖ ਨੇ ਵਧੀਆ ਨੇ, ਕਿਉਂਕਿ ਮੇਰਾ ਮੈਨੂੰ ਲੱਗਦਾ ਕਵਿਤਾ ਲਿਖਣ 'ਤੇ ਓਨਾ ਜ਼ੋਰ ਨਹੀਂ ਲੱਗਦਾ ਹੈਗਾ ਜਿੰਨਾ ਕੁ ਜ਼ੋਰ ਮੇਰਾ ਜਿਹੜਾ ਹੈਗਾ ਸਿਰਲੇਖ ਲਿਖਣ 'ਤੇ ਲੱਗ ਜਾਂਦਾ। ਹਾਂਜੀ ਜੋਗੀ ਜੀ ਆ ਗਏ ਹੋ, ਜੀ ਆਇਆਂ ਨੂੰ ਹਜ਼ੂਰ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਤੁਹਾਡੀ ਜਿਹੜੀ ਤਾਰੀਫ ਵੀ ਹੈਗੀ ਹੈ ਮੇਰੇ ਵਾਸਤੇ ਜਿਹੜਾ ਹੈਗਾ ਘਿਓ ਦਾ ਕੰਮ ਕਰਦੀ ਹੈਗੀ ਹੈ। ਤੁਸੀਂ ਸਾਡੇ ਵੱਡੇ ਹੈਗੇ ਹੋ, ਤੁਹਾਡੇ ਤੋਂ ਅਸੀਂ ਬਹੁਤ ਕੁਝ ਸਿੱਖਦੇ ਹੈਗੇ ਹਾਂ। ਤੁਸੀਂ ਸੁਣਨ ਵਾਸਤੇ ਬੈਠੇ ਹੋ, ਸੁਣਨ ਵਾਸਤੇ ਜੁੜੇ ਹੋਏ ਹੋ ਸਾਡੇ ਨਾਲ, ਬਹੁਤ ਬਹੁਤ ਸ਼ੁਕਰੀਆ। ਗੁਰਚਰਨ ਸਿੰਘ ਜੋਗੀ ਜੀ। ਹਰਵਿੰਦਰ ਵੀਰ ਉਹ ਇੱਕ ਵਾਰ ਮੈਂ ਸੁਣਾਤੀ ਹੈ ਪਹਿਲਾਂ, ਜੇ ਹੁਕਮ ਕਰੋਗੇ ਤਾਂ ਮੈਂ ਦੁਬਾਰਾ ਫਿਰ ਸੁਣਾ ਦੂੰਗਾ ਉਹ ਕਵਿਤਾ ਜਿਹੜੀ ਨਪੁੰਸਕ ਹੈਗੀ ਆ। ਸ਼ੁਕਰੀਆ। ਹਾਂ, ਤਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਮੈਨੂੰ ਉੱਥੋਂ ਆਈਡੀਆ ਆਇਆ ਅਤੇ ਕਵਿਤਾ ਦਾ ਅਨੁਵਾਨ ਬਣਿਆ ਧਰਮ ਦਾ ਗੂਗਲ ਟਰਾਂਸਲੇਟਰ। ਕਵਿਤਾ ਕੀ ਕਹਿੰਦੀ ਹੈ ਜੀ ਕਿ ਗੂਗਲ ਟਰਾਂਸਲੇਟਰ ਨੂੰ ਪੁੱਛਿਆ ਆਲ ਇਜ਼ ਵੈਲ ਕੀ ਹੋਇਆ, ਉਸ ਉਲਟਾ ਕੇ ਆਖਿਆ ਸਭੀ ਕੁएं ਹੈ। ਗੂਗਲ ਟਰਾਂਸਲੇਟਰ ਨੂੰ ਪੁੱਛਿਆ ਕਿ ਆਲ ਇਜ਼ ਵੈਲ ਕੀ ਹੋਇਆ, ਉਸ ਉਲਟਾ ਕੇ ਆਖਿਆ ਕਿ ਸਭੀ ਕੁएं ਹੈ। ਮੈਂ ਕਿਹਾ ਪਰ ਆਲ ਇਜ਼ ਵੈਲ ਤਾਂ ਸਭ ਠੀਕ ਠਾਕ ਹੈ। ਗੂਗਲ ਕਹਿੰਦਾ ਨਹੀਂ, ਸਭੀ ਕੁएं ਵਾਲਾ ਟਰਾਂਸਲੇਸ਼ਨ ਹੀ ਟਿਪ ਟਾਪ ਹੈ। ਹੁਣ ਇਹਨੂੰ ਮੈਂ ਇੰਪਲੀਮੈਂਟ ਕਿਵੇਂ ਕੀਤਾ ਹੈਗਾ ਧਰਮ ਦੇ ਸੰਦਰਭ ਦੇ ਵਿੱਚ। ਹਾਂਜੀ, ਇਹਨੂੰ ਧਰਮ ਦੇ ਪੁਆਇੰਟ ਆਫ ਵਿਊ ਤੋਂ ਕਿਵੇਂ ਮੈਂ ਇਹਨੂੰ ਲਾਗੂ ਕੀਤਾ। ਦੁਬਾਰਾ ਪੜ੍ਹ ਦਿੰਦਾ ਕਿ ਗੂਗਲ ਟਰਾਂਸਲੇਟਰ ਨੂੰ ਪੁੱਛਿਆ ਆਲ ਇਜ਼ ਵੈਲ ਕੀ ਹੋਇਆ, ਉਸ ਉਲਟਾ ਕੇ ਆਖਿਆ ਸਭੀ ਕੁएं ਹੈ। ਮੈਂ ਕਿਹਾ ਪਰ ਆਲ ਇਜ਼ ਵੈਲ ਤਾਂ ਸਭ ਠੀਕ ਠਾਕ ਹੈ। ਗੂਗਲ ਕਹਿੰਦਾ ਨਹੀਂ, ਸਭੀ ਕੁएं ਵਾਲਾ ਟਰਾਂਸਲੇਸ਼ਨ ਹੀ ਟਿਪ ਟਾਪ ਹੈ। ਧਰਮੀਆਂ ਨੂੰ ਸੁਨਹਿਰੇ ਅੱਖਰਾਂ ਦੇ ਅਰਥ ਪੁੱਛੇ, ਉਹਨਾਂ ਕਿਹਾ ਦੂਜੇ ਸਭ ਅਧਰਮੀ ਨੇ। ਧਰਮੀਆਂ ਨੂੰ ਸੁਨਹਿਰੇ ਅੱਖਰਾਂ ਦੇ ਅਰਥ ਪੁੱਛੇ, ਉਹਨਾਂ ਕਿਹਾ ਦੂਜੇ ਸਭ ਅਧਰਮੀ ਨੇ। ਜਾਪਦਾ ਸਭ ਧਰਮੀਆਂ ਦੇ ਅੰਦਰ ਗੂਗਲ ਟਰਾਂਸਲੇਟਰ ਦਾ ਵਰਜ਼ਨ ਕੋਈ ਇੰਸਟਾਲ ਹੋ ਗਿਆ, ਤਾਈਓ ਸੱਚ ਦੀ ਵਿਆਖਿਆ ਦਾ ਝੂਠਾ ਅਨੁਵਾਦ ਹੋ ਗਿਆ। ਸੋ ਇਹ ਮੇਰੀ ਕਵਿਤਾ, ਠੀਕ ਹੈ। ਆਈਡੀਏ ਕਵਿਤਾ ਦੇ ਆਉਂਦੇ ਨੇ ਸਾਨੂੰ ਸਾਡੇ ਚੁਗਿਰਦੇ ਦੇ ਵਿੱਚੋਂ। ਉਸ ਦਿਨ ਇਸ ਤੋਂ ਪਹਿਲਾਂ ਇੱਕ ਜਿਹੜਾ ਹੈਗਾ ਕਵਿਤਾ ਦੀ ਗੱਲਬਾਤ ਚੱਲ ਰਹੀ ਸੀ, ਕਵਿਤਾ ਦਾ ਸੰਵਾਦ ਚੱਲ ਰਿਹਾ ਸੀ। ਉਹਦੇ ਵਿੱਚ ਜਿਹੜਾ ਹੈ ਮੇਰਾ ਵੱਡਾ ਵੀਰ ਸੰਦੀਪ ਭੰਮੇ, ਉਹ ਤੁਹਾਡੇ ਨਾਲ ਰੂਬਰੂ ਹੋ ਰਿਹਾ ਸੀ। ਮੈਂ ਉਹਦੀ ਜਿਹੜਾ ਉਹਦਾ ਲਾਈਵ ਹੈ ਉਹ 2-3 ਵਾਰ ਸੁਣਿਆ। ਉਹਦਾ ਲਾਈਵ ਬਹੁਤ ਕਮਾਲ ਦਾ ਲਾਈਵ ਸੀ ਉਹ। ਅਤੇ ਉਸ ਲਾਈਵ ਦੇ ਵਿੱਚ ਉਹਨੇ ਕਵਿਤਾ ਦੇ ਨਾਲ ਰਿਲੇਟਡ, ਕਵਿਤਾ ਦੇ ਸਿਧਾਂਤ ਦੇ ਨਾਲ, ਵਿਹਾਰ ਦੇ ਨਾਲ ਰਿਲੇਟਡ ਜਿੰਨੀਆਂ ਗੱਲਾਂ ਬਾਤਾਂ ਅਤੇ ਜਿਸ ਢੰਗ ਦੇ ਨਾਲ ਉਹਨੇ ਗੱਲਾਂ ਬਾਤਾਂ ਕੀਤੀਆਂ, ਬੜੀਆਂ ਮਹੱਤਵਪੂਰਨ ਗੱਲਾਂ ਬਾਤਾਂ ਕੀਤੀਆਂ ਸੀ। ਠੀਕ ਹੈ। ਅਤੇ ਮੈਂ ਸੰਦੀਪ ਬਾਈ ਨਾਲ ਗੱਲ ਕੀਤੀ ਅਤੇ ਮੈਂ ਉਹਨੂੰ ਕਿਹਾ ਸੀ ਯਾਰ, ਮੈਂ ਕਿਹਾ ਮੈਨੂੰ ਬਹੁਤ ਵਧੀਆ ਲੱਗਿਆ ਅਤੇ
ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਉਸ ਢੰਗ ਦੇ ਨਾਲ ਜਿਹੜਾ ਹੈਗਾ ਉਸ ਜਿਹੜੀ ਲੜੀ ਨੂੰ ਤੂੰ ਛੱਡ ਕੇ ਆਇਆ ਉਹਨੂੰ ਮੈਂ ਕੰਟੀਨਿਊ ਕਰ ਸਕਾਂ। ਸੋ ਜਿੱਥੇ ਕਿਤੇ ਵੀ ਮੈਨੂੰ ਮੌਕਾ ਮਿਲੂਗਾ ਕਿ ਕਵਿਤਾ ਕੀ ਹੈ, ਕਵਿਤਾ ਕਿਵੇਂ ਆਉਂਦੀ ਹੈਗੀ ਹੈ, ਕਵਿਤਾ ਕਿਵੇਂ ਉਚਾਰੀ ਜਾਂਦੀ ਹੈਗੀ ਹੈ, ਕਵਿਤਾ ਨਾਜ਼ਲ ਕਿਵੇਂ ਹੁੰਦੀ ਹੈ, ਉਹਦੇ ਬਾਰੇ ਵੀ ਜਿਹੜੀ ਹੈ ਗੱਲਬਾਤ ਚੱਲਦੀ ਰਹੂਗੀ। ਸ਼ੁਕਰੀਆ ਜੋਗੀ ਜੀ, ਸ਼ੁਕਰੀਆ ਸੁਰਜੀਤ ਵੀਰ। ਪਹਿਲਾਂ ਇੱਕ ਦੋ ਹੋਰ ਕਵਿਤਾਵਾਂ ਪੜ੍ਹ ਲਈਏ ਹਜ਼ੂਰ, ਤੇ ਉਸ ਤੋਂ ਬਾਅਦ ਆਪਾਂ ਫਿਰ ਉਹ ਕਰਦੇ ਹੈਗੇ ਆ। ਹਾਂ ਜਾਪੀ ਵੀਰ, ਥਾਲੀ ਦੇ ਬੈਂਗਣ ਵਾਲੀ ਠੀਕ ਹੈ, ਦੁਬਾਰਾ ਸੁਣਾ ਦਿੰਦਾ ਹੈਗਾ। ਮੇਰਾ ਵੱਡਾ ਬਾਈ ਬਲਕਾਰ ਔਲਖ, ਸਾਡੀ ਅੱਜ ਦੀ ਜਿਹੜੀ ਪੀੜ੍ਹੀ ਚੱਲ ਰਹੀ ਹੈ ਨਾ, ਜਿਹੜੇ ਸਾਡੇ ਅੱਜ ਦੀ ਪੀੜ੍ਹੀ ਦੇ ਕਵੀ ਨੇ, ਨੌਜਵਾਨ ਕਵੀ, ਨੌਜਵਾਨ ਗਜ਼ਲਗੋ ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚ ਬਲਕਾਰ ਔਲਖ ਜਿਹੜਾ ਹੈਗਾ ਸਿਰ ਕੱਢਵਾਂ ਨਾਮ ਹੈ। ਬਲਕਾਰ ਔਲਖ ਨੇ ਜਦੋਂ ਮੇਰੀਆਂ ਕਵਿਤਾਵਾਂ ਸੁਣੀਆਂ ਇਸ ਵਾਰ ਬਠਿੰਡੇ ਟੋਨੀ ਬਾਤਿਸ਼ ਮੇਲੇ 'ਤੇ ਇਹ ਕਿਤਾਬ ਜਿਹੜੀ ਸੀ ਧਰਮ ਬਨਾਮ ਧਰਮ, ਇਹਦੇ ਵਿੱਚੋਂ ਮੈਂ ਕਵਿਤਾਵਾਂ ਸੁਣਾਈਆਂ ਤਾਂ ਬਲਕਾਰ ਦਾ ਇੱਕ ਕੰਪਲੀਮੈਂਟ ਸੀ ਜਿਹੜਾ ਇਹਨੇ ਕਾਫੀ ਦੇਰ ਬਾਅਦ ਮੈਨੂੰ ਮਿਲ ਕੇ ਦਿੱਤਾ, ਅਤੇ ਮੈਨੂੰ ਕਹਿੰਦਾ ਕਿ ਵੀ ਸਵਾਮੀ ਹੁਣ ਤੂੰ ਮੈਚਿਓਰ ਹੋ ਗਿਆ, ਮੈਚਿਓਰ ਕਵਿਤਾ ਲਿਖਣ ਲੱਗ ਗਿਆ। ਹਾਲਾਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਮੈਚਿਓਰ ਹੀ ਲਿਖਦਾ ਹੈਗਾ ਹੈ ਨਾ, ਕਿਉਂਕਿ ਬੰਦੇ ਨੂੰ ਜਦ ਤੱਕ ਬੰਦੇ ਕੋਲ ਸ਼ੀਸ਼ਾ ਨਹੀਂ ਹੁੰਦਾ, ਅਦਰ ਆਬਜੈਕਟ ਨਹੀਂ ਹੁੰਦਾ, ਉਹਨੂੰ ਪਤਾ ਵੀ ਨਹੀਂ ਲੱਗਦਾ ਹੈਗਾ। ਸੋ ਬਲਕਾਰ ਮੇਰਾ ਵੱਡਾ ਬਾਈ ਹੈਗਾ, ਉਹ ਵੀ ਨਾਲ ਜੁੜਿਆ ਹੋਇਆ, ਗੱਲਾਂ ਬਾਤਾਂ ਕਰ ਰਿਹਾ, ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਸੁਖਦੀਪ ਔਜਲਾ, ਅਜੋਕੀ ਪੰਜਾਬੀ ਖੁੱਲ੍ਹੀ ਕਵਿਤਾ, ਝੂਠੇ ਇਨਾਮ ਸਨਮਾਨ, ਵੱਡੇ ਕਵੀਆਂ ਦੀਆਂ ਭੂਮਿਕਾਵਾਂ, ਸਿਫਾਰਸ਼ਾਂ ਬਾਰੇ ਵੀ 2 ਮਿੰਟ ਗੱਲ ਕਰਨਾ। ਸੁਖਦੀਪ ਜ਼ਰੂਰ ਕਰਾਂਗੇ ਗੱਲ, ਤੇ ਪਰ ਮੈਨੂੰ ਹੈਗਾ ਕਿ ਗੱਲ ਕਰਦੇ ਕਰਦੇ ਹੈ ਨਾ ਗੱਲ ਹੋਰ ਪਾਸੇ ਨਾ ਤੁਰ ਜੇ ਆਪਣੇ ਕੋਲੇ ਸਮਾਂ ਰਹਿੰਦਾ ਹੋਇਆ ਤਾਂ ਆਪਾਂ ਜ਼ਰੂਰ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸੋ ਜਾਪੀ ਵੀਰ ਨੇ ਜਿਹੜੀ ਹੈਗੀ ਹੈ ਕਿਹਾ, ਗੁਜ਼ਾਰਿਸ਼ ਕੀਤੀ ਹੈਗੀ ਅਤੇ ਹੁਕਮ ਦਿੱਤਾ, ਅਤੇ ਉਹਨੂੰ ਮੈਂ ਉਹ ਕਵਿਤਾ ਜਿਹੜੀ ਹੈ ਦੁਬਾਰਾ ਸੁਣਾਊਂਗਾ। ਮੈਂ ਚਾਹੁੰਦਾ ਕਿ ਤੁਸੀਂ ਲਿਖੇ ਹੋਏ ਨਾਟਕਾਂ ਦੇ ਡਾਇਲੌਗ ਬੋਲ ਕੇ ਇਸ ਬੇਸ 'ਤੇ ਸਾਂਝੇ ਕਰਿਆ ਕਰੋ ਜੀ। ਜੀ ਹਜ਼ੂਰ ਹਰਵਿੰਦਰ ਜੀ, ਜੇ ਮੈਨੂੰ ਇਜਾਜ਼ਤ ਦੇਣਗੇ ਤਾਂ ਮੈਂ ਜ਼ਰੂਰ ਕਰੂੰਗਾ। ਨਹੀਂ ਬਲਕਾਰ, ਸ਼ੁਕਰੀਆ ਵੀਰੇ ਤੇਰਾ ਕਿ ਤੂੰ ਮੈਨੂੰ ਬੈਠਾ ਸੁਣ ਰਿਹਾ ਹੈ, ਤੇਰਾ ਸ਼ੁਕਰੀਆ। ਓਕੇ ਜਾਪੀ ਵੀਰ, ਤੇਰੀ ਜਿਹੜੀ ਫਰਮਾਇਸ਼ 'ਤੇ ਮੈਂ ਕਵਿਤਾ ਦੁਬਾਰਾ ਸੁਣਾ ਰਿਹਾ। ਕਵਿਤਾ ਦਾ ਨਾਂ ਸੀ ਕਿ ਜਦੋਂ ਬੰਦਾ ਨਹੀਂ ਰਹਿੰਦਾ। ਦੁੱਖ ਵੇਲੇ ਹਰ ਥਾਂ ਕੋ ਥਾਂ, ਦੁੱਖ ਵੇਲੇ ਥਾਂ ਕੋ ਥਾਂ, ਹਰ ਥਾਂ ਜਾ ਮੱਥੇ ਰਗੜਨ ਵਾਲੇ ਧਰਮੀ ਲੋਕਾਂ ਨੂੰ ਤੱਕ ਕੇ ਅਕਸਰ ਜ਼ਿਹਨ ਵਿੱਚ ਬਿੰਬ ਉੱਭਰਦਾ ਏ, ਚੱਕਵੇਂ ਚੁੱਲ੍ਹਿਆਂ ਦਾ, ਬਿਨ ਪੈਂਦੇ ਦੇ ਲੋਟਿਆਂ ਦਾ, ਥਾਲੀ ਦੇ ਬੈਂਗਣਾਂ ਦਾ। ਉਂਝ ਬੰਦੇ ਹੁੰਦੇ ਨੇ, ਚੱਕਵੇਂ ਚੁੱਲ੍ਹੇ ਨਹੀਂ ਹੁੰਦੇ, ਬਿਨ ਪੈਂਦੇ ਦੇ ਲੋਟੇ ਨਹੀਂ ਹੁੰਦੇ, ਨਾ ਹੀ ਥਾਲੀ ਦੇ ਬੈਂਗਣ ਹੁੰਦੇ ਨੇ। ਡਰਿਆ ਮਨ, ਸਹਿਮਿਆ ਦਿਮਾਗ ਤੇ ਠਰਿਆ ਦਿਲ ਕੁਝ ਬੰਦਿਆਂ ਨੂੰ ਬੰਦੇ ਨਹੀਂ ਰਹਿਣ ਦਿੰਦਾ, ਬਣਾ ਦਿੰਦਾ ਚੱਕਵੇਂ ਚੁੱਲ੍ਹੇ, ਬਿਨ ਪੈਂਦੇ ਦੇ ਲੋਟੇ ਤੇ ਥਾਲੀ ਦੇ ਬੈਂਗਣ। ਠੀਕ ਹੈ ਜਾਪੀ ਵੀਰ, ਸ਼ੁਕਰੀਆ। ਹਾਂ ਨਿਤਿਨ ਸਚਦੇਵਾ ਵੀਰ ਜੁੜਿਆ ਨਾਲ, ਸ਼ੁਕਰੀਆ ਨਿਤਿਨ ਵੀਰ, ਜੀ ਆਇਆਂ ਨੂੰ, ਤੁਸੀਂ ਨਾਲ ਜੁੜੇ ਹੈਗੇ ਹੋ, ਬੜੀ ਮਿਹਰਬਾਨੀ ਤੁਹਾਡੀ। ਇੱਕ ਧਰਮ ਬਨਾਮ ਧਰਮ ਦੇ ਵਿੱਚੋਂ ਇੱਕ ਕਵਿਤਾ ਹੋਰ ਕਹਿਣ ਲੱਗਿਆ, ਤੁਹਾਡੇ ਪੇਸ਼ੇ ਖਿਦਮਤ ਹੈਗੀ ਹੈ। ਬੇਅੰਤ ਸਿਵਿਆ ਜੀ ਆਏ ਨੇ, ਜੀ ਆਇਆਂ ਨੂੰ ਛੋਟੇ ਵੀਰ, ਬੜਾ ਚੰਗਾ ਲੱਗਿਆ ਤੁਸੀਂ ਜੁੜੇ ਹੋ ਸਾਡੇ ਨਾਲ। ਇਹ ਜਿਹੜੀਆਂ ਕਵਿਤਾਵਾਂ ਨੇ ਇਸ ਕਿਤਾਬ ਦੇ ਵਿੱਚ, ਧਰਮ ਬਨਾਮ ਧਰਮ ਦੇ ਵਿੱਚ 82 ਕਵਿਤਾਵਾਂ ਨੇ, ਅਤੇ ਸਾਰੀਆਂ ਹੀ ਧਰਮ ਦੇ ਨਾਲ ਜੁੜੀਆਂ ਹੋਈਆਂ ਨੇ। ਧਰਮ ਬਨਾਮ ਧਰਮ ਦਾ ਹੀ ਮੁੱਦਾ ਉਹਦੇ 'ਤੇ ਹੈਗਾ, ਅਤੇ ਇਹ ਸਾਰੀਆਂ ਕਵਿਤਾਵਾਂ ਜ਼ਰਾਫਤੀ ਨੇ। ਜ਼ਰਾਫਤੀ ਭਾਵ ਤਨਜ਼ੀਆ, ਸਟੈਰੀਕਲ, ਵਿਅੰਗਮਈ ਨੇ ਸਾਰੀਆਂ ਕਵਿਤਾਵਾਂ। ਪਾਲੀ ਸਿੱਧੂ ਵੀਰ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤਾਂ ਮੈਂ ਕਵਿਤਾ ਸੁਣਾ ਰਿਹਾ ਸੀ, ਅਨਾਥ ਪਿਓ। ਕਵਿਤਾ ਸ਼ੁਰੂ ਹੁੰਦੀ ਹੈ ਕਿ ਤੂੰ ਕੌਣ? ਮੈਂ ਹਿੰਦੂ। ਤੂੰ ਕੌਣ? ਮੈਂ ਮੁਸਲਮਾਨ। ਤੂੰ ਕੌਣ? ਮੈਂ ਸਿੱਖ। ਤੂੰ ਕੌਣ? ਮੈਂ ਈਸਾਈ। ਤੂੰ ਕੌਣ? ਮੈਂ ਸੈਆਂ ਪੁੱਤਰਾਂ ਦਾ ਬਾਪ, ਧਰਮ ਸਿਉਂ ਫਿਰ ਵੀ ਅਨਾਥ ਹੈ। ਸਾਹਿਲਪ੍ਰੀਤ, ਸ਼ੁਕਰੀਆ ਸਾਹਿਲਪ੍ਰੀਤ ਵੀਰ, ਤੂੰ ਨਾਲ ਜੁੜਿਆ ਹੈਗਾ, ਬਹੁਤ ਸ਼ੁਕਰੀਆ। ਇਸੇ ਜੀ ਜੋਗੀ ਜੀ, ਸ਼ੁਕਰੀਆ ਜੀ। ਇੱਕ ਹੋਰ ਕਵਿਤਾ ਦਾ ਉਨਵਾਨ ਹੈ ਧਰਮੀ ਡੂਮਣਾ। ਸਿਰਲੇਖ ਹੈ ਜੀ ਧਰਮੀ ਡੂਮਣਾ। ਮੈਂ ਆਪੇ ਧਰਮ ਨੂੰ ਡੂਮਣਾ ਬਣਾ ਲਿਆ,
ਹੁਣ ਮੈਂ ਇਸ ਦੇ ਮਾਖਿਓ ਰਸ ਨੂੰ ਚਖਦਾ ਨਹੀਂ। ਮੈਂ ਆਪੇ ਧਰਮ ਨੂੰ ਡੂਮਣਾ ਬਣਾ ਲਿਆ, ਹੁਣ ਮੈਂ ਇਸ ਦੇ ਮਾਖਿਓ ਰਸ ਨੂੰ ਚਖਦਾ ਨਹੀਂ। ਬਸ ਇਸ ਵੱਲ ਉਂਗਲ ਕਰਕੇ ਭੀੜ 'ਚ ਅਲੋਪ ਹੋ ਜਾਣਾ। ਜੇ ਤੁਸੀਂ ਡੂਮਣੇ ਦੇ ਸੁਭਾਅ ਬਾਰੇ ਜਾਣਦੇ ਹੋ ਤਾਂ ਤੁਹਾਨੂੰ ਪਤਾ ਹੋਊਗਾ, ਤੁਸੀਂ ਇਸ ਮੇਰੀ ਕਵਿਤਾ ਨੂੰ ਬਹੁਤ ਸੋਹਣੇ ਢੰਗ ਨਾਲ ਸਮਝ ਸਕਦੇ ਹੈਗੇ ਹੋ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਡੂਮਣੇ ਵੱਲ ਉਂਗਲ ਨਹੀਂ ਕਰੀਦੀ ਹੁੰਦੀ ਅਤੇ ਡੂਮਣਾ ਪਿੱਛੇ ਪੈ ਜਾਂਦਾ। ਤਾਂ ਉਸੇ 'ਤੇ ਇਹ ਜਿਹੜੀ ਮੇਰੀ ਕਵਿਤਾ ਸੀ ਧਰਮੀ ਡੂਮਣਾ, ਕਿ ਮੈਂ ਆਪੇ ਧਰਮ ਨੂੰ ਡੂਮਣਾ ਬਣਾ ਲਿਆ, ਹੁਣ ਮੈਂ ਇਸ ਦੇ ਮਾਖਿਓ ਰਸ ਨੂੰ ਚਖਦਾ ਨਹੀਂ। ਬਸ ਇਸ ਵੱਲ ਉਂਗਲ ਕਰਕੇ ਭੀੜ ਵਿੱਚ ਅਲੋਪ ਹੋ ਜਾਣਾ। ਸ਼ੁਕਰੀਆ ਜਾਪੀ ਵੀਰ, ਸ਼ੁਕਰੀਆ ਮੇਰੇ ਪਿਆਰੇ ਅਲਿਫ। ਇੱਕ ਕਵਿਤਾ ਹੋਰ ਪੜ੍ਹਾਂਗਾ ਇਸੇ ਕਿਤਾਬ ਦੇ ਵਿੱਚੋਂ। ਕਵਿਤਾ ਦਾ ਉਨਵਾਨ ਹੈ ਪਾਵਰ ਡਿਸਕੋਰਸ। ਸਿਰਲੇਖ ਹੈ ਜੀ ਪਾਵਰ ਡਿਸਕੋਰਸ। ਉਹ ਭੀੜ ਨੂੰ ਧਾਰਮਿਕ ਬਣਾ ਰਹੇ ਨੇ, ਉਹ ਭੀੜ ਨੂੰ ਧਾਰਮਿਕ ਬਣਾ ਰਹੇ ਨੇ। ਭੀੜ ਜੋ ਉਹਨਾਂ ਦੀ ਤਾਕਤ ਬਣੇਗੀ, ਤਾਕਤ ਜਿਸ ਨਾਲ ਉਹ ਧੌਂਸ ਜਮਾਵਣਗੇ, ਧੌਂਸ ਜਿਸ ਨਾਲ ਉਹ ਦਹਿਸ਼ਤ ਪਾਵਣਗੇ। ਉਹ ਭੀੜ ਨੂੰ ਧਾਰਮਿਕ ਬਣਾ ਰਹੇ ਨੇ, ਭੀੜ ਜੋ ਉਹਨਾਂ ਦੀ ਤਾਕਤ ਬਣੇਗੀ, ਤਾਕਤ ਜਿਸ ਨਾਲ ਉਹ ਧੌਂਸ ਜਮਾਵਣਗੇ, ਧੌਂਸ ਜਿਸ ਨਾਲ ਉਹ ਦਹਿਸ਼ਤ ਪਾਵਣਗੇ, ਦਹਿਸ਼ਤ ਜਿਸ ਦੇ ਸਾਏ ਹੇਠ ਫਿਲਹਾਲ ਉਹ ਆਪ ਜੀ ਰਹੇ ਨੇ। ਸੋ ਸ਼ੁਕਰੀਆ ਜਨਾਬ। ਮੈਂ ਇਸ ਕਿਤਾਬ ਦੇ ਵਿੱਚੋਂ ਕਵਿਤਾਵਾਂ ਮਤਲਬ ਸੁਣਾਉਣੀਆਂ ਸੀ, ਤੁਹਾਨੂੰ ਸੁਣਾਤੀਆਂ, ਅਤੇ ਬਾਕੀ ਜਿਸ ਵੀ ਢੰਗ ਦੇ ਨਾਲ ਜੋ ਵੀ ਤੁਸੀਂ ਗੱਲਬਾਤ ਮੇਰੇ ਨਾਲ ਕਰੋਗੇ ਆਪਾਂ ਉਹ ਗੱਲਬਾਤ ਨੂੰ ਅੱਗੇ ਕੰਟੀਨਿਊ ਕਰ ਸਕਾਂਗੇ। ਹੁਣ ਮੈਂ ਜਿਹੜੀ ਮੇਰੀ ਦੂਜੀ ਕਿਤਾਬ ਹੈ, ਇਹ ਕਿਤਾਬ ਦਾ ਸਿਰਲੇਖ ਸੀ ਰੰਗਾਂ ਦੀ ਰਾਸ ਲੀਲਾ। ਇਹਦੇ ਵਿੱਚੋਂ ਮੈਂ ਆਪਣੀਆਂ 2-4 ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹੈਗਾ। ਮੇਰੀ ਇੱਕ ਮੈਨੂੰ ਬਹੁਤ ਸੋਹਣੀ ਲੱਗਦੀ ਹੈਗੀ ਆ। ਹਰਵਿੰਦਰ ਸਿੰਘ ਰੁੜਕੀ ਜੀ ਕਹਿੰਦੇ ਨੇ ਕਿ ਡੂਮਣੇ ਦਾ ਮਾਖਿਓ ਰਸ ਤਾਂ ਹੋਰ ਚੱਕਦੇ ਨੇ ਜੀ, ਸਾਡੇ ਹਿੱਸੇ ਤਾਂ ਮੱਖੀਆਂ ਦੇ ਡੰਗ ਹੀ ਆਉਂਦੇ ਨੇ। ਹਾਂਜੀ ਹਜ਼ੂਰ ਹਰਵਿੰਦਰ ਜੀ, ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਧਰਮ ਦੀ ਐਨਰਜੀ ਹੈ, ਉਹ ਐਨਰਜੀ ਤਾਂ ਸਾਡੇ ਅੰਦਰ ਪਈ ਹੈਗੀ ਹੈ। ਉਹ ਐਨਰਜੀ ਜਿਹੜੀ ਕਿ ਸਾਨੂੰ ਸਦਾ ਬਲਵਾਨ ਕਰਦੀ ਹੈਗੀ ਹੈ, ਸਾਨੂੰ ਸਦਾ ਹੀ ਚੰਗਾ ਕਰਨ ਵੱਲ ਪ੍ਰੇਰਿਤ ਕਰਦੀ ਹੈਗੀ ਹੈ, ਸਾਨੂੰ ਹਮੇਸ਼ਾ ਹੀ ਖੂਬਸੂਰਤ ਦਿਖਣ ਦੇ ਵਿੱਚ ਸਹਾਈ ਹੁੰਦੀ ਹੈਗੀ ਹੈ। ਉਸ ਧਰਮ ਦੀ ਜਿਹੜੀ ਪਾਵਰ ਹੈਗੀ ਹੈ, ਉਸ ਪਾਵਰ ਨੂੰ ਬਹੁਤ ਲੋਕਾਂ ਨੇ ਜਿਹੜਾ ਹੈਗਾ ਗੰਧਲਾ ਦਿੱਤਾ ਹੈਗਾ। ਬਹੁਤ ਲੋਕਾਂ ਨੇ ਉਹਦਾ ਮਤਲਬ ਉਹਨੂੰ ਉਸ ਢੰਗ ਦੇ ਨਾਲ ਬਣਾ ਦਿੱਤਾ ਹੈ ਕਿ ਅਸੀਂ ਲੋਕ ਜਿਹੜੇ ਹੈਗੇ ਆ ਨਿੱਜੀ ਸਵਾਰਥਾਂ ਵੱਲ ਰੁਚਿਤ ਹੋ ਗਏ ਆ। ਅਸੀਂ ਲੋਕ ਜਿਹੜੇ ਹੈਗੇ ਆ ਅਸੀਂ ਰੁਚਿਤ ਹੋ ਗਏ ਆ ਡਰਾਂ ਵੱਲ, ਹੈ ਨਾ। ਸਾਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਨੇ ਪ੍ਰਲੋਭਨ ਜਿਹੜੇ ਦਿੱਤੇ ਗਏ ਨੇ, ਹੈ ਨਾ। ਇੱਕ ਬਹੁਤ ਵੱਡਾ ਜਿਹੜਾ ਹੈਗਾ ਅਡੰਬਰ ਰਚਿਆ ਗਿਆ ਹੈਗਾ। ਜੇ ਤੁਸੀਂ ਹਿੰਦੂ ਮਿਥੋਲੋਜੀ ਨੂੰ ਪੜ੍ਹੋ ਤਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਅਡੰਬਰ ਜਿਹੜਾ ਹੈਗਾ ਉਹ ਸਾਨੂੰ ਦੇਖਣ ਨੂੰ ਮਿਲਦਾ। ਅਤੇ ਕਿਤੇ ਨਾ ਕਿਤੇ ਇਹ ਜਿਹੜੇ ਸਾਡੇ ਲੋਕਾਂ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ ਕਿਤੇ ਨਾ ਕਿਤੇ ਉਹ ਵਾਸ ਕਰ ਰਿਹਾ, ਅਤੇ ਅਸੀਂ ਲੋਕ ਉਸੇ ਰਾਹ 'ਤੇ ਤੁਰਦੇ ਜਾ ਰਹੇ ਹਾਂ। ਜਦੋਂ ਕਿ ਮੈਂ ਇਹ ਕਹਿੰਦਾ ਹੁੰਦਾ ਕਿ ਸਾਨੂੰ ਜੋ ਸਾਡੇ ਅੰਦਰ ਹੈ, ਸਾਨੂੰ ਸਭ ਤੋਂ ਪਹਿਲਾਂ ਉਹਦੇ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈਗਾ, ਉਹਦੇ 'ਤੇ ਆਪਣੀ ਟੇਕ ਟਿਕਾਉਣੀ ਚਾਹੀਦੀ ਹੈ। ਸੋ ਕਵਿਤਾ ਜਿਹੜੀ ਹੈ ਮੈਂ ਸੁਣਾਉਣ ਲੱਗਾ ਜੀ। ਕਵਿਤਾ ਦਾ ਉਨਵਾਨ ਹੈ ਜੀ ਨੀਂਹ। ਨੀਂਹ ਜਿਹੜੀ ਕਿ ਜਦੋਂ ਅਸੀਂ ਕੋਈ ਮਕਾਨ, ਕੋਈ ਬਿਲਡਿੰਗ ਉਸਾਰਦੇ ਹੈਗੇ ਹਾਂ ਤਾਂ ਜਦੋਂ ਅਸੀਂ ਨੀਂਹ ਪੱਟਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਇੱਟਾਂ ਪੱਥਰ ਮਜ਼ਬੂਤੀ ਵਾਸਤੇ ਲਾ ਕੇ ਅਤੇ ਉਹਦੇ 'ਤੇ ਸਾਰੀ ਇੱਕ ਬਿਲਡਿੰਗ ਜਿਹੜੀ ਹੈ ਖੜੀ ਹੁੰਦੀ ਹੈ, ਉਹ ਜਿਹੜਾ ਬੇਸ ਹੈ ਉਹਨੂੰ ਨੀਂਹ ਕਹਿੰਦੇ ਨੇ। ਮੈਂ ਉਹਦੇ ਬਾਰੇ ਆਪਣੀ ਇਹ ਕਵਿਤਾ ਕਹਿਣ ਲੱਗਾ। ਜਦ ਹੋਵੇਗਾ ਨਵ ਭਾਰਤ ਦਾ ਨਿਰਮਾਣ, ਜਦ ਸਿਰਜਿਆ ਜਾਏਗਾ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ, ਜਦ ਜਰਜਰ ਹੋਈ ਮੌਜੂਦਾ ਇਮਾਰਤ ਨੂੰ ਢਾਹ ਕੇ ਬਣਾਇਆ ਜਾਏਗਾ ਲੋਕਾਂ ਦੇ ਮੇਚ ਦਾ ਮਹਿਲ, ਜਦ ਹੋਵੇਗਾ ਨਵ ਭਾਰਤ ਦਾ ਨਿਰਮਾਣ, ਜਦ ਸਿਰਜਿਆ ਜਾਏਗਾ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ, ਜਦ ਜਰਜਰ ਹੋਈ ਮੌਜੂਦਾ ਇਮਾਰਤ ਨੂੰ ਢਾਹ ਕੇ ਬਣਾਇਆ ਜਾਏਗਾ ਲੋਕਾਂ ਦੇ ਮੇਚ ਦਾ ਮਹਿਲ, ਸਾਨੂੰ ਪਤਾ ਏ ਉਦੋਂ ਸਾਡਾ ਜ਼ਿਕਰ ਵੀ ਨਹੀਂ ਹੋਏਗਾ।
ਸਾਨੂੰ ਪਤਾ ਏ ਉਦੋਂ ਸਾਡਾ ਜ਼ਿਕਰ ਵੀ ਨਹੀਂ ਹੋਏਗਾ। ਅਸੀਂ ਤਾਂ ਲੋਕ ਮਨਾਂ 'ਚੋਂ ਵਿਸਰ ਗਏ ਹੋਵਾਂਗੇ। ਕਿਉਂ? ਕਿਉਂਕਿ ਅਸੀਂ ਤਾਂ ਨੀਹਾਂ 'ਚ ਹੋਵਾਂਗੇ, ਕਿਉਂਕਿ ਅਸੀਂ ਤਾਂ ਨੀਹਾਂ 'ਚ ਹੋਵਾਂਗੇ। ਇਹ ਜਿਹੜੀ ਕਵਿਤਾ ਹੈ ਨਾ, ਇਹ ਲਗਭਗ ਜਿਹੜੇ ਸਾਡੇ ਵਰਗੇ ਜਨ ਸਧਾਰਨ ਲੋਕ ਨੇ, ਇਹ ਉਹਨਾਂ ਦੀ ਹੋਣੀ ਹੈ। ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕਿੰਨੇ ਹੀ ਲੋਕ ਸੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਹੜੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਜਿਨ੍ਹਾਂ ਨੇ ਭੋਗੀਆਂ, ਉਹ ਲੋਕ ਜਿਨ੍ਹਾਂ ਨੂੰ ਫਾਂਸੀਆਂ ਲੱਗੀਆਂ, ਜਿਨ੍ਹਾਂ ਨੇ ਕਿਸੇ ਵੀ ਢੰਗ ਦੇ ਨਾਲ ਆਪਣਾ ਪਰਿਵਾਰ ਜਿਹੜਾ ਹੈਗਾ ਪੂਰਾ ਇਹਦੇ ਤੋਂ ਦੇਸ਼ ਤੋਂ ਵਾਰ ਦਿੱਤਾ, ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਪਰ ਹੋਇਆ ਕੀ ਕਿ ਜਦੋਂ ਹੁਣ ਦੇਸ਼ ਆਜ਼ਾਦ ਹੋ ਗਿਆ ਤਾਂ ਉਹ ਕੁਰਬਾਨੀਆਂ ਕਰਨ ਵਾਲੇ ਲੋਕ, ਉਹਨਾਂ ਦਾ ਕਿਤੇ ਜ਼ਿਕਰ ਵੀ ਨਹੀਂ ਹੁੰਦਾ ਹੈਗਾ। ਠੀਕ ਹੈ, ਉਹਨਾਂ ਨੂੰ ਤਾਂ ਮਤਲਬ ਕਈ ਵਾਰ ਤਾਂ ਇਹ ਕਹਿੰਦੇ ਨੇ ਕਿ ਜੀ ਉਹ ਅੱਤਵਾਦੀ ਲੋਕ ਸੀ। ਤਾਂ ਹੁੰਦਾ ਕੀ ਹੈ ਕਿ ਜਿਹੜੀ ਰਾਜਨੀਤੀ ਹੈ, ਜਿਹੜੀ ਸਿਆਸਤ ਹੈ, ਸਿਆਸਤ ਸਦਾ ਹੀ ਹਮੇਸ਼ਾ ਹੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਕਿ ਆਪਣਾ ਹਰਵਿੰਦਰ ਬਾਈ ਨੇ ਜਿਹੜਾ ਜ਼ਿਕਰ ਕੀਤਾ ਸੀ, ਮੈਂ ਉਹਦੀ ਗੱਲ ਨੂੰ ਹੋਰ ਵੱਡਾ ਕਰਦਾ ਹੈਗਾ ਕਿ ਜਿਹੜੀ ਸਿਆਸਤ ਹੁੰਦੀ ਹੈ ਨਾ, ਸਿਆਸਤ ਦਾ ਜਿਹੜਾ ਗਲਬਾ ਹੈਗਾ, ਇਹੀ ਜਿਹੜਾ ਬੰਦੇ ਨੂੰ ਇੱਕ ਘੇਰਾਬੰਦੀ ਦੇ ਵਿੱਚ ਲੈਂਦਾ ਹੈਗਾ ਤੇ ਇਹੀ ਸਾਰਾ ਕ੍ਰੈਡਿਟ ਲੈਂਦਾ। ਸਿਆਸਤ ਬਾਰੇ ਮੇਰੀ ਇੱਕ ਦੋ ਕਵਿਤਾਵਾਂ ਹੈਗੀਆਂ ਨੇ, ਇਹਦੇ 'ਚ ਮੈਂ ਉਹ ਜ਼ਰੂਰ ਪੜ੍ਹੂੰਗਾ। ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ। ਮੈਂ ਪੜ੍ਹ ਰਿਹਾ ਸੀ, ਹਾਂਜੀ ਹਰਵਿੰਦਰ ਬਾਈ, ਸੁਣਨਾ ਤੁਹਾਡੀ ਗੱਲ ਦੇ ਨਾਲ ਹੀ ਇਹ ਗੱਲ ਯਾਦ ਆਈ ਹੈਗੀ ਆ ਕਿ ਜਿਹੜੀ ਸਿਆਸਤ ਹੈਗੀ ਹੈ ਇਹ ਸਾਰੇ ਕਿਤੇ ਸਫ਼ਰ ਕਰਦੀ ਹੈ। ਸ਼ੁਕਰੀਆ ਜੋਗੀ ਜੀ, ਕਿਉਂਕਿ ਅਸੀਂ ਤਾਂ ਨੀਹਾਂ 'ਚ ਹੋਵਾਂਗੇ। ਸ਼ੁਕਰੀਆ। ਕਵਿਤਾ ਦਾ ਉਨਵਾਨ ਹੈ ਜੀ ਹੂਟੇ। ਹੂਟੇ ਭਾਵ ਜਿਹੜੇ ਝੂਟੇ ਹੁੰਦੇ ਨੇ, ਉਹਨਾਂ ਨੂੰ ਹੂਟੇ ਵੀ ਕਿਹਾ ਜਾਂਦਾ ਹੈਗਾ। ਮੇਰੀ ਕਵਿਤਾ ਦਾ ਉਨਵਾਨ ਹੈ ਜੀ ਹੂਟੇ। ਸਿਆਸਤ ਧਰਮ ਦੇ ਮੋਢਿਆਂ ਤੇ ਚੜ੍ਹ ਕੇ, ਧਰਮ ਸਿਆਸਤ ਦੇ ਮੋਢਿਆਂ ਤੇ ਚੜ੍ਹ ਕੇ। ਸਿਆਸਤ ਧਰਮ ਦੇ ਮੋਢਿਆਂ ਤੇ ਚੜ੍ਹ ਕੇ, ਧਰਮ ਸਿਆਸਤ ਦੇ ਮੋਢਿਆਂ ਤੇ ਚੜ੍ਹ ਕੇ ਇੱਕ ਦੂਜੇ ਨੂੰ ਹੁਲਾਰੇ ਦਿੰਦੇ ਰੰਗੀਨੀਆਂ ਹੰਢਾ ਰਹੇ। ਸਿਆਸਤ ਧਰਮ ਦੇ ਮੋਢਿਆਂ ਤੇ ਚੜ੍ਹ ਕੇ, ਧਰਮ ਸਿਆਸਤ ਦੇ ਮੋਢਿਆਂ ਤੇ ਚੜ੍ਹ ਕੇ ਇੱਕ ਦੂਜੇ ਨੂੰ ਹੁਲਾਰੇ ਦਿੰਦੇ ਰੰਗੀਨੀਆਂ ਹੰਢਾ ਰਹੇ। ਜਨ ਮਾਨਸ ਦੇ ਦੋਵੇਂ ਮੋਢੇ ਚਿਰਾਂ ਤੋਂ ਭਾਰ ਢੋ ਰਹੇ, ਧਰਮੀ ਸਿਆਸਤ ਦਾ, ਸਿਆਸਤੀ ਧਰਮ ਦਾ। ਜਿਹੜੀ ਆਪਾਂ ਗੱਲ ਕਰ ਰਹੇ ਹਾਂ ਹਜ਼ੂਰ ਸਿਆਸਤ ਦੀ, ਤਾਂ ਇਹ ਸਿਆਸਤ ਹੀ ਹੈ। ਸਿਆਸਤ ਕੱਲੀ ਜਿਹਨੂੰ ਅਸੀਂ ਰਾਜਨੀਤੀ ਕਹਿ ਦਿੰਦੇ ਹੈਗੇ ਆ, ਹੈ ਨਾ, ਉਹ ਸੱਤਾ ਕਹਿ ਦਿੰਦੇ ਆ ਜਿਹੜੀ ਕਿ ਸਾਡਾ ਜਿਹੜਾ ਸ਼ਾਸਨ ਹੈ ਉਹਨੂੰ ਚਲਾ ਰਹੀ ਹੈ। ਸਿਆਸਤ ਕਿਤੇ ਵੀ ਹੋ ਸਕਦੀ ਹੈਗੀ ਹੈ। ਸਿਆਸਤ ਧਰਮ 'ਚ ਵੀ ਹੋ ਸਕਦੀ ਹੈਗੀ ਹੈ, ਸਿਆਸਤ ਘਰਾਂ 'ਚ ਵੀ ਹੋ ਸਕਦੀ ਹੈ, ਸਿਆਸਤ ਉਹ ਥਾਵਾਂ 'ਤੇ ਜਿੱਥੇ ਤੁਸੀਂ ਕੰਮ ਕਰਦੇ ਹੈਗੇ ਹੋ ਉੱਥੇ ਵੀ ਹੋ ਸਕਦੀ ਹੈਗੀ ਹੈ। ਤੇ ਇਹ ਜਿਹੜੀ ਸਿਆਸਤ ਹੈ, ਇਹ ਸਿਆਸਤ ਹੀ ਮੈਨੂੰ ਲੱਗਦਾ ਹੈਗਾ ਕਿ ਜਿਹਨੇ ਕਿ ਸਾਡਾ ਜਿਹੜਾ ਚੁਗਿਰਦਾ ਹੈਗਾ ਉਹਦਾ ਬੇੜਾ ਗਰਕ ਕੀਤਾ ਹੈਗਾ। ਜੇ ਸਿਆਸਤ ਨਾ ਹੋਵੇ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਸਾਰੇ ਬੰਦੇ ਨੇ ਉਹ ਸਾਰੇ ਵਧੀਆ ਢੰਗ ਦੇ ਨਾਲ ਆਪਣਾ ਕੰਮ ਕਰ ਸਕਦੇ ਨੇ, ਆਪਣਾ ਢਿੱਡ ਭਰ ਸਕਦੇ ਨੇ, ਵਧੀਆ ਲੋਕਾਂ ਦੇ ਨਾਲ ਉਹਨਾਂ ਦੀ ਰਹਿਣ ਜਿਹੜੀ ਗੁਜ਼ਰ ਬਸਰ ਹੋ ਸਕਦੀ ਹੈਗੀ ਹੈ। ਕਿਉਂਕਿ ਜਿਹੜੀ ਸਿਆਸਤ ਹੈ ਜਿਹਨੂੰ ਅਸੀਂ ਜਿਤਾ ਕੇ ਉੱਪਰ ਭੇਜਿਆ ਹੈਗਾ, ਕਿਉਂਕਿ ਉਹ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ, ਕਿਉਂਕਿ ਉਹ ਵਾਅਦੇ ਪੂਰੇ ਨਹੀਂ ਕਰ ਸਕੇ, ਉਹਨਾਂ ਨੂੰ ਇਹ ਡਰ ਹੈਗਾ ਕਿ ਅਸੀਂ ਉਹਦਾ ਮੁੱਲ ਮੰਗਾਂਗੇ ਜਾਂ ਅਸੀਂ ਉਹਨਾਂ ਨੂੰ ਇਹਦਾ ਪ੍ਰਤੀਕਰਮ ਦੇਵਾਂਗੇ, ਤਾਂ ਉਹ ਲੋਕ ਅਕਸਰ ਸਿਆਸਤ ਵਰਤ ਕੇ ਸਾਡੇ ਧਿਆਨ ਭਟਕਾ ਦਿੰਦੇ ਨੇ। ਮੈਂ ਹੈਰਾਨ ਹੁੰਨਾ ਕਿ ਅੱਜ ਦੇ ਅੱਜ ਦਾ ਜਿਹੜਾ ਸਮਾਂ ਹੈ, ਉਹ ਸਮੇਂ ਦੇ ਵਿੱਚ ਜਿਹੜੇ ਸਿਆਸਤੀ ਲੋਕ ਨੇ ਉਹ ਬਹੁਤ ਤਰ੍ਹਾਂ ਦੀਆਂ ਸਿਆਸਤਾਂ ਵਰਤਦੇ ਨੇ ਤਾਂ ਕਿ ਜਿਹੜੇ ਲੋਕ ਨੇ ਉਹ ਅਸਲ ਮੁੱਦਿਆਂ ਤੋਂ ਉਹਨਾਂ ਦਾ ਧਿਆਨ ਹਟ ਜੇ। ਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਜਿਹੜੇ ਸਿਆਸਤੀ ਲੋਕ ਨੇ ਉਹ ਤਾਂ ਇਹ ਕੰਮ ਕਰਦੇ ਨੇ, ਠੀਕ ਹੈ, ਉਹਨਾਂ ਦੀ ਤਾਂ ਜੀ ਮੈਂ ਕਹਿ ਸਕਦਾ ਇਹ ਡਿਊਟੀ ਹੈਗੀ ਹੈ ਤੇ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਨੇ। ਉਹਨਾਂ ਦੀ ਡਿਊਟੀ ਹੈਗੀ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਲੋਕਾਂ ਨੂੰ ਝਾਂਸੇ 'ਚ ਦੇਣਾ ਹੈਗਾ, ਲੋਕਾਂ ਦਾ ਧਿਆਨ ਡਾਇਵਰਟ ਕਰਨਾ ਹੈਗਾ। ਉਹ ਆਪਣੀ ਡਿਊਟੀ ਬਹੁਤ ਇਮਾਨਦਾਰੀ ਨਾਲ ਨਿਭਾ ਰਹੇ ਨੇ। ਅਸੀਂ ਜਿਹੜੇ ਲੋਕ ਹਾਂ, ਅਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ। ਉਹਨਾਂ ਲੋਕਾਂ ਦਾ ਤਾਂ ਕੰਮ ਹੈ, ਉਹਨਾਂ ਦਾ ਕੰਮ ਹੈਗਾ ਕਿ ਉਹ ਤੁਹਾਨੂੰ ਭਟਕਾਉਣਗੇ। ਸਾਡਾ ਕੀ ਕੰਮ ਹੈਗਾ? ਸਾਡਾ ਕੰਮ ਹੈਗਾ ਕਿ ਜਿਹੜੇ ਲੋਕ ਭਟਕ ਰਹੇ ਨੇ, ਪਹਿਲੀ ਗੱਲ ਤਾਂ ਅਸੀਂ ਆਪਣੇ ਆਪ ਨੂੰ ਭਟਕਣ ਨਹੀਂ ਦੇਣਾ।
ਦੂਜੀ ਗੱਲ, ਜਿਹੜੇ ਲੋਕ ਭਟਕ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਹਿੱਲੇ ਵਸੀਲੇ ਸਹੀ ਰਾਹ ਤੇ ਲੈ ਕੇ ਆਉਣਾ ਹੈਗਾ। ਮੈਂ ਅਕਸਰ ਜਿਹੜੀ ਹੈਗੀ ਆ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਆਪਣੇ ਵਿਦਿਆਰਥੀਆਂ ਨੂੰ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਜਿਹੜੇ ਲੋਕ ਨੇ, ਜਿਹੜਾ ਸਾਡਾ ਤੰਤਰ ਹੈ, ਇਹ ਤੰਤਰ ਦੇ ਵਿੱਚ ਰਹਿਣ ਵਾਲੇ ਜਿਹੜੇ ਬਾਸ਼ਿੰਦੇ ਨੇ, ਜਿਹੜੀ ਜਨਤਾ ਹੈ, ਇਹ ਲੋਕ ਥਰਮਲ ਪਲਾਂਟ ਵਰਗੇ ਨੇ। ਤੇ ਜਿਹੜੇ ਨੇਤਾ ਲੋਕ ਨੇ ਇਹ ਹੈਗੇ ਨੇ ਬੱਲਬਾਂ ਵਰਗੇ, ਟਿਊਬਾਂ ਵਰਗੇ। ਥਰਮਲ ਪਲਾਂਟ ਨੇਤਾਵਾਂ ਨੂੰ ਬਿਜਲੀ ਪ੍ਰੋਵਾਈਡ ਕਰਦਾ। ਜਿਹੜੇ ਵੀ ਬੱਲਬ ਟਿਊਬ ਨੂੰ ਬਿਜਲੀ ਪ੍ਰੋਵਾਈਡ ਕਰਦਾ ਤੇ ਉਹ ਬਿਜਲੀ ਵਾਲਾ ਬੱਲਬ ਜਗ ਪੈਂਦਾ ਹੈਗਾ, ਤੇ ਜਿੱਤੋਂ ਉਹ ਬਿਜਲੀ ਖੋਣਾ ਚਾਹੁੰਦਾ ਹੈ ਉਤੋਂ ਉਹ ਬਿਜਲੀ ਖੋਹ ਲੈਂਦਾ ਹੈ। ਹੁਣ ਗੱਲ ਇਹ ਹੈ ਕਿ ਉਹ ਥਰਮਲ ਪਲਾਂਟ, ਉਹ ਪਾਵਰ, ਉਹ ਸ਼ਕਤੀ ਜਿਹਦੇ ਰਾਹੀਂ ਨੇਤਾਵਾਂ ਦਾ ਬੱਲਬ ਜਗਦਾ ਹੈ, ਤੇ ਬੱਲਬ ਜਗਣ ਤੋਂ ਬਾਅਦ ਉਹ ਜਾ ਕੇ ਕੁਰਸੀਆਂ ਤੇ ਬਿਰਾਜਮਾਨ ਹੋ ਜਾਂਦੇ ਨੇ, ਸੱਤਾਧਾਰੀ ਹੋ ਜਾਂਦੇ ਨੇ। ਜਦੋਂ ਉਹ ਜਗ ਜਾਂਦੇ ਨੇ, ਉਹ ਥਰਮਲ ਪਲਾਂਟ ਨੂੰ ਭੁੱਲ ਹੀ ਜਾਂਦੇ ਨੇ। ਤੁਸੀਂ ਆਪ ਇਹ ਤਾਂ ਦੇਖੋ, ਸਾਰੇ ਹੀ ਜਾਣਦੇ ਨੇ ਨਾ ਕਿ ਜਿਹੜੇ ਲੋਕ ਪਹਿਲਾਂ ਹੱਥ ਬੰਨ ਕੇ ਸਾਡੇ ਕੋਲ ਘਰਾਂ ਦੇ ਵਿੱਚ ਵੋਟਾਂ ਮੰਗਣ ਆਉਂਦੇ ਨੇ, ਲਿਟਦੇ ਨੇ, ਤਰ੍ਹਾਂ ਦੇ ਜਿਹੜੇ ਹੈਗੇ ਨੇ ਅਡੰਬਰ ਰਚਾਉਂਦੇ ਹੈਗੇ ਨੇ, ਬਟ ਵੋਟਾਂ ਜਿੱਤਣ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਮਿਲਣਾ ਹੁੰਦਾ ਤਾਂ ਸਾਨੂੰ ਉਹ ਮਤਲਬ ਮਿਲਦੇ ਨਹੀਂ ਹੈਗੇ। ਸਾਨੂੰ ਕਿਸੇ ਨਾ ਕਿਸੇ ਦੀ ਸਿਫਾਰਿਸ਼ ਲਾਉਣੀ ਪੈਂਦੀ ਹੈਗੀ ਹੈ। ਸਾਨੂੰ 2-2 4-4 ਘੰਟੇ ਜਿਹੜਾ ਹੈਗਾ ਉਹਨਾਂ ਦੇ ਘਰਾਂ ਦੇ ਬਾਹਰ ਬੈਠਣਾ ਪੈਂਦਾ ਹੈਗਾ। ਸਾਡੇ ਨਾਲ ਇਹ ਵੀ ਵਾਪਰਦਾ ਕਿ ਅਸੀਂ ਰੋਡ ਤੇ ਜਾ ਰਹੇ ਹੋਈਏ ਤੇ ਉਧਰੋਂ ਮਤਲਬ ਜਿਨ੍ਹਾਂ ਦੇ ਬੱਲਬ ਅਸੀਂ ਜਗਾਏ ਨੇ ਉਹਨਾਂ ਦੀਆਂ ਗੱਡੀਆਂ ਜਾ ਰਹੀਆਂ ਹੋਣ, ਤਾਂ ਉਹਨਾਂ ਦੇ ਜਿਹੜੇ ਮੂਹਰੇ ਲੱਗੇ ਹੁੰਦੇ ਨੇ ਹਨਾ, ਇਹ ਤੰਤਰ ਦੇ ਪੁਰਜੇ, ਉਹ ਸਾਨੂੰ ਹੱਥ ਮਾਰ ਕੇ ਕਹਿੰਦੇ ਨੇ ਪਾਸੇ ਹਟ ਜਾਓ, ਇਹ ਸਰਕਾਰ ਦੀ ਸਵਾਰੀ ਜਾ ਰਹੀ ਹੈ। ਨਹੀਂ ਹੋਵੋਗੇ ਤੁਸੀਂ ਪਾਸੇ, ਹੋ ਸਕਦਾ ਕਿ ਤੁਹਾਨੂੰ ਆ ਕੇ ਕੁੱਟ ਵੀ ਜਾਣ। ਤਾਂ ਹੁਣ ਸਮਝਣ ਵਾਲੀ ਜਿਹੜੀ ਗੱਲ ਹੈਗੀ ਹੈ, ਉਹ ਗੱਲ ਇਹ ਹੈਗੀ ਹੈ ਕਿ ਸਾਡੇ ਲੋਕ ਥਰਮਲ ਪਲਾਂਟ ਨੇ ਜਿਹੜੇ ਬਿਜਲੀ ਪ੍ਰੋਵਾਈਡ ਕਰਦੇ ਨੇ ਉਹਨਾਂ ਲੋਕਾਂ ਨੂੰ, ਤਾਂ ਉਹਨਾਂ ਲੋਕਾਂ ਦੇ ਬੱਲਬ ਜਗਦੇ ਨੇ। ਸਾਡੇ ਕੋਲੇ ਕਿਉਂ ਇਹੋ ਜਿਹਾ ਢੰਗ ਨਹੀਂ ਹੈਗਾ ਕਿ ਜਦੋਂ ਅਸੀਂ ਜਿਹੜਾ ਬੱਲਬ ਜਗਾਇਆ, ਜੇ ਉਹ ਬੱਲਬ ਸਾਨੂੰ ਠੀਕ ਨਹੀਂ ਲੱਗਿਆ ਤੇ ਅਸੀਂ ਉਹਦੀਆਂ ਤਾਰਾਂ ਪੱਟ ਕੇ ਅਸੀਂ ਕਿਸੇ ਹੋਰ ਬੱਲਬ ਨੂੰ ਬਿਜਲੀ ਦੇ ਦਈਏ। ਅਸੀਂ ਕਿਉਂ ਉਡੀਕੀਏ 5-5 ਸਾਲ? ਮੈਂ ਇਸੇ ਕਰਕੇ ਕਹਿਣਾ ਹੁੰਦਾ ਕਿ ਜਿਹੜਾ ਸਾਡਾ ਲੋਕਤੰਤਰਿਕ ਸਿਸਟਮ ਹੈਗਾ, ਇਹ ਲੋਕਤੰਤਰਿਕ ਸਿਸਟਮ ਜਿਹੜਾ ਹੈ, ਇਹਨੂੰ ਚੈਲੰਜ ਕਰਨ ਦੀ ਲੋੜ ਹੈ। ਆਮ ਤੌਰ ਤੇ ਲੋਕ ਇਹ ਕਹਿੰਦੇ ਨੇ ਨਾ ਜੀ ਕਿ ਇਹ ਸਾਰਾ ਕੁਝ ਬਹੁਤ ਜਿਹੜਾ ਹੈਗਾ ਮਾੜਾ ਹੈਗਾ, ਤੇ ਇਹਦਾ ਹੱਲ ਕੀ ਹੈਗਾ? ਹੱਲ ਮੈਂ ਇਹੀ ਕਹਿਣਾ ਹੁੰਦਾ ਕਿ ਜਿਹੜਾ ਇਹਨਾਂ ਨੇ ਨੋਟਾ ਹੁਣ ਬਣਾਇਆ ਹੈਗਾ, ਨੋਟਾ ਜਿਹੜਾ ਕਿ ਇੱਕ ਟੂਥਲੈਸ ਟਾਈਗਰ ਹੈ, ਬਿਨਾਂ ਪੰਜਿਆਂ ਤੇ ਦੰਦਾਂ ਤੋਂ ਇੱਕ ਸ਼ੇਰ ਸਾਨੂੰ ਦੇਤਾ ਹੈਗਾ, ਉਹ ਸ਼ੇਰ ਦਾ ਕੋਈ ਫਾਇਦਾ ਨਹੀਂ ਹੈਗਾ। ਸਾਨੂੰ ਇਹ ਨੋਟਾਂ ਨੂੰ ਬਲਵਾਨ ਕਰਨਾ ਚਾਹੀਦਾ ਹੈ। ਇਹ ਨੋਟਾ ਜਦੋਂ ਬਲਵਾਨ ਹੋਊਗਾ ਤਾਂ ਇਹਦੇ 'ਚ ਘੱਟੋ ਘੱਟ ਇੰਨੀ ਜਿਹੜੀ ਹੈ ਭਾਜੀ ਰੂਪਾਂਤਰ ਮੈਗਜ਼ੀਨ ਜ਼ਰੂਰ ਪੜ੍ਹਿਓ ਕਦੇ ਜੀ, ਸੇਮ ਵਿਚਾਰ ਪੇਸ਼ ਕਰਦਾ ਹੈ ਜੀ। ਠੀਕ ਹੈ ਜੀ, ਸ਼ੁਕਰੀਆ ਹਜ਼ੂਰ। ਸੁਖਦੀਪ ਜੀ ਜ਼ਰੂਰ ਪੜ੍ਹਾਂਗੇ ਹਜ਼ੂਰ, ਵੈਸੇ ਮੈਂ ਪੜ੍ਹਦਾ ਰਹਿੰਦਾ ਹੈਗਾ, ਤਾਂ ਤੁਹਾਡਾ ਸ਼ੁਕਰੀਆ, ਤੁਸੀਂ ਯਾਦ ਕਰਵਾਇਆ ਹੈਗਾ। ਤਾਂ ਮੈਂ ਇਹ ਕਹਿ ਰਿਹਾ ਸੀ ਕਿ ਜਿਹੜਾ ਨੋਟਾ ਹੈ, ਉਹ ਨੋਟਾਂ ਨੂੰ ਇੰਨਾ ਪਾਵਰਫੁਲ ਕੀਤਾ ਜਾਵੇ ਕਿ ਜੇ ਹੁਣ ਤੁਸੀਂ ਦੇਖੋ, ਹੁਣ ਹੁੰਦਾ ਕੀ ਹੈ ਕਿ ਮੰਨ ਲਓ ਕਿ ਇੱਕ ਇਲਾਕੇ ਦੇ ਵਿੱਚ 3 ਨੇਤਾ ਖੜੇ ਨੇ, ਤੇ ਅਸੀਂ ਜਾ ਕੇ ਲਗਭਗ ਅਸੀਂ ਜਿਹੜੀਆਂ 90 ਦੇ ਨੇੜੇ ਤੇੜੇ ਵੋਟਾਂ, 92 ਦੇ ਨੇੜੇ ਤੇੜੇ ਵੋਟਾਂ ਅਸੀਂ ਨੋਟਾਂ ਦੇ ਵਿੱਚ ਪਾ ਦਿੰਦੇ ਹੈਗੇ ਆ। ਇੱਕ ਨੇਤਾ ਨੂੰ ਉੱਥੇ 3 ਵੋਟਾਂ ਮਿਲ ਜਾਂਦੀਆਂ ਨੇ, ਇੱਕ ਨੂੰ 2 ਮਿਲਦੀਆਂ ਨੇ, ਇੱਕ ਨੂੰ 1 ਮਿਲਦੀਆਂ ਨੇ, ਜਦੋਂ ਕਿ ਅਗੇਂਸਟ ਉਹਨਾਂ ਦੇ ਵੋਟਾਂ ਹੈਗੀਆਂ ਨੇ 90-92। ਉਹਦੇ ਬਾਵਜੂਦ ਜਿਹੜਾ ਨੇਤਾ ਨੇ 3 ਵੋਟਾਂ ਜਿਹਨੇ ਲੈ ਲਈਆਂ, ਉਹ ਜੇਤੂ ਕਰਾਰ ਦੇ ਦੇਣਗੇ। ਉਹਨੂੰ ਕਹਿਣਗੇ ਕਿ ਵੀ ਹਾਂ ਇਹ ਜਿੱਤ ਗਿਆ, ਤੇ ਉਹਨੂੰ ਕੁਰਸੀ ਤੇ ਬਿਠਾ ਦੇਣਗੇ। ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਜਿਹੜੇ ਬੰਦੇ ਦੇ ਅਗੇਂਸਟ 90-92 ਵੋਟਾਂ ਪੈ ਗਈਆਂ, ਉਹ 3 ਬੰਦਿਆਂ ਦੀ ਤਾਂ ਜਿਹੜੀ ਹੈਗੀ ਆ ਉਹਨਾਂ ਦੀ ਤਾਂ ਜ਼ਮਾਨਤ ਰੱਦ ਹੋਣੀ ਚਾਹੀਦੀ ਹੈਗੀ ਹੈ। ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਖਾਰਜ ਕਰਨਾ ਚਾਹੀਦਾ, 1 ਸਾਲ ਵਾਸਤੇ, 5 ਸਾਲ ਵਾਸਤੇ, 10 ਸਾਲ ਵਾਸਤੇ ਬੈਨ ਕਰਨਾ ਚਾਹੀਦਾ ਉਹਨਾਂ ਨੂੰ। ਨੋਟਾਂ ਦੇ ਵਿੱਚ ਇਹ ਪਾਵਰ ਹੋਣੀ ਚਾਹੀਦੀ ਹੈ ਕਿ ਜਿਹੜੇ ਵੀ ਇਲਾਕੇ ਦੇ ਵਿੱਚ ਨੋਟਾ ਵਿਨ ਕਰਦਾ ਹੈਗਾ, ਉਹ ਇਲਾਕੇ ਦੇ ਸਾਰੇ ਜਿਹੜੇ ਨੇਤਾ ਹੈਗੇ ਨੇ ਉਹਨਾਂ ਨੂੰ 1 ਸਾਲ, 2 ਸਾਲ, 5 ਸਾਲ ਵਾਸਤੇ ਬਾਹਰ ਕਰ ਦਿਓ, ਤਾਂ ਕਿ ਉਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਭੈ ਤਾਂ ਰਹੇ ਨਾ। ਉਹਨਾਂ ਨੂੰ ਇਹ ਤਾਂ ਹੋਵੇ ਨਾ ਕਿ ਜੇ ਹੁਣ ਅਗਲੀ ਵਾਰੀ ਅਸੀਂ ਦੁਬਾਰਾ ਆਏ ਹਾਂ ਤਾਂ ਨੋਟਾਂ ਰਾਹੀਂ ਵੋਟ ਪਾ ਕੇ ਸਾਨੂੰ ਸਦਾ ਹੀ ਸਿਆਸਤ ਤੋਂ ਦੂਰ ਨਾ ਕਰ ਦੇਣ। ਸੋ ਚਲੋ ਦੋਸਤੋ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਇਹ ਤਾਂ ਮੇਰੇ ਮਨ ਦੇ ਭਾਵ ਨੇ, ਜਿਹੜੇ ਮੈਂ ਅਕਸਰ ਜਿੱਥੇ ਵੀ ਮੈਨੂੰ ਕਿਤੇ ਮੌਕਾ ਮਿਲਦਾ ਹੈਗਾ, ਉਹ ਮੈਂ ਹਰੇਕ ਨਾਲ ਜਿਹੜੀ ਹੈਗੀ ਹੈ ਇਹ ਗੱਲ ਕਰਦਾ ਹੈਗਾ, ਤੇ ਮੈਂ ਹਰੇਕ ਦੇ ਜਿਹੜੇ ਵਿਚਾਰ ਨੇ ਉਹ ਜਾਣਨਾ ਚਾਹੁੰਦਾ ਹੈਗਾ ਇਸ ਵਿਸ਼ੇ ਤੇ। ਤੇ ਇੱਕ ਗੱਲ ਯਾਦ ਰੱਖਿਓ ਕਿ ਕਹਿੰਦੇ ਇੱਕ ਜਨਾਨੀ ਨਾ ਦੁਕਾਨ ਤੇ ਜਿਹੜੀ ਹੈਗੀ ਹੈ ਉਹ ਗਈ, ਤੇ ਉਹਨੇ ਇੱਕ ਸਾਬਣ ਦੀ ਟਿੱਕੀ ਲੈ ਲਈ, ਤੇ ਦੁਕਾਨਦਾਰ ਨੇ ਉਹਨੂੰ ਸਾਬਣ ਦੀ ਟਿੱਕੀ ਦੇਤੀ। ਉਹਨੇ 10 ਰੁਪਏ ਦੇਤੇ, ਤੁਰਨ ਲੱਗੀ ਤਾਂ ਉਹਦੀ ਨਿਗਾਹ ਇੱਕ ਹੋਰ ਸਾਬਣ ਦੀ ਟਿੱਕੀ ਤੇ ਪਈ, ਤੇ ਉਹ ਕਹਿੰਦੀ ਜੀ ਉਹ ਜਿਹੜੀ ਟਿੱਕੀ ਹੈ ਉਹ ਕਿੰਨੇ ਦੀ ਹੈ? ਉਹ ਕਹਿੰਦੇ ਜੀ ਉਹ 20 ਰੁਪਏ ਦੀ ਹੈ। ਤਾਂ ਜਿਹੜੀ ਉਹ ਜਨਾਨੀ ਹੈਗੀ ਹੈ ਉਹ ਕਹਿਣ ਲੱਗ ਗਈ ਕਿ ਵੀ ਜਿਹੜੀ ਇਹ ਮੇਰੇ 10 ਰੁਪਏ ਦੀ ਟਿੱਕੀ ਹੈ,
ਇਹ ਇਹਦੇ ਨਾਲੋਂ ਬਹੁਤ ਵਧੀਆ ਹੈਗੀ ਹੈ। ਉਹ ਜਿਹੜਾ ਦੁਕਾਨਦਾਰ ਸੀ ਉਹ ਕਹਿਣ ਲੱਗਿਆ ਨਹੀਂ ਜੀ ਇਹ ਸਾਡੀ ਦੁਕਾਨ ਦੇ ਵਿੱਚ ਸਭ ਤੋਂ ਘੱਟ ਮਾੜੀ ਹੈ, ਇਸ ਕਰਕੇ ਇਹਦਾ ਰੇਟ ਜ਼ਿਆਦਾ ਹੈਗਾ। ਪੋਲੀਟਿਕਸ ਦੇ ਪੁਆਇੰਟ ਆਫ ਵਿਊ ਤੋਂ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਨੇਤਾਵਾਂ ਦੀ ਗੱਲ ਕਰੀਏ, ਅਸੀਂ ਪੋਲੀਟੀਸ਼ੀਅਨਸ ਦੀ ਗੱਲ ਕਰੀਏ ਤਾਂ ਚੰਗਾ ਬਹੁਤ ਚੰਗਾ ਵਾਲਾ ਤਾਂ ਕਨਸੈਪਟ ਹੀ ਖਤਮ ਹੋ ਗਿਆ। ਹੁਣ ਕੀ ਹੈਗਾ ਜੀ ਕਿ ਇਹ ਮਾੜਾ ਹੈ, ਬਹੁਤ ਘੱਟ ਮਾੜਾ ਹੈ, ਸਭ ਤੋਂ ਘੱਟ ਮਾੜਾ ਹੈਗਾ, ਚੰਗੇ ਵਾਲਾ ਤਾਂ ਸੰਕਲਪ ਖਤਮ ਹੋ ਗਿਆ। ਅਸੀਂ ਕੀ ਕਰਦੇ ਹਾਂ ਕਿ ਅਸੀਂ ਜੀ ਇਹ ਸਭ ਤੋਂ ਮਾੜਾ ਸੀ, ਇਸ ਕਰਕੇ ਅਸੀਂ ਇਹਨੂੰ ਚੁਣ ਲਿਆ। ਠੀਕ ਹੈ ਜੀ, ਓਕੇ ਜੀ। ਹਜ਼ੂਰ ਹਾਂ, ਆਪਾਂ ਜਿਹੜੀ ਗੱਲ ਕਰ ਰਹੇ ਸੀ ਧਰਮ ਦੀ, ਅਸੀਂ ਕਵਿਤਾ ਸੁਣਾ ਦੇਣਾ, ਉਸ ਤੋਂ ਬਾਅਦ ਗੱਲ ਕਰੂੰਗਾ ਕਿ ਕਵਿਤਾ ਦਾ ਸਿਰਲੇਖ ਹੈ ਜੀ ਗਿਵ ਐਂਡ ਟੇਕ। ਗਿਵ ਐਂਡ ਟੇਕ। ਅਸੀਂ ਰੱਬ ਨਾਲ ਵੀ ਤਜਾਰਤੀ ਰਿਸ਼ਤਾ ਬਣਾ ਲਿਆ। ਤਜਾਰਤ ਦਾ ਮਤਲਬ ਹੁੰਦਾ ਜੀ ਵਪਾਰ ਕਰਨਾ, ਵਪਾਰਕ। ਅਸੀਂ ਰੱਬ ਨਾਲ ਵੀ ਤਜਾਰਤੀ ਰਿਸ਼ਤਾ ਬਣਾ ਲਿਆ। ਮੱਥੇ ਟੇਕ ਭੇਟਾ ਚੜਾ ਉਹਨੂੰ ਆਖਦੇ ਹਾਂ ਤੂੰ ਸਾਡਾ ਕੰਮ ਕਰ, ਅਸੀਂ ਤੇਰਾ ਕਰਾਂਗੇ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਾਡਾ ਹੁਣ ਜਿਹੜਾ ਰਿਸ਼ਤਾ ਹੈਗਾ ਨਾ ਧਰਮ ਦੇ ਨਾਲ, ਉਹ ਮਟੀਰੀਅਲਿਸਟਿਕ ਹੋ ਗਿਆ। ਅਸੀਂ ਇੱਕ ਮਟੀਰੀਅਲ ਦੀ ਜਿਹੜੀ ਹੈਗੀ ਹੈ ਲੋੜ ਵਾਸਤੇ, ਅਸੀਂ ਆਪਣੇ ਨਿੱਜੀ ਸਵਾਰਥਾਂ ਨੂੰ ਪੂਰਨ ਵਾਸਤੇ ਜਿਹੜਾ ਹੈਗਾ ਧਰਮ ਦੇ ਨਾਲ ਜੁੜਦੇ ਹੈਗੇ ਆ। ਕਾਮਨ ਕ੍ਰੀਏਟਿਵਿਟੀ ਵੱਲੋਂ ਮੈਸੇਜ ਆਇਆ, ਥੈਂਕ ਯੂ ਸਵਾਮੀ ਜੀ ਫॉर ਫੈਬੂਲਸ ਐਂਡ ਐਨਰਜੈਟਿਕ ਪ੍ਰੈਜੈਂਟੇਸ਼ਨ। ਸ਼ੁਕਰੀਆ ਆਪਣਾ ਕਾਮਨ ਕ੍ਰੀਏਟਿਵਿਟੀ ਵਾਲਿਓ। ਮੇਰੀ ਅੰਗਰੇਜ਼ੀ ਇੰਨੀ ਖੂਬ ਨਹੀਂ ਹੈਗੀ ਕਿ ਮੈਂ ਪੜ੍ਹ ਸਕਾਂ, ਇਹ ਤਾਂ ਮੈਂ ਔਖਾ ਸੌਖਾ ਪੜ੍ਹ ਲਿਆ ਹੈਗਾ, ਅਤੇ ਪੰਜਾਬੀ ਦੇ ਵਿੱਚ ਲਿਖ ਲਿਆ ਕਰੋ, ਮੈਨੂੰ ਥੋੜ੍ਹੀ ਜਿਹੀ ਸੌਖ ਹੋ ਜਾਂਦੀ ਹੈਗੀ ਹੈ। ਸ਼ੁਕਰੀਆ ਜੀ। ਧਰਮ ਬਨਾਮ ਧਰਮ ਦੇ ਵਿੱਚੋਂ ਇੱਕ ਹੋਰ ਕਵਿਤਾ ਤੁਹਾਨੂੰ ਸੁਣਾਉਣ ਲੱਗਾ ਹੈਗਾ। ਕਵਿਤਾ ਦਾ ਨਾਮ ਹੈਗਾ ਅੰਨੇ ਯੁੱਗ ਦੀ ਬਿਸਾਤ। ਅੰਨੇ ਯੁੱਗ ਦੀ ਬਿਸਾਤ। ਮੈਂ ਧ੍ਰਿਤਰਾਸ਼ਟਰ ਨੂੰ ਮੁਆਫ ਕਰ ਦਿੰਦਾ, ਪਰ ਮੈਂ ਗੰਧਾਰੀ ਨੂੰ ਮੁਆਫ ਨਹੀਂ ਕਰ ਸਕਦਾ। ਮੈਂ ਧ੍ਰਿਤਰਾਸ਼ਟਰ ਨੂੰ ਮੁਆਫ ਕਰ ਦਿੰਦਾ, ਪਰ ਮੈਂ ਗੰਧਾਰੀ ਨੂੰ ਮੁਆਫ ਨਹੀਂ ਕਰ ਸਕਦਾ। ਨਾ ਦੇਖ ਸਕਣਾ ਤੇ ਨਾ ਦੇਖਣਾ। ਨਾ ਦੇਖ ਸਕਣਾ ਤੇ ਨਾ ਦੇਖਣਾ ਦੀ ਪਰਿਭਾਸ਼ਾ ਤੁਹਾਡੇ ਲਈ ਇੱਕ ਹੋ ਸਕਦੀ ਹੈ, ਮੇਰੇ ਲਈ ਨਹੀਂ। ਨਾ ਦੇਖ ਸਕਣਾ ਤੇ ਨਾ ਦੇਖਣਾ ਦੀ ਪਰਿਭਾਸ਼ਾ ਤੁਹਾਡੇ ਲਈ ਇੱਕ ਹੋ ਸਕਦੀ ਹੈ, ਮੇਰੇ ਲਈ ਨਹੀਂ। ਮੇਰੇ ਲਈ ਇੱਕ ਅਪਾਹਜ ਹੈ ਤੇ ਦੂਜਾ ਗੁਨਾਹਗਾਰ। ਜਿਹੜੀਆਂ ਅਸੀਂ ਅਕਸਰ ਗੱਲ ਕਰਦੇ ਹੈਗੇ ਆ, ਅਸੀਂ ਅਕਸਰ ਗੱਲ ਕਰਦੇ ਹਾਂ ਹਾਂ ਬਲਕਾਰ ਔਲਖ ਵੀਰੇ, ਤੇਰੇ ਇਹ ਸਵਾਲ 'ਤੇ ਮੈਂ ਅੱਗੇ ਆਊਂਗਾ, ਜ਼ਰੂਰ ਆਊਂਗਾ। ਸ਼ੁਕਰੀਆ। ਬਲਕਾਰ ਔਲਖ ਵੀਰ ਨੇ ਸਵਾਲ ਪੁੱਛਿਆ ਕਿ ਜ਼ਿਆਦਾਤਰ ਕਵਿਤਾਵਾਂ ਦੇ ਸਿਰਲੇਖ ਅੰਗਰੇਜ਼ੀ 'ਚ ਹੀ ਕਿਉਂ ਨੇ। ਉਹਦੇ 'ਤੇ ਮੈਂ ਗੱਲ ਕਰੂੰਗਾ। ਪਹਿਲਾਂ ਮੈਂ ਜਿਹੜੀ ਇਹ ਕਵਿਤਾ ਸੁਣਾਈ ਹੈਗੀ, ਮੈਂ ਇਹਦੇ 'ਤੇ ਗੱਲ ਕਰਦਾ ਹੈਗਾ ਕਿ ਜਿਹੜੀ ਅਸੀਂ ਇਤਿਹਾਸਕ ਤੌਰ 'ਤੇ ਅਸੀਂ ਜਿਹੜੀ ਮਿੱਥ ਹੈ। ਇੱਕ ਮਿੰਟ ਜੀ, ਮੈਂ ਜਰਾ ਪਾਣੀ ਦੀਆਂ 2 ਘੁੱਟਾਂ ਪੀਣਾ। ਸ਼ੁਕਰੀਆ। ਜਦੋਂ ਅਸੀਂ ਮਹਾਭਾਰਤ ਦੀ ਜਿਹੜੀ ਹੈ ਮਿੱਥ, ਉਹਦਾ ਜ਼ਿਕਰ ਕਰਦੇ ਹਾਂ ਤਾਂ ਉਹ ਮਿੱਥ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਇੱਕ ਜਿਹੜਾ ਅੰਨਾ ਰਾਜਾ ਸੀ ਧ੍ਰਿਤਰਾਸ਼ਟਰ, ਤੇ ਉਹਦੀ ਜਿਹੜੀ ਘਰ ਵਾਲੀ ਸੀ ਉਹ ਭਾਵੇਂ ਸੁਜਾਖੀ ਸੀ, ਉਹਨੇ ਆਪਣੀਆਂ ਜਿਹੜੀਆਂ ਅੱਖਾਂ ਨੇ ਉਹਦੇ 'ਤੇ ਪੱਟੀ ਬੰਨ੍ਹ ਲਈ ਸੀ। ਅਸੀਂ ਮਹਾਭਾਰਤ ਜਿਹੜਾ ਹੈਗਾ ਟੈਲੀਵਿਜ਼ਨ 'ਤੇ ਵੀ ਦੇਖਿਆ, ਅਤੇ ਅਸੀਂ ਦੇਖਿਆ ਹੈਗਾ ਕਿ ਗੰਧਾਰੀ ਜਿਹੜੀ ਹੈ ਉਹ ਪੱਟੀ ਬੰਨ੍ਹ ਕੇ ਰੱਖਦੀ ਹੈਗੀ ਹੈ ਨਾ। ਹੁਣ ਇਹ ਕਿਉਂਕਿ ਇਹ ਇੱਕ ਜਿਹੜੀ ਹੈਗੀ ਹੈ ਮਿੱਥਕ ਕਥਾ ਸੀ, ਹੈ ਨਾ, ਇਹ ਇੱਕ ਮਹਾਕਾਵ ਸੀ। ਤਾਂ ਜਦੋਂ ਅਸੀਂ ਇਸ ਮਿੱਥਾਂ ਨੂੰ ਅਸੀਂ ਡੀਕੋਡ ਕਰਦੇ ਹਾਂ ਤਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਧ੍ਰਿਤਰਾਸ਼ਟਰ ਹੈ ਉਹਦੇ ਅੰਨੇ ਹੋਣ ਦਾ ਕੀ ਮਤਲਬ ਹੈ। ਹੁਣ ਜਿਹੜਾ ਧ੍ਰਿਤਰਾਸ਼ਟਰ ਹੈ ਦੇਖਣ ਨੂੰ ਜਿਹੜਾ ਹੈਗਾ ਦੇਖਣ ਨੂੰ ਉਹ ਅੰਨਾ ਲੱਗਦਾ ਹੈਗਾ, ਪਰ ਜੇ ਅਸੀਂ ਇਹਨੂੰ ਡੀਕੋਡ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈਗਾ ਕਿ ਉਹ ਫਿਜ਼ੀਕਲੀ ਡਿਸਏਬਲਡ ਨਹੀਂ ਹੈਗਾ, ਉਹ ਫਿਜ਼ੀਕਲੀ ਬਲਾਈਂਡ ਨਹੀਂ ਹੈਗਾ, ਉਹ ਅੰਨਾ ਨਹੀਂ ਹੈਗਾ ਫਿਜ਼ੀਕਲੀ, ਸਰੀਰਕ ਰੂਪ ਦੇ ਵਿੱਚ ਉਹ ਅੰਨਾ ਨਹੀਂ ਹੈਗਾ। ਤਾਂ ਉਹ ਅੰਨਾ ਕਿਵੇਂ ਹੈਗਾ? ਉਹ ਅੰਨਾ ਹੈਗਾ ਪੁੱਤਰ ਪ੍ਰੇਮ ਦੇ ਵਿੱਚ। ਪੁੱਤਰ ਪ੍ਰੇਮ ਜਿਵੇਂ ਕਿ ਆਮ ਤੌਰ 'ਤੇ ਹੁੰਦਾ ਹੈ ਕਿ ਸਾਡਾ ਕੋਈ ਆਪਣਾ ਜਾਣੂ, ਸਾਡਾ ਧੀ ਪੁੱਤ,
है ना, कोई गलती गुस्साखी कर लेंदा है तो असी ਉਹਦੀ गलती गुस्साखी ਤੇ कई बार पर्दा पाउण वास्ते ਅਸੀਂ ਹੋਰਾਂ ਨਾਲ ਲੜ ਪੈਂਦੇ ਹਾਂ कि ना जी ਸਾਡਾ ਧੀ ਪੁੱਤ ਤਾਂ ਐਵੇਂ ਕਰ ਹੀ ਨਹੀਂ ਸਕਦਾ ਹੈਗਾ। ਠੀਕ ਹੈ, ਸਾਡਾ ਕੋਈ ਰਿਸ਼ਤੇਦਾਰ ਹੁੰਦਾ ਹੈਗਾ ਤਾਂ ਅਸੀਂ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਸਾਡਾ ਕਬੀਲਾ ਹੁੰਦਾ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਕਸਰ ਇਹੀ ਹੁੰਦਾ ਨਾ ਕਿ ਜਦੋਂ ਵੀ ਸਾਨੂੰ ਇਹ ਲੱਗਦਾ ਕਿ ਇਹ ਸਾਡਾ ਤਬਕਾ ਹੈਗਾ, ਇਹ ਸਾਡੇ ਰੰਗ ਦਾ, ਇਹ ਸਾਡੀ ਜਾਤ ਦਾ, ਇਹ ਸਾਡੀ ਨਸਲ ਦਾ, ਇਹ ਸਾਡੇ ਇਲਾਕੇ ਦਾ ਹੈਗਾ, ਇਹ ਪੰਜਾਬੀ ਹੈਗਾ, ਇਹ ਪੰਜਾਬ ਦਾ ਰਹਿਣ ਵਾਲਾ ਹੈਗਾ, ਅਸੀਂ ਕੋਈ ਨਾ ਕੋਈ ਜਿਹੜੀ ਇੱਕ ਵਲਗਣ ਹੁੰਦੀ ਹੈ, ਉਹ ਵਲਗਣ ਦੇ ਵਿੱਚ ਜਦੋਂ ਵੀ ਕੋਈ ਡਿਸਟਰਬੈਂਸ ਪੈਦਾ ਹੁੰਦੀ ਹੈ ਤਾਂ ਅਸੀਂ ਉਸ ਡਿਸਟਰਬੈਂਸ ਨੂੰ ਆਪਣੀ ਧਿਰ ਹੈਗੀ ਹੈ ਉਹਨੂੰ ਸੇਫ ਕਰਨ ਵਾਸਤੇ ਅਸੀਂ ਸਜਾਖੇ ਹੁੰਦੇ ਹੋਏ ਵੀ ਅੰਨੇ ਬਣ ਜਾਂਦੇ ਹਾਂ। ਕਹਿਣ ਦਾ ਭਾਵ ਕਿ ਅਸੀਂ ਗਲਤੀ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੰਦੇ ਹਾਂ। ਤਾਂ ਮਹਾਭਾਰਤ ਦਾ ਜਿਹੜਾ ਇਹ ਕਰੈਕਟਰ ਹੈ ਧਿਤਰਾਸ਼ਟਰ, ਜਦੋਂ ਅਸੀਂ ਇਹਦੇ ਕਰੈਕਟਰ ਦੀ ਡੀਕੋਡਿੰਗ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਧਿਤਰਾਸ਼ਟਰ ਹੈ ਉਹ ਫਿਜ਼ੀਕਲੀ ਡਿਸਏਬਲਡ ਨਹੀਂ ਹੈਗਾ, ਬਲਾਈਂਡ ਨਹੀਂ ਹੈਗਾ, ਉਹ ਪੁੱਤਰ ਪ੍ਰੇਮ ਦੇ ਵਿੱਚ ਅੰਨਾ ਹੈ। ਹੁਣ ਤੁਹਾਨੂੰ ਪਤਾ ਹੈ ਕਿ ਇਹ ਸਾਡਾ ਜਿਹੜਾ ਸਮਾਜ ਹੈ ਮਰਦ ਪ੍ਰਧਾਨ ਸਮਾਜ ਹੈ। ਇਸ ਸਮਾਜ ਦੇ ਵਿੱਚ ਜਦੋਂ ਪਤੀ ਡਿਸਏਬਲਡ ਹੈ, ਜਦੋਂ ਪਤੀ ਮਤਲਬ ਕਿਸੇ ਗੁਸਤਾਖੀ ਤੇ ਗਲਤੀ ਤੇ ਪਰਦਾ ਪਾ ਰਿਹਾ ਆਪਣੇ ਬੱਚਿਆਂ ਦੇ, ਤਾਂ ਜਿਹੜੀ ਔਰਤ ਹੈ ਉਹਦੀ ਕੀ ਔਕਾਤ ਹੈ, ਉਹਦੀ ਕੀ ਹਿੰਮਤ ਹੈ ਕਿ ਉਹ ਆਪਣੇ ਪਤੀ ਤੋਂ ਬਾਹਰ ਜਾ ਕੇ ਸੋਚ ਸਕੇ, ਆਪਣੇ ਪਤੀ ਤੋਂ ਕੋਈ ਅਲੱਗ ਰਾਏ ਜਿਹੜੀ ਹੈਗੀ ਪੇਸ਼ ਕਰ ਸਕੇ, ਜਾਂ ਆਪਣੇ ਪਤੀ ਦੇ ਅਗੇਂਸਟ ਖੜੀ ਹੋ ਸਕੇ। ਉਹਦੇ 'ਚ ਪਾਵਰ ਹੀ ਨਹੀਂ ਹੈਗੀ। ਹੁਣ ਧਿਤਰਾਸ਼ਟਰ ਅੰਨਾ ਹੋ ਗਿਆ ਪੁੱਤਰ ਪ੍ਰੇਮ ਦੇ ਵਿੱਚ, ਤਾਂ ਗੰਧਾਰੀ ਜਿਹੜੀ ਹੈਗੀ ਹੈ ਉਹ ਆਟੋਮੈਟਿਕਲੀ ਅੰਨੀ ਹੋ ਗਈ। ਠੀਕ ਹੈ, ਉਹ ਸੁਜਾਖੀ ਹੈਗੀ ਹੈ, ਪਰ ਕਿਉਂਕਿ ਉਹਨੂੰ ਆਪਣਾ ਰੁਤਬਾ ਪਤਾ ਹੈਗਾ ਸਮਾਜ ਦੇ ਵਿੱਚ, ਇਸ ਕਰਕੇ ਉਹ ਮਤਲਬ ਸੁਜਾਖੀ ਹੁੰਦੀ ਹੋਈ ਵੀ ਅੰਨੀ ਬਣ ਜਾਂਦੀ ਹੈਗੀ ਹੈ। ਤਾਂ ਜਿਹੜੀ ਮੇਰੀ ਇਹ ਕਵਿਤਾ ਸੀ, ਇਹ ਮੈਂ ਜਿਹੜੇ ਇਹ ਦੋ ਪਾਤਰ ਲਏ ਨੇ, ਠੀਕ ਹੈ, ਮੈਂ ਇਹਨਾਂ ਦੋ ਪਾਤਰਾਂ ਨੂੰ ਫਿਰ ਵੀ ਮੈਂ ਥੋੜ੍ਹੀ ਜਿਹੀ ਰਹਿਤ ਵਰਤੀ ਹੈਗੀ ਹੈ। ਕਾਹਦੇ ਵਾਸਤੇ ਕਿ ਜੇ ਅਸੀਂ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਧਿਤਰਾਸ਼ਟਰ ਹੈ ਉਹ ਅੰਨਾ ਸੀ, ਅਸੀਂ ਮੰਨ ਲੈਂਦੇ ਹੈਗੇ ਹਾਂ, ਤਾਂ ਅਸੀਂ ਉਹਦੀ ਫਿਜ਼ੀਕਲੀ ਡਿਸਏਬਿਲਿਟੀ ਨੂੰ ਅਸੀਂ ਮਾਫ ਕਰ ਸਕਦੇ ਹੈਗੇ ਹਾਂ। ਪਰ ਅੰਨਾ ਹੋਣਾ ਤੇ ਅੰਨਾ ਹੋਣ ਦਾ ਢੋਂਗ ਕਰਨਾ, ਅੰਨਾ ਹੋਣ ਵਾਸਤੇ ਮਜਬੂਰ ਹੋਣਾ, ਅੰਨੇ ਹੋਣ ਦੀ ਮਜਬੂਰੀ ਨੂੰ ਅਸੀਂ ਮੁਆਫ ਨਹੀਂ ਕਰ ਸਕਦੇ। ਤੇ ਸਾਡੇ ਸਮਾਜ ਦੇ ਵਿੱਚ ਅੱਜ ਕੱਲ੍ਹ ਬਹੁਤਾ ਇਹੀ ਵਾਪਰ ਰਿਹਾ ਕਿ ਅਸੀਂ ਸੁਜਾਖੇ ਹੁੰਦੇ ਹੋਏ ਵੀ ਕਿਸੇ ਨਾ ਕਿਸੇ ਮਾਮਲੇ ਨੂੰ, ਕਿਸੇ ਨਾ ਕਿਸੇ ਪੱਖ ਨੂੰ ਲੈ ਕੇ ਅੰਨੇ ਹੋ ਜਾਂਦੇ ਹਾਂ। ਜਦੋਂ ਵੀ ਸਾਡੀ ਜਾਤ ਤੇ, ਸਾਡੇ ਧਰਮ ਤੇ, ਸਾਡੇ ਸੂਬੇ ਤੇ, ਸਾਡੇ ਕੁਝ ਵੀ ਮਤਲਬ ਕੋਈ ਗੱਲ ਉੱਠਦੀ ਹੈਗੀ ਹੈ ਤਾਂ ਅਸੀਂ ਬਿਨਾਂ ਸੋਚੇ ਸਮਝੇ, ਖਾਸ ਤੌਰ 'ਤੇ ਜਦੋਂ ਤੋਂ ਇਹ ਜਿਹੜਾ ਹੈਗਾ ਸੋਸ਼ਲ ਮੀਡੀਆ ਹੋਣ ਦੇ ਵਿੱਚ ਆਇਆ ਹੈਗਾ, ਉਸ ਤੋਂ ਬਾਅਦ ਤਾਂ ਲੋਕਾਂ ਦੇ ਵਿੱਚੋਂ ਜਿਹੜੀ ਸਹਿਣ ਸ਼ਕਤੀ ਹੈਗੀ ਹੈ, ਲੋਕਾਂ ਦੀ ਜਿਹੜੀ ਸਮਝਣ ਸ਼ਕਤੀ ਹੈਗੀ ਹੈ, ਉਹ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ। ਹੁਣ ਤਾਂ ਜਦੋਂ ਇਹ ਪਤਾ ਲੱਗਦਾ ਹੈਗਾ ਕਿ ਵੀ ਸਾਡੇ ਕਿਸੇ ਬੰਦੇ ਨੇ ਕੋਈ ਗਲਤੀ ਗੁਸਤਾਖੀ ਕੀਤੀ ਹੈ ਤਾਂ ਅਸੀਂ ਉਹ ਬੰਦੇ ਨੂੰ ਪ੍ਰੋਟੈਕਟ ਕਰਨ ਲੱਗ ਜਾਂਦੇ ਹਾਂ, ਅਸੀਂ ਉਹਨੂੰ ਬਚਾਅ ਕਰਨ ਲੱਗ ਜਾਂਦੇ ਹਾਂ। ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਸ ਵਕਤ ਸਾਡੇ ਦੇਸ਼ ਦਾ ਸਭ ਤੋਂ ਵੱਡਾ ਬੰਦਾ, ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜੋ ਕੁਝ ਵੀ ਕਰ ਰਹੇ ਨੇ, ਉਹ ਭਾਵੇਂ ਉਹਦਾ ਨਤੀਜਾ ਕੁਝ ਵੀ ਮਾੜਾ ਨਿਕਲ ਰਿਹਾ, ਕੁਝ ਵੀ ਬੁਰਾ ਹੋ ਰਿਹਾ, ਸਾਡੇ ਦੇਸ਼ ਦੀ GDP ਦਾ ਬੁਰਾ ਹਾਲ ਹੋ ਗਿਆ, ਮੁੱਦੇ ਮੁੱਢ ਡਿੱਗੀ ਪਈ ਹੈਗੀ ਹੈ, ਨੋਟਬੰਦੀ ਕਰਕੇ ਜੋ ਕੁਝ ਵੀ ਹੋਇਆ ਬਹੁਤ ਮਾੜਾ ਵਾਪਰਿਆ ਹੈਗਾ। ਉਸ ਤੋਂ ਬਾਅਦ ਕਰੋਨਾ ਦਾ ਜਿਹੜਾ ਇਹਨਾਂ ਨੇ ਇੱਕ ਕ੍ਰੀਏਟ ਕੀਤਾ ਹੈਗਾ ਅਡੰਬਰ, ਉਹਦੇ ਕਰਕੇ ਸਾਡਾ ਕਿੰਨਾ ਨੁਕਸਾਨ ਹੋਇਆ ਹੈਗਾ। ਤਾਂ ਹੁਣ ਜਿਹੜੇ ਉਹਨਾਂ ਨੂੰ ਮੰਨਣ ਵਾਲੇ, ਜਿਹੜੇ ਉਹਨੂੰ ਵੋਟ ਪਾਉਣ ਵਾਲਾ ਬੰਦਾ ਹੈਗਾ, ਉਹ ਅੰਨਾ ਹੋਇਆ, ਉਹ ਗੰਧਾਰੀ ਬਣਿਆ ਹੋਇਆ। ਉਹ ਕਹਿੰਦਾ ਕਿ ਬਈ ਸਾਡਾ ਜਿਹੜਾ ਇਹ ਬੰਦਾ ਹੈਗਾ, ਸਾਡਾ ਇਹ ਵੱਡਾ ਬੰਦਾ ਸ਼੍ਰੀ ਨਰਿੰਦਰ ਮੋਦੀ ਜੀ, ਇਹ ਤਾਂ ਗਲਤ ਕਰ ਹੀ ਨਹੀਂ ਸਕਦਾ ਹੈਗਾ। ਹੁਣ ਉਹ ਕੀ ਕਰਦੇ ਨੇ ਕਿ ਆਪਣੀ ਗਲਤੀ ਮੰਨਣ ਦੀ ਬਜਾਏ ਉਹ ਤੁਹਾਨੂੰ ਤੁਹਾਡੀਆਂ ਗਲਤੀਆਂ ਬਾਰੇ ਦੱਸਣ ਲੱਗ ਜਾਂਦੇ ਨੇ। ਠੀਕ ਹੈ, ਹੁਣ ਜੇ ਤੁਸੀਂ ਕਹਿੰਦੇ ਹੋ ਕਿ ਜੀ ਉਹਨੇ ਇਹ ਗਲਤ ਕੀਤਾ ਤੇ ਨਾਲ ਦੇ ਨਾਲ ਕਹਿ ਦੇਣਗੇ ਜੀ ਹਾਂ ਕਾਂਗਰਸ ਨੇ 70 ਸਾਲਾਂ 'ਚ ਕੀ ਕੀਤਾ, ਜਾਂ ਅਕਾਲੀ ਦਲ ਨੇ ਕੀ ਕਰ ਲਿਆ, ਜਾਂ ਜਿਹੜੀ ਨਵੀਂ ਆਪ ਆਈ ਹੈਗੀ ਉਹਨੇ ਕੀ ਕਰ ਲਿਆ। ਉਹ ਆਪਣੀ ਗਲਤੀ ਨਹੀਂ ਮੰਨਦੇ ਹੈਗੇ, ਉਲਟਾ ਤੁਹਾਨੂੰ ਦੱਸਣ ਲੱਗ ਜਾਂਦੇ ਨੇ। ਤਾਂ ਮੈਂ ਜਿਹੜੀ ਗੱਲਬਾਤ ਕਰ ਰਿਹਾ ਸੀ, ਮੈਂ ਇਹੀ ਗੱਲ ਕਰ ਰਿਹਾ ਕਿ ਸਾਨੂੰ ਘੱਟੋ ਘੱਟ ਹਰੇਕ ਮਾਮਲੇ ਦੇ ਵਿੱਚ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈਗਾ, ਤਾਂ ਜੋ ਇਹ ਜਿਹੜਾ ਸਾਡਾ ਸਮਾਜ ਹੈਗਾ ਬਹੁਤ ਖੂਬਸੂਰਤ, ਸੋਹਣਾ, ਸੁਨੱਖਾ ਹੋ ਜੇ, ਜਿਹਦੇ 'ਚ ਅਸੀਂ ਸਾਰੇ ਸੌਖੇ,
ਸਾਹ ਲੈ ਸਕੀਏ। ਜੋਗੀ ਜੀ ਦਾ ਆਇਆ ਹੈਗਾ ਕਮੈਂਟ ਕਿ ਇਹ ਖੂਬਸੂਰਤ ਗੱਲ ਹੈ ਕਿ ਬਹੁਤ ਕੁਝ ਸਹਿਣ ਤੋਂ ਬਾਅਦ ਵੀ ਅੱਜ ਸਵਾਮੀ ਸਰਬਜੀਤ ਜ਼ਿਆਦਾ ਊਰਜਾਵਾਨ ਨਜ਼ਰ ਆ ਰਿਹਾ ਹੈ। ਹਾਂ, ਸ਼ੁਕਰੀਆ ਜੋਗੀ ਜੀ। ਜਿਹੜੇ ਮੇਰੇ ਨਾਲ ਮੇਰੇ ਦੋਸਤ ਮਿੱਤਰ ਮੇਰੇ ਨਾਲ ਜੁੜੇ ਹੋਏ ਨੇ, ਮੇਰੇ ਫੇਸਬੁੱਕ ਫਰੈਂਡ ਨੇ, ਮੇਰੇ ਨਾਲ ਨਿੱਜੀ ਰੂਪ 'ਚ ਜੁੜੇ ਹੋਏ ਨੇ, ਮੇਰੇ ਪਰਿਵਾਰ ਵਾਲੇ ਰਿਸ਼ਤੇਦਾਰ, ਉਹ ਸਾਰੇ ਜਾਣਦੇ ਨੇ ਮੇਰੀ ਹਾਲਤ ਬਾਰੇ, ਮੇਰੀ ਇਕਨੋਮਿਕ ਹਾਲਤ ਬਾਰੇ, ਹੈ ਨਾ। ਉਹ ਮੇਰੇ ਟੈਲੈਂਟ ਬਾਰੇ ਵੀ ਜਾਣਦੇ ਹੈਗੇ ਨੇ ਕਿ ਵੀ ਸਵਾਮੀ ਕਿੰਨਾ ਕੁ ਪ੍ਰਤਿਭਾਵਾਨ ਹੈਗਾ। ਉਹਦੇ ਬਾਵਜੂਦ ਵੀ ਸਵਾਮੀ ਹਾਲੇ ਤੱਕ 42 ਸਾਲ ਦੀ ਉਮਰ ਹੋਣ ਤੱਕ ਸਵਾਮੀ ਬੇਰੁਜ਼ਗਾਰ ਹੈਗਾ। ਇਹਨੂੰ ਲੈ ਕੇ ਅਕਸਰ ਜਿਹੜਾ ਹੈਗਾ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ। ਕੱਲ੍ਹ ਪਰਸੋਂ ਹੀ ਇੱਕ ਹੋਰ ਦੁਰਘਟਨਾ ਵਾਪਰ ਕੇ ਹਟੀ ਹੈ, ਜਿਹੜੀ ਕਿ ਮੈਂ ਫੇਸਬੁੱਕ 'ਤੇ ਸ਼ੇਅਰ ਕੀਤੀ ਸੀ, ਅਤੇ ਇਹ ਮੇਰੇ ਸਾਰੇ ਯਾਰ ਦੋਸਤਾਂ ਨੇ ਉਹ ਪੜ੍ਹੀ ਹੈਗੀ ਹੈ, ਅਤੇ ਬਹੁਤ ਸਾਰੇ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਬਹੁਤ ਸਾਰਾ ਹੌਸਲਾ ਦਿੱਤਾ ਹੈਗਾ। ਮੈਂ ਤਾਂ ਆਪਣੀ ਢੇਰੀ ਲਗਭਗ ਢਾਹ ਹੀ ਬੈਠਾ ਸੀ, ਪਰ ਬਹੁਤ ਨੇ ਜੋਗੀ ਜੀ ਜਿਹੜੇ ਨੇ, ਜੋਗੀ ਜੀ ਬਹੁਤ ਮੇਰੇ ਯਾਰ ਦੋਸਤ ਨੇ ਜਿਨ੍ਹਾਂ ਨੇ ਕਈਆਂ ਨੇ ਫ਼ੋਨ ਕਰਕੇ, ਹੈ ਨਾ, ਕਈਆਂ ਨੇ ਕਮੈਂਟ ਕਰਕੇ ਮੈਨੂੰ ਹੌਸਲਾ ਦਿੱਤਾ ਕਿ ਕੋਈ ਐਡੀ ਗੱਲ ਨਹੀਂ ਹੈਗੀ, ਢੇਰੀ ਨਹੀਂ ਢਾਣੀ ਚਾਹੀਦੀ। ਅਤੇ ਇਸੇ ਕਰਕੇ ਸ਼ਾਇਦ ਅੱਜ ਫੇਰ ਮੈਂ ਉਸੇ ਊਰਜਾ ਦੇ ਨਾਲ ਤੁਹਾਡੇ ਸਾਹਮਣੇ ਜਿਹੜਾ ਹੈਗਾ ਪੇਸ਼ ਹੋਇਆ ਹੈਗਾ, ਜਿਹਨੂੰ ਕਿ ਸਾਡੇ ਜੋਗੀ ਜੀ ਨੇ ਸਲਾਹਿਆ ਹੈਗਾ। ਬਹੁਤ ਬਹੁਤ ਸ਼ੁਕਰੀਆ। ਜਿਹੜੇ ਦੋਸਤ ਮੇਰੇ ਨਾਲ ਇੱਥੇ ਨਵੇਂ ਜੁੜੇ ਹੋਏ ਨੇ, ਜਿਹੜੇ ਮੈਨੂੰ ਨਹੀਂ ਜਾਣਦੇ ਹੈਗੇ, ਥੋੜ੍ਹਾ ਜਿਹਾ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਅੱਧੇ ਕੁ ਮਿੰਟ ਦੇ ਵਿੱਚ ਦੱਸ ਦਿੰਦਾ ਹੈਗਾ ਕਿ ਮੇਰਾ ਜਿਹੜਾ ਫੀਲਡ ਹੈ ਉਹ ਬਹੁਤ ਮਤਲਬ ਬਹੁਤ ਤਰ੍ਹਾਂ ਦੇ ਫੀਲਡ ਨੇ ਜਿਨ੍ਹਾਂ ਨਾਲ ਮੈਂ ਜੁੜਿਆ ਹੋਇਆ ਹੈਗਾ, ਹੈ ਨਾ। ਜੇ ਮੈਂ ਲਿਟਰੇਚਰ ਦੀ ਗੱਲ ਕਰਾਂ ਤਾਂ ਇੱਕੋ ਵੇਲੇ ਮੈਂ ਕਵਿਤਾ ਵੀ ਲਿਖ ਰਿਹਾ, ਮੈਂ ਕਹਾਣੀ ਵੀ ਲਿਖ ਰਿਹਾ, ਨਾਵਲ ਵੀ ਲਿਖ ਰਿਹਾ, ਨਾਟਕ ਵੀ ਲਿਖ ਰਿਹਾ, ਨੁੱਕੜ ਨਾਟਕ ਵੀ ਲਿਖ ਰਿਹਾ, ਸਕਿੱਟਾਂ ਵੀ ਲਿਖ ਰਿਹਾ, ਵਿਅੰਗ ਵੀ ਲਿਖ ਰਿਹਾ, ਹੈ ਨਾ, ਅਤੇ ਡਰੱਗ ਅਬਿਊਜ਼ ਬਾਰੇ ਵੀ ਲਿਖ ਰਿਹਾ, ਵਾਤਾਵਰਣਿਕ ਚੇਤਨਾ ਬਾਰੇ ਵੀ ਲਿਖ ਰਿਹਾ। ਹੁਣ ਤੱਕ ਮੇਰੀਆਂ ਲਗਭਗ 19 ਜਿਹੜੀਆਂ ਕਿਤਾਬਾਂ ਨੇ ਉਹ ਛਪ ਚੁੱਕੀਆਂ ਨੇ, ਅਤੇ ਸਾਰੀਆਂ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਨੇ। ਮੈਨੂੰ ਇਹ ਲੱਗਦਾ ਹੈਗਾ ਕਿ ਇਕੱਲੀ ਕਵਿਤਾ ਹੈ ਜਿਹਦੀਆਂ ਮੇਰੀਆਂ 2 ਕਿਤਾਬਾਂ ਆਈਆਂ ਨੇ, ਕਵਿਤਾ ਦੀਆਂ ਸਿਰਫ 2 ਕਿਤਾਬਾਂ ਆਈਆਂ ਨੇ। ਬਾਕੀ ਜਿਨ੍ਹਾਂ ਵੀ ਵਿਧਾਵਾਂ ਦੇ ਵਿੱਚ ਮੈਂ ਲਿਖ ਰਿਹਾ ਉਹਨਾਂ ਸਾਰਿਆਂ ਦੀ ਇੱਕ ਕਿਤਾਬ ਹੀ ਆਈ ਹੈਗੀ ਆ। ਜਾਂ ਇਹ ਕਹਿ ਸਕਦੇ ਹੈਗੇ ਕਿ ਜਿਹੜੀਆਂ ਮੇਰੀਆਂ ਆਲੋਚਨਾ ਨੇ ਉਹਦੀਆਂ ਮੇਰੀਆਂ 4 ਕਿਤਾਬਾਂ ਆਈਆਂ ਨੇ, ਉਹ ਅਕਾਦਮਿਕ ਲੋੜ ਵਾਸਤੇ ਹੈਗੀਆਂ ਸੀ। ਅਤੇ ਇਹ ਜਿਹੜੀਆਂ ਕਿਤਾਬਾਂ ਨੇ, ਇਹ ਕਿਤਾਬਾਂ ਦੇ ਵੱਖ-ਵੱਖ ਵਿਧਾਵਾਂ ਬਾਰੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਇਹਦੇ ਤੋਂ ਬਿਨਾਂ ਮੇਰੀ ਜਿਹੜੀ ਸ਼ਖਸੀਅਤ ਹੈਗੀ ਹੈ ਉਹ ਰੰਗਮੰਚ ਦੇ ਨਾਲ ਜੁੜੀ ਹੋਈ ਹੈ। ਮੈਂ ਰੰਗਮੰਚ ਦੇ ਵਿੱਚ ਅਦਾਕਾਰ ਦੇ ਰੂਪ 'ਚ ਵੀ ਕੰਮ ਕਰਦਾ ਰਿਹਾ ਹੈਗਾ, ਮੈਂ ਡਾਇਰੈਕਟਰ ਦੇ ਰੂਪ 'ਚ ਵੀ ਕੰਮ ਕਰਦਾ ਰਿਹਾ, ਸਕ੍ਰਿਪਟ ਰਾਈਟਰ ਦੇ ਤੌਰ 'ਤੇ ਵੀ ਮੈਂ ਕੰਮ ਕਰਦਾ, ਯੂਥ ਫੈਸਟੀਵਲਾਂ ਦੇ ਵਿੱਚ ਵੀ ਕੰਮ ਕੀਤਾ ਹੈਗਾ। ਉਸ ਤੋਂ ਬਾਅਦ ਫਿਲਮ ਲਾਈਨ ਦੇ ਨਾਲ ਵੀ ਮੈਂ ਜੁੜਿਆ ਰਿਹਾ, ਮੈਂ ਫਿਲਮਾਂ ਦੀਆਂ ਸਕ੍ਰਿਪਟਾਂ ਵੀ ਲਿਖੀਆਂ ਨੇ, ਮੈਂ ਫਿਲਮਾਂ ਦੇ ਵਿੱਚ ਨਿਰਦੇਸ਼ਨ ਵੀ ਦਿੱਤਾ, ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਵੀ ਕੰਮ ਕੀਤਾ, ਅਦਾਕਾਰ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਹੈਗਾ। ਜੇ ਤੁਸੀਂ ਦੇਖਣਾ ਚਾਹੋ ਤਾਂ ਜਿਹੜੀ ਇੱਕ ਆਦਤ ਹਸਨ ਮੰਟੋ ਦੀ ਇੱਕ ਕਹਾਣੀ ਹੈਗੀ ਹੈ ਟੋਬਾ ਟੇਕ ਸਿੰਘ, ਉਹਦੇ 'ਤੇ ਕੇਤਨ ਮਹਿਤਾ ਦੀ ਇੱਕ ਫਿਲਮ ਹੈ, ਫਿਲਮ ਦਾ ਨਾਮ ਹੈਗਾ ਟੋਬਾ ਟੇਕ ਸਿੰਘ। ਉਹਦੇ ਵਿੱਚ ਜਿਹੜਾ ਪੰਕਜ ਕਪੂਰ ਜੀ ਹੈਗੇ ਨੇ ਉਹਨਾਂ ਨੇ ਮੇਨ ਲੀਡ ਦੇ ਵਿੱਚ ਕੰਮ ਕੀਤਾ, ਅਤੇ ਉਹਦੇ ਵਿੱਚ ਮੈਂ ਵੀ ਇੱਕ ਛੋਟਾ ਜਿਹਾ ਕਰੈਕਟਰ ਜਿਹੜਾ ਹੈ ਕੀਤਾ ਹੈਗਾ, ਫਜ਼ਲ ਅਲੀ ਦਾ ਮੈਨੂੰ ਯਾਦ ਨਹੀਂ ਹੈਗਾ। ਉਹ ਤੁਸੀਂ ਦੇਖ ਸਕਦੇ ਹੈਗੇ ਹੋ, ਹੈ ਨਾ, ਮੇਰੀ ਅਦਾਕਾਰੀ ਉਹਦੇ ਰਾਹੀਂ ਦੇਖ ਸਕਦੇ ਹੋ। ਸੋ ਜਿਹੜੇ ਮੇਰੇ ਯਾਰ ਦੋਸਤ ਨੇ ਇਹ ਸਾਰੇ ਮੇਰੇ ਟੇਲੈਂਟ ਨੂੰ, ਮੇਰਾ ਜਿਹੜਾ ਬਹੁਪੱਖੀ ਟੇਲੈਂਟ ਹੈਗਾ, ਜਿਹਨੂੰ ਜਿਹੜੇ ਮੇਰੇ ਗੁਰੂ ਜੀ ਸੀ ਜਨਾਬ ਟੋਨੀ ਬਾਤਿਸ਼, ਹੈ ਨਾ, ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਰੁਖਸਤ ਹੋ ਗਏ ਨੇ। ਅਤੇ ਮੇਰੇ ਗੁਰੂ ਜੀ ਜਿਹੜੇ ਨੇ ਉਹ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਕਿ ਕਈ ਇਨ 1, ਹੈ ਨਾ, ਕਿ ਸਵਾਮੀ ਤਾਂ ਕਈ ਇਨ 1 ਹੈਗਾ। ਇੱਕ ਤਾਂ ਹੁੰਦੇ ਨੇ, ਹੈ ਨਾ, 2 in 1 ਹੁੰਦੇ ਨੇ, 3 in 1 ਹੁੰਦੇ ਨੇ, ਕਹਿੰਦੇ ਸਵਾਮੀ ਜਿਹੜਾ ਹੈਗਾ ਕਈ ਇਨ 1 ਹੈ। ਸੋ ਇਹ ਕਈ ਇਨ 1 ਹੋਣਾ ਮੈਨੂੰ ਹੁਣ ਇਹ ਲੱਗਦਾ ਹੁੰਦਾ ਕਿ ਹੁਣ ਲਗਭਗ ਇਹ ਵਰਦਾਨ ਨਹੀਂ ਹੈਗਾ, ਇਹ ਮੇਰੇ ਵਾਸਤੇ ਤਾਂ ਸਰਾਪ ਹੀ ਸਿੱਧ ਹੋਇਆ, ਕਿਉਂਕਿ ਮੈਂ ਕਦੇ ਵੀ ਇੱਕ ਜਿਹੜੀ ਹੈਗੀ ਹੈ ਉਹਦੇ 'ਤੇ ਕੰਸਨਟਰੇਟ ਹੋ ਕੇ ਕਿਸੇ ਵੀ ਚੀਜ਼ 'ਤੇ ਮੈਂ ਫੋਕਸ ਨਹੀਂ ਕਰ ਸਕਿਆ, ਹੈ ਨਾ। ਹੁਣ ਜਿਵੇਂ ਮੈਂ ਕਹਾਂ ਕਿ ਜੇ ਮੈਂ ਮਿਊਜ਼ਿਕ ਦੇ ਨਾਲ ਜੁੜਿਆ ਹੋਇਆ ਤਾਂ ਮੈਂ ਸਾਜ਼ ਵੀ ਵਜਾ ਲੈਂਦਾ, ਹੈ ਨਾ, ਮੈਂ ਹਾਰਮੋਨੀਅਮ ਵਜਾ ਲੈਂਦਾ, ਮੈਂ ਡਫਲੀ ਵਜਾ ਲੈਂਦਾ, ਥੋੜ੍ਹੀ ਬਹੁਤੀ ਤੁੰਬੀ ਵਜਾ ਲੈਂਦਾ, ਮੈਂ ਬੰਸਰੀ ਵਜਾ ਲੈਂਦਾ ਹੈਗਾ, ਢੱਡ ਵਜਾ ਲੈਂਦਾ। ਪਰ ਜੇ ਮੈਂ ਕਹਾਂ ਕਿ ਪੰਜੀ ਮੈਨੂੰ ਸਾਰਾ ਕੁਝ ਆਉਂਦਾ ਹੈਗਾ ਅਤੇ ਰੁਪਈਆ ਕੁਛ ਵੀ ਨਹੀਂ ਆਉਂਦਾ ਹੈਗਾ, ਸ਼ਾਇਦ ਇਹੀ ਕਾਰਨ ਸੀ, ਹੈ ਨਾ, ਕਿ ਉਸ ਰੂਪ ਦੇ ਵਿੱਚ ਕਿਸੇ ਵੀ ਜਿਹੜੀ ਵਿਧਾ ਦੇ ਵਿੱਚ ਜਾਂ ਕਿਸੇ ਵੀ ਵੰਨਗੀ ਦੇ ਵਿੱਚ ਮੈਂ ਮਾਸਟਰ ਨਹੀਂ ਬਣ ਸਕਿਆ। ਹਰਵਿੰਦਰ ਜੀ ਕਹਿ ਰਹੇ ਨੇ ਕਿ ਤੁਹਾਡੀ ਕਿਤਾਬ ਐਂਟੀਵਾਇਰਸ ਬਹੁਤ ਵਧੀਆ ਸੀ। ਸ਼ੁਕਰੀਆ ਹਜ਼ੂਰ। ਮੇਰੀ ਨੁੱਕੜ ਨਾਟਕਾਂ ਨਾਲ ਜੁੜੀ ਹੋਈ ਕਿਤਾਬ ਹੈਗੀ ਹੈ। ਜਿਹੜੇ ਵੀ ਦੋਸਤ ਨਾਟਕ ਦੇ ਫੀਲਡ ਨਾਲ ਜੁੜੇ ਹੋਏ ਨੇ ਉਹ ਇਹ ਕਿਤਾਬ ਜ਼ਰੂਰ ਪੜ੍ਹਨ, ਇਹਦੀ ਭੂਮਿਕਾ ਜ਼ਰੂਰ ਪੜ੍ਹਨ। ਲਗਭਗ 38-39 ਪੇਜਾਂ ਦੀ ਇਹਦੀ ਭੂਮਿਕਾ ਹੈ, ਉਹ ਜ਼ਰੂਰ ਪੜ੍ਹਨ। ਅਤੇ ਹਾਂ ਹਰਵਿੰਦਰ ਜੀ, ਜਿਹੜੀ ਪੁਲਿਸ ਇਨ ਪੋਲੀਵੁੱਡ ਇੱਕ ਫਿਲਮ ਆਈ ਸੀ
ਜਿਹਦੇ ਵਿੱਚ ਭਗਵੰਤ ਮਾਨ ਜਿਹੜਾ ਸੀ ਉਹਨੇ ਮੇਨ ਲੀਡ ਦੇ ਵਿੱਚ ਕੰਮ ਕੀਤਾ ਸੀ, ਮੈਂ ਉਹਦੇ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਰੂਪ 'ਚ ਕੰਮ ਕੀਤਾ ਹੋਇਆ ਹੈਗਾ। ਸ਼ੁਕਰੀਆ, ਤੁਸੀਂ ਯਾਦ ਰੱਖਿਆ ਤੇ ਮੈਨੂੰ ਯਾਦ ਕਰਵਾਇਆ। ਅੱਛਾ, ਕੋਈ ਦੋਸਤ ਦੱਸੂਗਾ ਜੀ ਕਿ ਸਮਾਂ ਕਿੰਨਾ ਕੁ ਹੋ ਗਿਆ ਤੇ ਆਪਾਂ ਹੁਣ ਕਦੋਂ ਕੁ ਤੁਹਾਡੇ ਤੋਂ ਵਿਦਾ ਲਵਾਂ, ਮੈਨੂੰ ਦੱਸ ਦਿਓ, ਕਿਉਂਕਿ ਮੇਰੇ ਇਹਦੇ ਤੇ ਟਾਈਮ ਨਹੀਂ ਸ਼ੋ ਹੋ ਰਿਹਾ ਹੈਗਾ। ਕੋਈ ਵੀ ਯਾਰ ਦੋਸਤ ਮੈਨੂੰ ਦੱਸ ਦਿਓ ਕਿ ਵੀ ਕਿੰਨਾ ਕੁ ਸਮਾਂ ਹੋ ਗਿਆ ਤੇ ਕਿੰਨਾ ਕੁ ਸਮਾਂ ਮੈਂ ਹੋਰ ਜਿਹੜਾ ਹੈਗਾ ਤੁਹਾਡੇ ਨਾਲ ਗੱਲ ਕਰ ਸਕਦਾ ਹੈਗਾ। ਤਾਂ ਇੱਕ ਅੱਧੀ ਕਵਿਤਾ ਮੈਂ ਹੋਰ ਸੁਣਾਉਣਾ ਤੁਹਾਨੂੰ, ਜਿਹੜੀ ਮੇਰੀ ਕਿਤਾਬ ਹੈ ਰੰਗਾਂ ਦੀ ਰਾਸ ਲੀਲਾ, ਉਹਦੇ ਵਿੱਚੋਂ। ਵੈਸੇ ਤਾਂ ਮੇਰੀਆਂ ਹਾਂਜੀ, ਇੱਕ ਇਹ ਕਵਿਤਾ ਹੈ। ਇਹ ਕਵਿਤਾ ਜਦੋਂ ਵੀ ਕੋਈ ਮੇਰੇ ਤੋਂ ਪੁੱਛਦਾ ਹੈ ਕਿ ਕਵਿਤਾ ਕੀ ਹੁੰਦੀ ਹੈ, ਤੁਸੀਂ ਕਵਿਤਾ ਨੂੰ ਕੀ ਸੋਚਦੇ ਹੋ, ਕਵਿਤਾ ਬਾਰੇ ਤੁਹਾਡੀ ਕੀ ਸਮਝ ਹੈਗੀ ਹੈ। ਗੁਰਦੀਪ ਜੀ ਸ਼ੁਕਰੀਆ। ਦਰਸ਼ਨ ਸਿੰਘ ਦਰਸ਼ੀ ਵੀਰ 526 ਹੋ ਗਏ ਨੇ, ਓਕੇ। ਤੇ ਮੈਨੂੰ ਲੱਗਦਾ ਹੈ ਮੈਨੂੰ ਤੁਹਾਡੇ ਤੋਂ ਹੁਣ ਵਿਦਾ ਲੈ ਲੈਣੀ ਚਾਹੀਦੀ ਹੈਗੀ ਹੈ, ਕਿਉਂਕਿ ਗੁਰਮਵੀਰ ਨੇ ਮੈਨੂੰ ਸਮਾਂ ਜਿਹੜਾ ਦਿੱਤਾ ਸੀ ਉਹ 1 ਘੰਟੇ ਦਿੱਤਾ ਸੀ ਤੇ ਮੈਨੂੰ ਸੱਚੀ ਨਹੀਂ ਪਤਾ ਲੱਗਿਆ ਹੈਗਾ ਗੱਲਾਂ ਬਾਤਾਂ ਕਰਦੇ ਕਿਵੇਂ ਇੰਨਾ, ਮਤਲਬ 5:30 ਹੋ ਗਏ। ਮੈਂ ਸੋਚਿਆ ਸੀ ਕਿ ਹਲੇ 4:30 ਹੋਏ ਹੋਣਗੇ, 1 ਘੰਟਾ ਵੱਧ ਹੋ ਗਿਆ। ਚਲੋ ਕੋਈ ਗੱਲ ਨਹੀਂ। ਇੱਕ ਆਖਰੀ ਕਵਿਤਾ ਹਜ਼ੂਰ, ਇਹ ਕਵਿਤਾ ਹੈਗੀ ਹੈ ਮੇਰੀ ਕਿ ਕਵਿਤਾ ਕੀ ਹੁੰਦੀ ਹੈਗੀ ਹੈ, ਇਹ ਉਹਦੇ ਨਾਲ ਸੰਬੰਧਿਤ ਹੈਗੀ ਹੈ ਤੇ ਇਹ ਮੈਂ ਤੁਹਾਡੇ ਪੇਸ਼ੇ ਖਿਦਮਤ ਕਰਨ ਲੱਗਿਆ ਹੈਗਾ। ਸੁਣਨਾ ਤੇ ਸੁਣ ਕੇ ਜਿਹੋ ਜਿਹਾ ਵੀ ਤੁਹਾਡਾ ਰਿਸਪੌਂਸ ਹੋਇਆ ਦੱਸਣਾ ਜ਼ਰੂਰ ਇਹਦੇ ਬਾਰੇ ਕਿ ਕਵਿਤਾ ਕੀ ਹੁੰਦੀ ਹੈਗੀ ਹੈ। ਤਾਂ ਮੇਰੀ ਕਵਿਤਾ ਹੈ, ਕਵਿਤਾ ਦਾ ਸਿਰਲੇਖ ਹੈ ਜੀ, ਉਨਵਾਨ ਹੈ ਕਵਿਤਾ ਮਹਿਜ਼ ਇੱਕ ਸੁਪਨਾ ਨਹੀਂ ਹੁੰਦੀ। ਕਵਿਤਾ ਮਹਿਜ਼ ਇੱਕ ਸੁਪਨਾ ਹੀ ਨਹੀਂ ਹੁੰਦੀ, ਹਕੀਕਤ ਵੀ ਹੁੰਦੀ ਏ। ਹਕੀਕਤ ਜੋ ਬੀਤ ਰਹੀ, ਜੋ ਬੀਤ ਗਈ, ਜੋ ਬੀਤ ਰਹੀ, ਜੋ ਬੀਤੇਗੀ। ਹਕੀਕਤ ਜੋ ਸਿਰਫ ਸੋਹਲ ਹੀ ਨਹੀਂ ਹੁੰਦੀ, ਤਲਖ ਵੀ ਹੁੰਦੀ ਏ। ਲਿਸ਼ਕ ਹੀ ਨਹੀਂ ਹੁੰਦੀ, ਕਲਖ ਵੀ ਹੁੰਦੀ ਏ। ਕਵਿਤਾ ਨੇ ਕੁਝ ਕਹਿਣਾ ਹੀ ਨਹੀਂ ਹੁੰਦਾ, ਸਮਝਾਉਣਾ ਵੀ ਹੁੰਦਾ ਏ। ਦੱਸਣਾ ਹੀ ਨਹੀਂ ਹੁੰਦਾ, ਮਨਵਾਉਣਾ ਵੀ ਹੁੰਦਾ ਏ। ਕਵਿਤਾ ਦੀ ਧਰਤ ਆਪਣੀ ਹੈ, ਅਸਮਾਨ ਵੀ ਆਪਣਾ ਹੈ, ਇਸ ਦਾ ਧਰਮ ਵੀ ਆਪਣਾ ਹੈ, ਈਮਾਨ ਵੀ ਆਪਣਾ ਹੈ। ਪਹਿਲੇ ਚੁੰਮਣ ਤੋਂ ਲੈ ਕੇ ਵਿਦਾ ਹੋਣ ਤੱਕ ਇਸ ਦਾ ਇਤਿਹਾਸ ਵੀ ਆਪਣਾ ਹੈ ਤੇ ਵਰਤਮਾਨ ਵੀ ਆਪਣਾ ਹੈ। ਇਸ ਨੂੰ ਆਪਣੀ ਬੰਦੀ ਨਾ ਸਮਝਣਾ, ਇਸ ਨੂੰ ਆਪਣੀ ਬੰਦੀ ਨਾ ਸਮਝਣਾ। ਇਹ ਤੁਹਾਡੀ ਚੁੱਪ ਦੇ ਵਸਤਰ ਵੀ ਬਣ ਜਾਏਗੀ ਤੇ ਕਦੇ ਇਹ ਅਲਫ ਨਗਨ ਹੋ ਕੇ ਯੁੱਗ ਦੇ ਰੱਥ ਦਾ ਗਿੜਦਾ ਹੋਇਆ ਪਹੀਆ ਥਾਂ ਜਾਮ ਵੀ ਕਰ ਸਕਦੀ ਹੈ। ਇਹ ਤੁਹਾਡੀ ਕਲਮ ਦੇ ਸਾਹਾਂ ਵਿੱਚ ਡੁੱਬ ਵੀ ਸਕਦੀ ਏ ਤੇ ਕਦੇ ਇਹ ਤੁਹਾਡੇ ਸ਼ਬਦ ਦਾ ਜਿਸਮ ਪਹਿਨਣ ਤੋਂ ਇਨਕਾਰੀ ਵੀ ਹੋ ਸਕਦੀ ਏ। ਕਵਿਤਾ ਤੁਹਾਡੀ ਕਲਪਨਾ ਏ, ਰਹਿਮੋ ਕਰਮ ਦੀ ਗੁਲਾਮ ਹਰਗਿਜ਼ ਨਹੀਂ। ਇਹ ਤੁਹਾਡੀਆਂ ਕਲਪਨਾਵਾਂ ਤੋਂ ਬਾਗੀ ਵੀ ਹੋ ਸਕਦੀ ਏ। ਕਵਿਤਾ ਨੂੰ ਮਹਿਜ਼ ਇੱਕ ਸੁਪਨਾ ਸਮਝਣ ਦੀ ਗਲਤੀ ਨਾ ਕਰ ਬੈਠਣਾ, ਕਿਉਂਕਿ ਇਹ ਸਿਰ ਧਰਨ ਲਈ ਮਹਿਬੂਬ ਦੀ ਛਾਤੀ ਹੀ ਨਹੀਂ ਹੁੰਦੀ, ਤਾਨਾਸ਼ਾਹ ਦੀ ਹਿੱਕ 'ਚ ਖੁੱਭਿਆ ਖੰਜਰ ਵੀ ਹੋ ਸਕਦੀ ਏ। ਕਵਿਤਾ ਮਹਿਜ਼ ਇੱਕ ਸੁਪਨਾ ਹੀ ਨਹੀਂ ਹੁੰਦੀ, ਹਕੀਕਤ ਵੀ ਹੁੰਦੀ ਏ, ਹਕੀਕਤ ਵੀ ਹੁੰਦੀ ਏ। ਸ਼ੁਕਰੀਆ ਗੁਰਦੀਪ ਜੀ ਕਹਿ ਰਹੇ ਨੇ ਕਿ ਮੈਨੂੰ ਤੁਹਾਡੇ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ। ਗੁਰਦੀਪ ਜੀ ਸ਼ੁਕਰੀਆ। ਮੈਂ ਸਭ ਤੋਂ ਜਿਹੜਾ ਪਹਿਲਾ ਸ਼ੁਕਰੀਆ ਹੈਗਾ ਉਹ ਇਹ ਕਾਮਨ ਜਿਹੜਾ ਕ੍ਰੀਏਟੀਵਿਟੀ ਮੰਚ ਹੈ, ਇਹ ਕ੍ਰੀਏਟੀਵਿਟੀ ਮੰਚ ਦੇ ਨਾਲ ਜੁੜੇ ਹੋਏ ਜਿਹੜੇ ਵੀ ਸਲਾਹਕਾਰ ਦੋਸਤ ਨੇ, ਮੈਂ ਤਾਂ ਬਾਈ ਗੁਰਮ ਨੂੰ ਹੀ ਜਾਣਦਾ ਹੈਗਾ। ਉਸ ਤੋਂ ਬਿਨਾਂ ਹੋਰ ਵੀ ਜਿਹੜੀ ਟੀਮ ਇਹਦੇ ਨਾਲ ਜੁੜੀ ਹੋਈ ਹੈਗੀ ਹੈ, ਮੈਂ ਉਹਨਾਂ ਸਾਰਿਆਂ ਦਾ ਦਿਲੋਂ ਸ਼ੁਕਰੀਆ ਅਦਾ ਕਰਦਾ ਹੈਗਾ, ਤਹਿ ਦਿਲੋਂ ਧੰਨਵਾਦ ਕਰਦਾ ਹੈਗਾ ਕਿ ਜਿਨ੍ਹਾਂ ਨੇ ਇਹ ਢੋ ਢੁਕਾਇਆ ਹੈਗਾ ਕਿ ਮੈਨੂੰ ਇੰਨੇ ਜਿਹੜੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਮੈਨੂੰ ਪੇਸ਼ ਕੀਤਾ ਹੈਗਾ ਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈਗਾ। ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈਗਾ, ਤਾਂ ਮੈਂ ਹੁਣ ਤੁਹਾਡੇ ਤੋਂ ਅਲਵਿਦਾ ਲਵਾਂ। ਜੇ ਕੋਈ ਹੋਰ ਦੋਸਤ ਕਿਸੇ ਵੀ ਢੰਗ ਦੀ ਕੋਈ ਗੱਲਬਾਤ ਕਰਨਾ ਚਾਹੁੰਦਾ ਹੈਗਾ ਤਾਂ ਜਲਦੀ ਤੋਂ ਜਲਦੀ ਉਹ ਗੱਲਬਾਤ ਕਰ ਲਵੇ, ਨਹੀਂ ਤਾਂ ਸਾਥੀਓ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਵਿਦਾ ਦਿਓ ਤੇ ਫਿਰ ਕਦੇ ਆਪਾਂ ਦੁਬਾਰਾ ਇਸੇ ਮੰਚ ਤੇ ਇਕੱਠੇ ਹੋ ਕੇ ਦੁਬਾਰਾ ਫਿਰ ਕਵਿਤਾ ਬਾਰੇ, ਕਵਿਤਾ ਦੇ ਪਿਆਰ ਬਾਰੇ, ਕਵਿਤਾ ਬਾਰੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਕਰ ਸਕਾਂਗੇ। ਕੋਈ ਵੀ ਦੋਸਤ ਜੇ ਕੋਈ ਗੱਲਬਾਤ ਕਰਨਾ ਚਾਹੁੰਦਾ ਤਾਂ ਕਿਰਪਾ ਕਰਕੇ ਉਹ ਮੈਨੂੰ ਜ਼ਰੂਰ ਦੱਸ ਦੇਵੇ।
ਅੱਛਾ, ਇੱਕ ਆਇਆ ਸੀ ਕਾਮਨ ਕ੍ਰੀਏਟੀਵਿਟੀ ਵਾਲੇ, ਕਹਿੰਦੇ ਜੀ ਕੋਈ ਮਿਊਜ਼ਿਕ ਇਨਸਟਰੂਮੈਂਟ ਅਗਰ ਨੇੜੇ ਹੈ ਤਾਂ ਜ਼ਰੂਰ। ਓਕੇ ਜੀ, ਦੇਖੋ ਜੀ, ਦੂਰ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ, ਤੇ ਨੇੜੇ ਆਪਾਂ ਮੰਗਾ ਲੈਂਦੇ ਹੈਗੇ ਆ, ਹੈ ਨਾ। ਆਪਾਂ ਮਤਲਬ ਸ਼ਰੀਕੇ ਹਯਾਤ ਇਸੇ ਕੰਮ ਵਾਸਤੇ ਰੱਖੀ ਹੋਈ ਹੈਗੀ ਹੈ ਕਿ ਘੱਟੋ ਘੱਟ ਸਾਥ ਤਾਂ ਫੜਾ ਸਕਦੀ ਹੈਗੀ ਆ। ਮੈਂ ਸਰਬਜੀਤ ਡਫਲੀ ਲਿਆ ਦੇ, ਇੱਕ ਬਾਂਸਰੀ ਲਿਆ ਦੇ, ਤੇ ਇੱਕ ਤੁੰਬੀ ਲਿਆ ਦੇ। ਮੈਂ ਥੋੜੀ ਜੀ ਇਹਨਾਂ ਨੂੰ ਵਜਾ ਕੇ ਸੁਣਾ ਦਾਂ ਜੀ। ਦੋਸਤਾਂ ਨੇ ਗੁਜ਼ਾਰਿਸ਼ ਕੀਤੀ ਹੈਗੀ ਆ, ਖਾਸ ਤੌਰ ਤੇ ਕਾਮਨ ਕ੍ਰੀਏਟੀਵਿਟੀ ਵਾਲਿਆਂ ਨੇ ਕੀਤੀ ਹੈ ਭਾਈ। ਇਹਨਾਂ ਨੇ ਤਾਂ ਅੱਛਾ, ਅਲਿਫ ਜੀ ਕਹਿੰਦੇ ਕਿ ਕੁਛ ਗਾ ਕੇ ਸੁਣਾ ਦਿਓ। ਫੇਸਬੁੱਕ ਕਵਿਤਾ ਬਾਰੇ ਵੀ ਕੁਝ ਬੋਲੋ। ਯਾਰ ਗੱਲਾਂ ਬਹੁਤ ਨੇ ਦਰਸ਼ੀ ਕਰਨ ਵਾਲੀਆਂ, ਤੇ ਬਹੁਤੀਆਂ ਨਹੀਂ ਹੋਣੀਆਂ ਹੈਗੀਆਂ। ਹਾਜ਼ਰੀਨ, ਇਹ ਨਾ ਇਹ ਇੱਕ ਇੰਸਟਰੂਮੈਂਟ ਹੈ। ਇਹ ਇੰਸਟਰੂਮੈਂਟ ਦਾ ਨਾਮ ਹੈਗਾ ਤੁੰਬੀ, ਠੀਕ ਹੈ। ਬਟ ਇਹ ਥੋੜ੍ਹੀ ਜਿਹੀ ਤੁਹਾਨੂੰ ਜਿਹੜੀ ਹੈ ਅਜੀਬ ਤਰ੍ਹਾਂ ਦੀ ਲੱਗੂਗੀ ਇਹ ਤੁੰਬੀ, ਕਿਉਂਕਿ ਇਹਦੇ ਵਿੱਚ ਹੈ ਨਾ ਇਹ ਆ ਅਲੱਗ ਚੀਜ਼ਾਂ ਵਿੱਚ ਆ ਤੁਹਾਨੂੰ ਦਿਖ ਰਹੇ ਹੋਣੇ ਪਰਦੇ ਆ ਤੇ ਆ, ਹੈ ਨਾ। ਇਹ ਥੋੜ੍ਹਾ ਜਿਹਾ ਡਿਫਰੈਂਟ ਢੰਗ ਦਾ ਹੈਗਾ। ਇਹ ਜਿਹੜੀ ਤੁੰਬੀ ਹੈ ਨਾ, ਇਹ ਮੇਰੇ ਫਾਦਰ ਸਾਹਿਬ ਨੇ ਬਣਾਈ ਹੈਗੀ ਹੈ ਨਾ, ਇਸ ਢੰਗ ਦੀ। ਇਹਨੂੰ ਅਸੀਂ ਜਿਹੜੀ ਹੈਗੀ ਆ ਪਰਦੇ ਵਾਲੀ ਤੁੰਬੀ ਜਿਹੜੀ ਕਹਿੰਦੇ ਹੈਗੇ ਆ, ਹੈ ਨਾ। ਤੇ ਇਹਦੀ ਕੀ ਹੈ, ਇਹਦੀ ਖਾਸੀਅਤ ਕੀ ਹੈ ਕਿ ਇਹ ਨਾ ਸੁਰ ਬਣੇ ਹੋਏ ਨੇ, ਠੀਕ ਹੈ। ਤੁਸੀਂ ਜਸਟ ਉਹਨਾਂ ਸੁਰਾਂ ਤੇ ਹੱਥ ਰੱਖਣਾ, ਤੁਹਾਨੂੰ ਬਣਾਉਣੇ ਨਹੀਂ ਪੈਂਦੇ ਹੈਗੇ, ਤੇ ਇਹ ਆਪਣੇ ਆਪ ਜਿਹੜੇ ਸੁਰ ਨੇ ਇਹ ਬਣਦੇ ਜਾਂਦੇ ਨੇ, ਹੈ ਨਾ। ਹੁਣ ਆ ਦੇਖੋ, ਇਹ ਮੇਰੇ ਡੈਡੀ ਬਣਾਉਂਦੇ ਨੇ ਤੁੰਬੀਆਂ, ਹੈ ਨਾ। ਇਸ ਮਤਲਬ ਇਸ ਢੰਗ ਦੀਆਂ ਪਰਦੇ ਵਾਲੀਆਂ ਤੁੰਬੀਆਂ। ਰੇਲਵੇ ਵਿਭਾਗ ਦੇ ਵਿੱਚੋਂ ਉਹ ਬਹੁਤ ਵਧੀਆ ਪੋਸਟ ਤੋਂ ਰਿਟਾਇਰ ਹੋਏ ਨੇ, ਸਟੇਸ਼ਨ ਸੁਪਰਡੈਂਟ ਰਿਟਾਇਰ ਹੋਏ ਨੇ, ਪਰ ਤੁੰਬੀ ਵਜਾਉਣ ਦਾ ਜਿਹੜਾ ਸ਼ੌਕ ਹੈ ਉਹ ਉਹਨਾਂ ਨੂੰ ਬਚਪਨ ਤੋਂ ਹੀ ਸੀ। ਇਸ ਕਰਕੇ ਹੁਣ ਉਹ ਆਪਣੇ ਸ਼ੌਕ ਦੀ ਪੂਰਤੀ ਕਰ ਰਹੇ ਨੇ, ਠੀਕ ਹੈ। ਤੇ ਉਹ ਇਹੋ ਜਿਹੀਆਂ ਤੁੰਬੀਆਂ ਬਣਾਉਂਦੇ ਨੇ, ਤੇ ਇੱਕ ਤਰਲਾ ਮਿੰਨਤਾਂ ਕਰਕੇ ਜਿਹੜੀ ਹੈਗੀ ਹੈ ਇਹ ਤੁੰਬੀ ਮੈਂ ਉਹਨਾਂ ਕੋਲੋਂ ਚੱਕ ਲਿਆਇਆ। ਜਿਵੇਂ ਕਹਿੰਦੇ ਹੁੰਦੇ ਨੇ ਕਿ ਦੀਵੇ ਥੱਲੇ ਹਨੇਰਾ ਹੁੰਦਾ ਹੈਗਾ, ਮੇਰੇ ਫਾਦਰ ਬਹੁਤ ਖੂਬਸੂਰਤ ਤੁੰਬੀ ਬਣਾਉਂਦੇ ਨੇ, ਹੈ ਨਾ। ਤੁਸੀਂ ਸਰਚ ਕਰ ਸਕਦੇ ਹੈਗੇ ਹੋ, ਅਮਰਜੀਤ ਸਿੰਘ ਉਦਮੀ, ਉਹਨਾਂ ਨੂੰ ਤੁਸੀਂ ਸਰਚ ਕਰੋਗੇ ਤਾਂ ਉਹਨਾਂ ਦੀ ਤੁੰਬੀ ਜਿਹੜੀ ਹੈਗੀ ਹੈ YouTube ਤੇ ਫੇਸਬੁੱਕ ਤੇ ਤੁਹਾਨੂੰ ਸੁਣਾਈ ਦੇ ਜੂਗੀ, ਹੈ ਨਾ। ਬਹੁਤ ਖੂਬਸੂਰਤ ਤੁੰਬੀ ਵਜਾਉਂਦੇ ਨੇ, ਪਰ ਮੈਂ ਕਦੇ ਉਹਨਾਂ ਤੋਂ ਤੁੰਬੀ ਸਿੱਖ ਨਹੀਂ ਸਕਿਆ ਹੈਗਾ, ਹੈ ਨਾ। ਜਿਵੇਂ ਕਹਿੰਦੇ ਨੇ ਕਿ ਦੀਵੇ ਥੱਲੇ ਹਨੇਰਾ ਹੁੰਦਾ ਹੈਗਾ, ਪਰ ਹੁਣ ਮੇਰੀ ਕੋਸ਼ਿਸ਼ ਹੈਗੀ ਹੈ ਕਿ ਮੈਂ ਜਿਹੜਾ ਤੁੰਬੀ ਨੂੰ, ਹਾਂ, ਮੈਂ ਸਿੱਖ ਲਵਾਂ। ਜਿਹੜਾ ਹੁਨਰ ਮੇਰੇ ਫਾਦਰ ਸਾਹਿਬ ਕੋਲੇ ਹੈਗੇ ਸੀ, ਮੈਂ ਉਹਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਅੱਗੇ ਕਰ ਸਕਾਂ। ਹਾਲਾਂਕਿ ਮੈਂ ਪਹਿਲਾਂ ਹੀ ਬਹੁਤ ਉਲਝਿਆ ਹੋਇਆ ਬੰਦਾ ਹੈਗਾ, ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਮੈਂ ਕੀ ਸਿੱਖਾਂ ਤੇ ਕੀ ਛੱਡਾਂ। ਤਾਂ ਫਿਰ ਵੀ ਮੈਨੂੰ, ਕਿਉਂਕਿ ਇਹ ਮੇਰੇ ਫਾਦਰ ਸਾਹਿਬ ਦਾ ਫੇਵਰੇਟ ਸਾਜ਼ ਹੈਗਾ, ਇਸ ਕਰਕੇ ਮੈਂ ਇਹਦੀ ਬਹੁਤ ਕਦਰ ਕਰਦਾ ਹੈਗਾ, ਤੇ ਮੈਂ ਚਾਹੁੰਦਾ ਹੈਗਾ ਕਿ ਮੈਂ ਕੁਛ ਨਾ ਕੁਛ ਇਹਨੂੰ ਥੋੜ੍ਹਾ ਜਿਹਾ ਵਜਾਉਣਾ ਸਿੱਖ ਲਵਾਂ, ਤਾਂ ਕਿ ਅੰਨੇ ਬਹਾਨੇ ਮੈਂ ਜਿਹੜਾ ਹੈਗਾ ਮੇਰੇ ਫਾਦਰ ਸਾਹਿਬ ਨੂੰ ਮੈਂ ਯਾਦ ਕਰਦਾ ਰਹਿ ਸਕਦਾ ਹੋਵਾਂ। ਠੀਕ ਹੈ ਜੀ, ਓਕੇ, ਸ਼ੁਕਰੀਆ। ਹਾਜ਼ਰੀਨ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੰਸਟਰੂਮੈਂਟ ਮੈਂ ਕਾਫੀ ਵਜਾ ਲੈਂਦਾ ਹੈਗਾ, ਹੈ ਨਾ, ਪਰ ਵਜਾ ਪੰਜੀ ਲੈਂਦਾ ਹੈਗਾ। ਤੇ ਹੁਣ ਮੈਂ ਤੁਹਾਨੂੰ ਨਾ ਇਹ ਬਾਂਸਰੀ ਜਿਹੜੀ ਹੈਗੀ ਥੋੜ੍ਹੀ ਜਿਹੀ ਇਹ ਮੈਂ ਵਜਾ ਕੇ ਸੁਣਾ ਦਿੰਦਾ। ਬਹੁਤ ਘੱਟ ਵਜਾਨਾ ਹੈਗਾ, ਇਸ ਕਰਕੇ ਮੈਂ ਕੋਈ ਗਰੰਟੀ ਨਹੀਂ ਦਿੰਦਾ ਹੈਗਾ ਕਿ ਵੱਜੂਗੀ ਤੇ ਬਹੁਤ ਵਧੀਆ ਵੱਜੂਗੀ, ਹੈ ਨਾ। ਜਿੰਨੀ ਕੁ ਵੱਜੂਗੀ ਉਨੀ ਕੁ ਤੁਸੀਂ ਜਿਹੜੀ ਹੈ ਕਬੂਲ ਕਰ ਲੈਣਾ ਜੀ। ਮੈਨੂੰ ਥੋੜ੍ਹਾ ਜਿਹਾ ਪਾਣੀ ਪੀ ਕੇ ਆਪਣੇ ਬੁੱਲ ਗੱਲੇ ਕਰਨੇ ਪੈਣਗੇ, ਬੋਲਦਿਆਂ ਸੁੱਕ ਗਏ ਸੀ।
ਬਜਾਈ ਨਹੀਂ ਹੈਗੀ ਬਹੁਤ ਦੇਰ ਦੀ, ਤੇ ਇਹਦੇ 'ਚ ਸਾਹ ਵੀ ਬਹੁਤ ਚੜ੍ਹਦਾ ਹੈਗਾ। ਤੇ ਚਲੋ ਮੈਨੂੰ ਜਿਹੜਾ ਸਾਜ਼ ਪਸੰਦ ਹੈ ਉਹ ਹੈ ਇਹਨੂੰ ਡਫ ਕਹਿੰਦੇ ਨੇ, ਹੈ ਨਾ। ਮੈਨੂੰ ਬਹੁਤ ਪਸੰਦ ਹੈਗਾ ਅਤੇ ਮੈਂ ਬਹੁਤ ਦੇਰ ਤੋਂ ਇਹ ਵਜਾ ਰਿਹਾ। ਅਤੇ ਡਫ ਮੈਂ ਤੁਹਾਨੂੰ ਸੁਣਾ ਦਿੰਦਾ ਹੈਗਾ। ਇਹਦੇ 'ਤੇ ਡਫ 'ਤੇ ਅਕਸਰ ਅਸੀਂ ਨੁੱਕੜ ਨਾਟਕਾਂ ਦੇ ਵਿੱਚ ਇੱਕ ਗੀਤ ਗਾਉਂਦੇ ਹੁੰਦੇ ਹਾਂ। ਮੇਰੇ ਮਰਹੂਮ ਉਸਤਾਦ ਜਨਾਬ ਟੋਨੀ ਬਾਤਸ਼ੁਰਾਂ ਦਾ ਲਿਖਿਆ ਹੋਇਆ ਗੀਤ ਹੈ। ਉਹਦੀਆਂ ਵੀ 4 ਲਾਈਨਾਂ ਜਿਹੜੀਆਂ ਹੈਗੀਆਂ ਤੁਹਾਨੂੰ ਸੁਣਾਊਂਗਾ ਹੁਣ, ਕਿਉਂਕਿ ਮੈਨੂੰ ਪਤਾ ਨਹੀਂ ਹੈਗਾ ਇਹਦੀ ਕਿੰਨੀ ਕੁ ਆਵਾਜ਼ ਤੁਹਾਡੇ ਤੱਕ ਪਹੁੰਚੂਗੀ। ਠੀਕ ਹੈ, ਓਕੇ ਜੀ। तंत्र है जी तंत्र है, तंत्र है जी तंत्र है, हाँ जी ये तंत्र है। इस देश दा जर जर ढांचा वेखो किवें चलंतर है। तंत्र है जी तंत्र है, हाँ जी ये तंत्र है। इस देश दा जर जर ढांचा वेखो किवें चलंतर है। थापे सी जो पहरेदार बन गए यारो ओयो चोर, जुल्म होवेगा फेर दसो इस तो वड्डा केड़ा हो। जिवें भी गड्डी चलदी है गड्डी बस चलाई जा, पकवाना दी आस ना करे रुखी मिस्सी खाई जा। इस देश विच जीण दा यारो, इस देश विच जीण दा यारो एयो मूल मंत्र है। तंत्र है जी तंत्र है, हाँ जी ये तंत्र है। इस देश दा जर जर ढांचा वेखो किवें चलंतर है, वेखो किवें चलंतर है, वेखो किवें चलंतर है। शुक्रिया जनाब, तुसी मेरी तुम्बी भी सुन ली, मेरी डफली भी सुन ली, तो मेरी बांसुरी भी सुन ली। जे कोई होर फरमाइश हैगी है हजूरे वाला वो भी तुसी कर सकते हैगे हो। जिन्नी क मैं पूरी कर सकता होया मैं पूरी कर सकता होऊंगा। हुण मैनूं लगता हैगा कि समा काफ़ी ज़्यादा हो गया। मैं हुण तुहाडे तो इजाज़त चाहांगा, तो जाण तो पहला मैं एक कविता जिहड़ी हैगी है, एक अलविदा के रूप च एक कविता तुहाडे नाल सांझी करके ते उस तो बाद मैं तुहाडे तो विदा लवांगा। इक्को कविता धर्म बनाम धर्म दे विचों। कविता का अनुवान है जी यू टर्न। यू टर्न कविता है कि असी मॉर्निंग वाक विच शॉर्टकट भालण वाले लोग, असी मॉर्निंग वाक विच शॉर्टकट भालण वाले लोग धर्म पंथ ते तुरनों इनकारी हो गए हैं। असी मॉर्निंग वाक विच शॉर्टकट भालण वाले लोग धर्म पंथ ते तुरनों इनकारी हो गए हैं। पंथ जिहड़ा एक एक कदम नाल मुकाया जा सकदा सी हुण कदे नहीं हो जे मुकना। पंथ जो एक एक कदम नाल मुकाया जा सकदा सी हुण कदे नहीं हो जे मुकना। हुण जो असी सूरज वल पिठ करके अपने परछावें नूं फड़न लई पिछड़ पैरी तुर पए हां, पिछड़ पैरी तुर पए हां। मैनूं 2 मिनट होर दिओ। कुछ ਜਿਹੜੇ मित्र ने उन्होंने एक दो गल्लां विच कीतियां सी, है ना। उन्हां गल्लां बारे मैं जवाब जरूर दूंगा ताकि मित्र बाद दे विच मेरे नाल हो ना होण। सिर्फ गिणती दे 2 मिनट मेरे कोले, हाँ 2 मिनट। हाँ जी बलकार अमृता जी, बलकार जी ने पूछा सी कि कविता के सिरलेख अंग्रेजी च क्यों रखते हो। कई बार हुंदा है कि साडे कोले ना ਜਿਹੜੀ गल असीं कहना चाहते हुंदे आ ਉਹ ਗੱਲ ਕਹਿਣ ਵਾਸਤੇ ਸਾਡੇ ਕੋਲੇ ਸਾਡੀ ਭਾਸ਼ਾ ਦੇ ਵਿੱਚ ਉਸ ਢੰਗ ਦਾ, ਉਸ ਕੈਲੀਬਰ ਦਾ, ਉਸ ਸਮਰੱਥਾ ਵਾਲਾ ਸ਼ਬਦ ਉਵੇਂ ਨਹੀਂ ਹੁੰਦਾ ਹੈਗਾ। ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਨਾ, ਸ਼ਬਦਾਂ ਦੀ ਇੱਕ ਆਪਣੀ ਜਿਹੜੀ ਹੈਗੀ ਹੈ ਸਮਰੱਥਾ ਹੁੰਦੀ ਹੈਗੀ ਹੈ। ਤੇ ਉਹ ਜਿਵੇਂ ਹੁਣ ਮੈਂ ਕਵਿਤਾ ਸੁਣਾਈ ਹੈਗੀ ਹੈ ਨਾ। ਹੁਣ ਇਹ ਕਵਿਤਾ ਦਾ ਸਿਰਲੇਖ ਸੀ ਯੂ ਟਰਨ।
ਹੁਣ ਯੂ ਟਰਨ ਜਿਹੜਾ ਹੈਗਾ ਆਪਾਂ ਕਹੀਏ ਕਿ ਜਿਹੜੀ ਟ੍ਰੈਫਿਕ ਹੈ, ਟ੍ਰੈਫਿਕ ਦੇ ਵਿੱਚ ਜਦੋਂ ਅਸੀਂ ਜਾ ਕੇ ਯੂ ਸ਼ੇਪ 'ਚ ਮੁੜਦੇ ਹੈਗੇ ਆ ਤਾਂ ਉਹ ਜਿਹੜਾ ਵਰਤਾਰਾ ਹੈਗਾ ਉਹਨੂੰ ਯੂ ਟਰਨ ਕਿਹਾ ਜਾਂਦਾ ਹੈਗਾ। ਤਾਂ ਪੰਜਾਬੀ ਦੇ ਵਿੱਚ ਇਹਦੇ ਵਰਗਾ ਢੁਕਵਾਂ ਜਿਹੜਾ ਹੈਗਾ ਸ਼ਬਦ ਇਸ ਖਾਸ ਤੌਰ ਤੇ ਇਸ ਸੰਕਲਪ ਨੂੰ ਦਿਖਾਉਣ ਵਾਸਤੇ ਮੈਨੂੰ ਨਹੀਂ ਲੱਭਿਆ, ਇਸ ਕਰਕੇ ਮੈਂ ਇਹਦਾ ਜਿਹੜਾ ਹੈਗਾ ਵਰਤਾਰਾ ਯੂ ਟਰਨ ਰੱਖਿਆ। ਹੁਣ ਇਹ ਵੀ ਹੈਗਾ ਕਿ ਤੁਸੀਂ ਇਹ ਦੇਖੋ ਕਿ ਜਿਹੜਾ ਯੂ ਟਰਨ ਸ਼ਬਦ ਹੈ ਅਭਿਧਾਮਈ ਅਰਥਾਂ ਦੇ ਵਿੱਚ ਹੈ ਨਾ, ਸ਼ਬਦ ਦੀ ਜਿਹੜੀ ਸ਼ਬਦ ਸ਼ਕਤੀਆਂ ਨੇ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਪਹਿਲੀ ਸ਼ਕਤੀ ਹੈਗੀ ਹੈ ਅਭਿਧਾ ਸ਼ਕਤੀ, ਤਾਂ ਅਭਿਧਾ ਸ਼ਕਤੀ ਦੇ ਪੁਆਇੰਟ ਆਫ ਵਿਊ ਤੋਂ ਯੂ ਟਰਨ ਸਿਰਫ ਇੱਕ ਜਿਹੜਾ ਟ੍ਰੈਫਿਕ ਦਾ ਨਿਯਮ ਹੈਗਾ ਕਿ ਟ੍ਰੈਫਿਕ ਦੀ ਇੱਕ ਕਾਰਵਾਈ ਹੈਗੀ ਹੈ ਕਿ ਤੁਸੀਂ ਸਿੱਧਾ ਜਾ ਕੇ ਤੇ ਐ ਮੁੜ ਜਾਂਦੇ ਹੈਗੇ ਹੋ ਯੂ ਦੀ ਸ਼ੇਪ ਦੇ ਵਿੱਚ, ਤਾਂ ਉਹ ਯੂ ਟਰਨ ਬਣ ਜਾਂਦਾ ਹੈਗਾ। ਬਟ ਜਦੋਂ ਅਸੀਂ ਇਹ ਅਭਿਧਾ ਦੀ ਸ਼ਬਦ ਸ਼ਕਤੀ ਤੋਂ ਅੱਗੇ ਵੀ ਇਸ ਸ਼ਬਦ ਨੂੰ ਅਸੀਂ ਸੋਚਦੇ ਹਾਂ, ਇਹਦੇ ਅਰਥ ਕਰਦੇ ਹੈਗੇ ਆ, ਤਾਂ ਭਾਵੇਂ ਉਹ ਲੱਛਣਾ ਰੂਪ 'ਚ ਹੈ, ਭਾਵੇਂ ਵਿਅੰਜਨਾ ਪ੍ਰਤੀਤੀ ਦੇ ਰੂਪ 'ਚ ਹੈਗੇ ਆ, ਤਾਂ ਇਹ ਹੋਰ ਵੀ ਜਿਹੜਾ ਹੈਗਾ ਅਰਥਵਾਨ ਹੋ ਜਾਂਦਾ ਹੈਗਾ ਸ਼ਬਦ। ਜਿਵੇਂ ਕਿ ਜਿਹੜਾ ਇਹ ਸ਼ਬਦ ਹੈ ਯੂ ਟਰਨ ਆਮ ਤੌਰ ਤੇ ਉਹਨਾਂ ਲੋਕਾਂ ਵਾਸਤੇ ਵਰਤਿਆ ਜਾਂਦਾ ਹੈਗਾ ਜਿਹੜੇ ਲੋਕ ਆਪਣੀ ਕਹੀ ਹੋਈ ਗੱਲ ਤੋਂ ਪਲਟ ਜਾਣ, ਹੈ ਨਾ। ਇਸ ਕਰਕੇ ਮੈਨੂੰ ਇਹ ਢੁਕਵਾਂ ਲੱਗਿਆ ਕਿ ਇਹ ਇੱਕੋ ਸ਼ਬਦ ਦੇ ਨਾਲ ਮੇਰਾ ਸਿਰਲੇਖ ਬਣ ਗਿਆ ਤੇ ਮੈਨੂੰ ਹੋਰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਹੈਗੀ। ਇਸ ਕਰਕੇ ਜਿਹੜਾ ਹੈਗਾ ਮੈਂ ਬਹੁਤੇ ਜਿਹੜੇ ਮੇਰੇ ਅੰਗਰੇਜ਼ੀ ਦੇ ਸਿਰਲੇਖ ਨੇ ਉਹਨਾਂ ਵਾਸਤੇ ਮੈਨੂੰ ਪੰਜਾਬੀ 'ਚ ਬਹੁਤ ਸ਼ਬਦ ਹੋਣਗੇ, ਠੀਕ ਹੈ, ਪਰ ਉਹਨਾਂ ਸ਼ਬਦਾਂ ਨੂੰ ਖਾਸ ਤੌਰ ਤੇ ਜਦੋਂ ਇੱਕ ਸੰਕਲਪ ਦੇ ਰੂਪ ਦੇ ਵਿੱਚ ਬਹੁਤ ਘੱਟ ਸ਼ਬਦਾਂ 'ਚ ਅਸੀਂ ਕੋਈ ਗੱਲ ਕਹਿਣੀ ਹੋਵੇ, ਇੱਕ ਸੰਕਲਪ ਜਦੋਂ ਬਣਦਾ ਤਾਂ ਉਹੋ ਜਿਹਾ ਮੈਨੂੰ ਉਸ ਕੈਲੇਬਰ ਦਾ ਨਹੀਂ ਲੱਭ ਸਕਿਆ ਸੀ। ਇਸ ਕਰਕੇ ਮੈਂ ਅੰਗਰੇਜ਼ੀ ਦੇ ਵਿੱਚ ਇਹ ਰੱਖ ਲਏ ਹੈਗੇ ਨੇ। ਦਰਸ਼ੀ ਵੀਰ ਨੇ ਇੱਕ ਗੱਲ ਕੀਤੀ ਸੀ, ਉਹ ਗੱਲ ਦਾ ਮੈਂ ਜਵਾਬ ਦੇ ਕੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਇਹਨੂੰ ਫਿਨਿਸ਼ ਕਰੂੰਗਾ ਕਿ ਜਿਹੜੀ ਫੇਸਬੁੱਕ ਦੀ ਜਿਹੜੀ ਕਵਿਤਾ ਹੈ ਨਾ ਉਹਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਸੀ। ਤਾਂ ਮੈਂ ਬਹੁਤ ਪਹਿਲਾਂ ਜਿਹੜੀ ਪੋਸਟ ਪਾ ਕੇ ਇੱਕ ਗੱਲ ਕਹੀ ਸੀ ਕਿ ਜੇ ਤੁਸੀਂ ਸੱਚਮੁੱਚ ਗੰਭੀਰ ਲਿਖਣਾ ਚਾਹੁੰਦੇ ਹੈਗੇ ਹੋ, ਜੇ ਤੁਸੀਂ ਸੱਚਮੁੱਚ ਸਾਹਿਤਕਾਰੀ ਲਾਈਨ 'ਚ ਲੱਗਣਾ ਚਾਹੁੰਦੇ ਹੋ, ਉਸ ਕਿਊ 'ਚ ਆਉਣਾ ਚਾਹੁੰਦੇ ਹੈਗੇ ਹੋ, ਤਾਂ ਤੁਸੀਂ ਫੇਸਬੁੱਕ ਤੇ ਜਿਹੜਾ ਹੈਗਾ ਫੇਸਬੁੱਕ ਵਾਸਤੇ ਲਿਖਣਾ ਛੱਡ ਦਿਓ। ਕਿਉਂਕਿ ਜਿਹੜੀ ਫੇਸਬੁੱਕ ਹੈਗੀ ਹੈ ਇਹਨੇ ਸਾਡੇ ਅੰਦਰ ਨਾ ਬਹੁਤ ਸਾਰੀ ਕਾਹਲ ਉਪਜਾਤੀ, ਇਹਨੇ ਇੰਨੀ ਕਾਹਲ ਕਰਤੀ ਹੈਗੀ ਹੈ ਕਿ ਅਸੀਂ ਹੁਣ ਕਵਿਤਾ ਲਿਖਣ ਤੋਂ ਬਾਅਦ ਉਹਦੀ ਕਿਸੇ ਵੀ ਢੰਗ ਦੀ ਉਹਨੂੰ ਜਾਚਣ ਦੀ, ਵਾਚਣ ਦੀ, ਪਰਚੋਲਣ ਦੀ, ਉਹਨੂੰ ਤਰਾਸ਼ਣ ਦੀ ਲੋੜ ਵੀ ਨਹੀਂ ਸਮਝਦੇ। ਅਸੀਂ ਜਿਵੇਂ ਲਿਖਦੇ ਹਾਂ ਐਜ਼ ਇਟ ਇਜ਼ ਚੱਕ ਕੇ ਉਹਨੂੰ ਫੇਸਬੁੱਕ ਤੇ ਪੋਸਟ ਕਰ ਦਿੰਦੇ ਹੈਗੇ ਆ। ਬਹੁਤੇ ਤਾਂ ਮੈਂ ਮਿੱਤਰ ਦੇਖੇ ਨੇ ਜਿਹੜੇ ਕਿ ਹੁਣ ਅਲੱਗ ਕਵਿਤਾ ਲਿਖਦੇ ਨਹੀਂ ਹੈਗੇ, ਸਿੱਧਾ ਜਿਹੜੀ ਆਪਣੀ ਫੇਸਬੁੱਕ ਵਾਲਾ ਖੋਲ੍ਹਦੇ ਨੇ, ਯੂਅਰ ਪੋਸਟ ਤੇ ਟਾਈਪ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉੱਥੋਂ ਹੀ ਪੋਸਟ ਕਰ ਦਿੰਦੇ ਨੇ। ਹੁਣ ਜਿਹੜੀ ਉਸ ਢੰਗ ਦੀ ਜਿਹੜੀ ਕਵਿਤਾ ਹੈਗੀ ਹੈ ਨਾ, ਉਹ ਕਵਿਤਾ ਬਹੁਤੀ ਜਿਹੜੀ ਹੈ ਲੰਮਾ ਸਮਾਂ ਜਿਉਣ ਵਾਲੀ ਕਵਿਤਾ ਨਹੀਂ ਹੈਗੀ। ਕਿਉਂਕਿ ਉਹ ਜਿਹੜੀ ਬਹੁਤੀ ਕਵਿਤਾ ਹੈ ਉਹ ਅਭਿਧਾਮਈ ਅਰਥਾਂ ਵਾਲੀ ਹੀ ਕਵਿਤਾ ਹੈ। ਜਿਹੜੀ ਕਵਿਤਾ ਹੈ, ਕਵਿਤਾ ਹਮੇਸ਼ਾ ਹੀ ਅਭਿਧਾ ਤੋਂ ਅੱਗੇ ਚੱਲਦੀ ਹੈਗੀ ਹੈ ਨਾ। ਕਵਿਤਾ ਦੇ ਵਿੱਚ ਜਿਹੜੇ ਸਿੰਬਲ ਨੇ, ਚਿਹਨ ਨੇ, ਮੈਟਾਫਰ ਨੇ, ਇਹ ਜ਼ਰੂਰ ਹੋਣੇ ਚਾਹੀਦੇ ਨੇ। ਉਸ ਤੋਂ ਬਿਨਾਂ ਕਵਿਤਾ ਰਹਿ ਨਹੀਂ ਜਾਂਦੀ ਹੈਗੀ। ਤਾਂ ਜਿਹੜੀ ਇਹ ਫੇਸਬੁੱਕ ਦੀ ਕਵਿਤਾ ਹੈਗੀ ਹੈ, ਇਹ ਤਾਂ ਜਿਵੇਂ ਆਪਾਂ ਕਹਿ ਸਕਦੇ ਹੈਗੇ ਆ ਕਿ ਕੁਛ ਜਿਹੜਾ ਇੱਕ ਹੁੰਦਾ ਨਾ ਕਿ ਇੱਕ ਕੋਈ ਆਂਦੀ ਹੈ, ਕੋਈ ਵੇਵ ਆਂਦੀ ਹੈਗੀ ਹੈ ਤੇ ਉਹ ਵੇਵ ਆ ਕੇ ਤੇ ਉਸ ਤੋਂ ਬਾਅਦ ਤੁਰੰਤ ਖਤਮ ਹੋ ਜਾਂਦੀ ਹੈਗੀ ਹੈ। ਤਾਂ ਫੇਸਬੁੱਕ ਤੇ ਜਿਹੜੀ ਢੰਗ ਦੀ ਕਵਿਤਾ ਅੱਜ ਕੱਲ੍ਹ ਪ੍ਰਚਾਰੀ, ਲਿਖੀ, ਪ੍ਰਸਾਰੀ ਜਾ ਰਹੀ ਹੈਗੀ ਹੈ, ਇਹ ਬਹੁਤ ਥੋੜ੍ਹੀ ਚਿਰੀ ਹੈਗੀ ਹੈ ਨਾ। ਮੈਂ ਕਹਿੰਦਾ ਕਿ ਤੁਸੀਂ ਜਿਹੜਾ ਕੁਝ ਵੀ ਲਿਖਦੇ ਹੈਗੇ ਹੋ ਉਹਨੂੰ ਲਿਖੋ, ਲਿਖਣ ਤੋਂ ਬਾਅਦ ਘੱਟੋ ਘੱਟ ਉਹਦੀ ਕਿਤਾਬ ਜ਼ਰੂਰ ਛਪਾ ਲਓ, ਹੈ ਨਾ। ਕਿਤਾਬ ਛਪਾਉਣ ਦਾ ਭਾਵ ਕੀ ਹੈਗਾ? ਕਿਤਾਬ ਛਪਾਉਣ ਦਾ ਭਾਵ ਇਹ ਹੈਗਾ ਕਿ ਜਿਹੜੀ ਚੀਜ਼ ਤੁਸੀਂ ਲਿਖੀ ਹੈਗੀ ਹੈ ਉਹਦੀ ਤੁਸੀਂ ਜ਼ਿੰਮੇਵਾਰੀ ਓਟ ਰਹੇ ਹੋ, ਹੈ ਨਾ। ਫੇਸਬੁੱਕ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਤੁਸੀਂ ਕਰਿਆ, 4 ਬੰਦਿਆਂ ਨੇ ਕਿਹਾ ਕਿ ਜੀ ਬਹੁਤ ਮਾੜੀ ਹੈ, ਤੁਸੀਂ ਡਿਲੀਟ ਮਾਰਤੀ ਹੈਗੀ ਹੈ। ਬਟ ਜਦੋਂ ਤੁਸੀਂ ਕਿਸੇ ਕਿਤਾਬ ਛਾਪਣ ਵੱਲ ਰੁਚਿਤ ਹੋਵੋਗੇ ਤਾਂ ਪਹਿਲੀ ਗੱਲ ਤਾਂ ਉਹਦੇ ਤੇ ਤੁਸੀਂ ਮਿਹਨਤ ਕਰੋਗੇ, 2-4 ਬੰਦਿਆਂ ਨੂੰ ਪੜ੍ਹਾਓਗੇ, ਉਹਦੇ ਬਾਰੇ ਰਾਏ ਲਵੋਗੇ, ਕੋਈ ਸ਼ਬਦਕੋਸ਼ ਫਰੋਲੋਗੇ, ਉਹਦੀ ਕੁਛ ਨਾ ਕੁਛ ਤਾਂ ਉਹਦੀ ਸੋਧ ਕਰੋਗੇ ਨਾ। ਉਸ ਤੋਂ ਬਾਅਦ ਜਦੋਂ ਕਿਤਾਬ ਗੰਭੀਰ ਪਾਠਕਾਂ ਕੋਲੇ ਜਾਊਗੀ ਤਾਂ ਉਹ ਗੰਭੀਰ ਪਾਠਕ ਉਹਨੂੰ ਐਨਾਲਾਈਜ਼ ਕਰਕੇ ਤੁਹਾਡੇ ਅੰਦਰ ਜੇ ਕੁਝ ਹੈਗਾ ਤਾਂ ਉਹਨੂੰ ਉਹ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨਗੇ, ਜੇ ਨਹੀਂ ਹੈਗਾ ਤਾਂ ਉਹ ਤੁਹਾਨੂੰ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕਰਨਗੇ। ਸੋ ਦੋਸਤੋ, ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਹੈਗਾ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ, ਬੜਾ ਆਨੰਦ ਆਇਆ ਹੈਗਾ। ਤੇ ਮੈਂ ਜਿਹੜਾ ਗੁਰਮਵੀਰ ਹੈਗਾ ਉਹਨੂੰ ਮੈਂ ਇੱਕ ਵਾਰ ਫੇਰ ਤੋਂ ਵਧਾਈ ਦਿੰਦਾ ਹੈਗਾ ਤੇ ਉਹਦਾ ਸ਼ੁਕਰੀਆ ਕਰਦਾ ਕਿ ਮੈਨੂੰ ਉਹਨਾਂ ਨੇ ਇਸ ਮੰਚ ਤੇ ਬੁਲਾਇਆ ਹੈਗਾ। ਤੇ ਮੈਂ ਬੇਨਤੀ ਕਰਦਾ ਕਿ ਵੀਰੇ, ਜਦੋਂ ਵੀ ਕਦੇ ਦੁਬਾਰਾ
ਮੌਕਾ ਲੱਗੇ ਤਾਂ ਦੁਬਾਰਾ ਫੇਰ ਮੈਨੂੰ ਇਸ ਮੰਚ ਤੇ ਬੁਲਾਇਓ ਤਾਂ ਜੋ ਮੈਂ ਇਸ ਜਿਹੜੀ ਹੈਗੀ ਹੈ ਕਾਮਨ ਕ੍ਰੀਏਟੀਵਿਟੀ ਦੇ ਮੰਚ ਨਾਲ ਜੁੜੇ ਹੋਏ ਜਿੰਨੇ ਪਾਠਕ ਸਰੋਤੇ ਦਰਸ਼ਕ ਹੈਗੇ ਨੇ ਉਹਨਾਂ ਨਾਲ ਇੱਕ ਵਾਰ ਫੇਰ ਤੋਂ ਦੁਬਾਰਾ ਜੁੜ ਕੇ ਇਸੇ ਆਨੰਦ ਨੂੰ ਇਸੇ ਰਸ ਨੂੰ ਦੁਬਾਰਾ ਪ੍ਰਾਪਤ ਕਰ ਸਕਾਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ, ਸ਼ਬਾ ਖੈਰ।